ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਿੱਧ ਗੋਸ਼ਟ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ ਸਿੱਧ ਗੋਸ਼ਟ ਪਾਵਨ ਬਾਣੀ ਦੀਆਂ 23 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਇਸ ਬਾਣੀ ਦੇ ਅੰਦਰ ਸਿੱਧਾਂ ਦੇ ਸਵਾਲ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਦੇ ਜਵਾਬ ਦਿੱਤੇ ਨੇ। ਸਿੱਧਾਂ ਨੇ ਆਪਣਾ ਮਤ ਪੇਸ਼ ਕੀਤਾ ਹੈ ਔਰ ਉਹ ਚਾਹੁੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਯੋਗ ਮਤ ਦੇ ਧਾਰਨੀ ਹੋ ਜਾਣ, ਜਿਸ ਕਰਕੇ ਸਾਡਾ ਜਿਹੜਾ ਮਤ ਹੈ ਉਹ ਦੁਨੀਆ ਦੇ ਵਿੱਚ ਫੈਲੇ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵਿਸ਼ਵ ਵਿਆਪੀ ਸਿਧਾਂਤ ਦਿੱਤੇ ਨੇ ਔਰ ਬਚਨ ਕੀਤਾ ਹੈ ਕਿ ਜੋ ਇਹ ਤੁਹਾਡੇ ਸਿਧਾਂਤ ਨੇ ਇਹ ਵਿਸ਼ਵ ਵਿਆਪੀ ਨਹੀਂ ਹਨ। ਇਸ ਤਰ੍ਹਾਂ ਸਮਾਜ ਜਿਹੜਾ ਹੈ ਉਹ ਚੱਲ ਨਹੀਂ ਸਕਦਾ ਤੇ ਗੁਰੂ ਪਾਤਸ਼ਾਹ ਜੀ ਨੇ ਯੂਨੀਵਰਸਲ ਟਰੁੱਥ ਜੋ ਹੈ ਸੰਸਾਰ ਦੇ ਸਾਹਮਣੇ ਰੱਖਿਆ ਹੈ। ਆਓ ਬੜੇ ਪਿਆਰ ਨਾਲ ਅਗਲੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ। ਕੱਲ ਤੱਕ ਅਸੀਂ ਵਿਚਾਰਿਆ ਸੀ ਆਪ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਹੀਐ ਸੋਈ, ਕਿ ਜਿਹੜਾ ਇਨਸਾਨ ਆਪਾ ਮੇਟ ਕੇ ਆਪਣੀ ਹੋਮੇ ਨੂੰ ਮਿਟਾ ਕੇ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਸੰਸਾਰ ਤੋਂ ਨਿਰਲੇਪ ਦਾ ਮਤਲਬ ਕਿ ਜਗਤ ਦੇ ਅੰਦਰ ਜ਼ਿੰਦਗੀ ਜੀਂਦਿਆਂ ਹੋਇਆਂ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ। ਉਹਦੀ ਜ਼ਿੰਦਗੀ ਵਿੱਚ ਵਿਕਾਰ ਨਹੀਂ ਹੁੰਦੇ, ਸਗੋਂ ਉਹ ਸੱਚ ਨੂੰ ਆਧਾਰ ਬਣਾ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਉਹਦੇ ਵਿੱਚ ਮੇਰ ਤੇਰ ਆਦਿਕ ਦੇ ਵਿਤਕਰੇ ਨਹੀਂ ਹੁੰਦੇ, ਵਿਕਾਰਾਂ ਦੇ ਵਿੱਚ ਉਹ ਫਸਿਆ ਨਹੀਂ ਹੁੰਦਾ। ਅੰਤਰ ਸਾਚ ਤੇ ਉਹਦੇ ਅੰਦਰ ਹਮੇਸ਼ਾ ਸੱਚ ਹੁੰਦਾ ਹੈ। ਮਨ ਬਚਨ ਕਰਮ ਕਰਕੇ ਉਹ ਸੱਚ ਦਾ ਧਾਰਨੀ ਹੈ। ਜੋਗੀ ਕਹੀਏ ਸੋਈ, ਗੁਰੂ ਜੀ ਕਹਿਣ ਲੱਗੇ ਪਿਆਰਿਓ, ਅਸਲ ਦੇ ਅੰਦਰ ਰੱਬ ਦੇ ਨਾਲ ਜੁੜਿਆ ਹੋਇਆ ਉਹ ਬੰਦਾ ਹੀ ਹੈ। ਕੌਣ ਹੈ ਰੱਬ ਦੇ ਨਾਲ ਜੁੜਿਆ ਹੋਇਆ? ਜਿਹੜਾ ਬੰਦਾ ਆਪਣੀ ਈਗੋ ਨੂੰ ਮਿਟਾ ਲੈਂਦਾ ਹੈ, ਮੇਰ ਤੇਰ ਦੇ ਵਿਤਕਰੇ ਖਤਮ ਕਰ ਲੈਂਦਾ ਹੈ, ਸੰਸਾਰ ਅੰਦਰ ਜ਼ਿੰਦਗੀ ਜੀਂਦਿਆਂ ਹੋਇਆਂ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ, ਜਿਸ ਦੇ ਅੰਦਰ ਹਮੇਸ਼ਾ ਸੱਚ ਟਿਕਿਆ ਹੋਇਆ ਹੈ, ਉਹ ਇਨਸਾਨ ਅਸਲ ਦੇ ਅੰਦਰ ਰੱਬ ਦੇ ਨਾਲ ਜੁੜਿਆ ਹੋਇਆ ਹੈ। ਤੇ ਇਸ ਸੱਚ ਦੇ ਨਾਲ ਜੁੜਨ ਲਈ, ਨਿਰਾਲਮ ਹੋਣ ਵਾਸਤੇ ਸੰਸਾਰ ਨੂੰ ਛੱਡਣ ਦੀ ਲੋੜ ਨਹੀਂ, ਗੁਫਾਵਾਂ ਵਿੱਚ ਵੜਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਮਾਲਾਵਾਂ ਫੇਰਨ ਦੀ ਲੋੜ ਨਹੀਂ, ਪਹਾੜਾਂ ਤੇ ਚੜਨ ਦੀ ਲੋੜ ਨਹੀਂ, ਗੁਫਾਵਾਂ ਔਰ ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਸਗੋਂ ਸੱਚ ਨੂੰ ਅਪਣਾਉਣ ਦੀ ਲੋੜ ਹੈ। ਅਗਲਾ ਬਚਨ ਕਰਦੇ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਅਵਿਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ। ਅਵਿਗਤ ਦਾ ਮਤਲਬ ਹੁੰਦਾ ਹੈ ਜਿਹੜਾ ਅਵਿਅਕਤ ਹੈ। ਅਵਿਅਕਤ ਦਾ ਮਤਲਬ ਅਦ੍ਰਿਸ਼ਟ, ਜਿਸ ਨੂੰ ਵਿਅਕਤ ਨਹੀਂ ਕੀਤਾ ਜਾ ਸਕਦਾ। ਨਿਰਮਾਇਲ ਦਾ ਮਤਲਬ ਹੈ ਮੈਲ ਤੋਂ ਰਹਿਤ। ਉਪਜੈ ਦਾ ਮਤਲਬ ਆਪਣਾ ਖਲਾਰਾ ਖਲਾਰਦਾ ਹੈ, ਪ੍ਰਗਟ ਹੁੰਦਾ ਹੈ। ਉਪਜੇ ਦਾ ਮਤਲਬ ਪ੍ਰਗਟ ਹੋਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਜਦੋਂ ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪ੍ਰਗਟ ਹੁੰਦਾ ਹੈ ਤੇ ਨਿਰਗੁਣ ਤੋਂ ਸਰਗੁਣ ਬਣ ਜਾਂਦਾ ਹੈ। ਭਾਵ ਆਪਣੇ ਅਦ੍ਰਿਸ਼ਟ ਰੂਪ ਤੋਂ ਸਾਕਾਰ ਰੂਪ ਹੋ ਜਾਂਦਾ ਹੈ। ਉਹ ਅਸਥੂਲ ਤੇ ਸੂਖਸ਼ਮ ਤੋਂ ਅਸਥੂਲ ਹੋ ਜਾਂਦਾ ਹੈ, ਆਪਣੇ ਆਪ ਨੂੰ ਹੀ ਸੂਖਸ਼ਮ ਤੋਂ ਅਸਥੂਲ ਕਰ ਲੈਂਦਾ ਹੈ। ਦੇਖੋ, ਇੱਥੇ ਸਾਡੀ ਬਹੁਤ ਵੱਡੀ ਜਿਹੜੀ ਸਮੱਸਿਆ ਹੈ ਉਹ ਹੱਲ ਹੁੰਦੀ ਹੈ ਕਿ ਰੱਬ ਵਾਸਤਵ ਦੇ ਵਿੱਚ ਕੀ ਹੈ। ਰੱਬ ਇਸ ਸੰਸਾਰ ਤੋਂ ਵੱਖਰਾ ਬੈਠਾ ਹੋਇਆ ਕੋਈ ਉੱਤੇ ਬੈਠੀ ਹੋਈ ਸ਼ਕਤੀ ਨਹੀਂ ਹੈ, ਕੋਈ ਐਸੀ ਸ਼ਖਸੀਅਤ ਨਹੀਂ ਕਿ ਜੋ ਬੰਦੇ ਦਾ ਰੂਪ ਧਾਰਨ ਕਰਕੇ ਜਾਂ ਕਿਸੇ ਹੋਰ ਰੂਪ ਦੇ ਅੰਦਰ ਇਸ ਸੰਸਾਰ ਤੋਂ ਵੱਖਰੀ ਕਿਤੇ ਸਵਰਗ, ਜੰਨਤ ਜਾਂ ਸੱਚਖੰਡ ਦੇ ਵਿੱਚ ਬੈਠੀ ਹੈ। ਸਗੋਂ ਉਹ ਜੋ ਨਿਰਗੁਣ ਸਰੂਪ ਹੈ ਉਹੀ ਸਰਗੁਣ ਦੇ ਅੰਦਰ ਪ੍ਰਗਟ ਹੋ ਗਿਆ ਹੈ। ਉਹੀ ਸਰਗੁਣ ਦੇ ਅੰਦਰ ਪ੍ਰਗਟ ਹੋ ਗਿਆ ਹੈ। ਉਹ ਨਿਰਗੁਣ ਤੋਂ ਸਰਗੁਣ ਹੋ ਗਿਆ। ਅਵਿਗਤ ਤੋਂ ਨਿਰਮਾਇਲ ਉਪਜੈ। ਉਪਜੈ ਦਾ ਮਤਲਬ ਪ੍ਰਗਟ ਹੋਣਾ, ਕਿ ਉਹ ਜੋ ਅਵਿਅਕਤ ਹੈ, ਜਿਸ ਨੂੰ ਅਸੀਂ ਵਿਅਕਤ ਨਹੀਂ ਕਰ ਸਕਦੇ, ਜੋ ਅਦ੍ਰਿਸ਼ਟ ਹੈ, ਜੋ ਨਿਰਗੁਣ ਸਰੂਪ ਹੈ, ਜਿਸ ਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ ਸੀ। ਇਹ ਚੀਜ਼ ਨੂੰ ਸਮਝਣ ਵਾਸਤੇ ਇਸ ਸੰਸਾਰ ਤੋਂ ਪਿੱਛੇ ਆਪਣੀ ਦ੍ਰਿਸ਼ਟੀ ਲੈ ਜਾਓ ਕਿ ਜਦੋਂ ਇਹ ਸੰਸਾਰ ਹੋਂਦ ਵਿੱਚ ਨਹੀਂ ਸੀ ਆਇਆ, ਉਦੋਂ ਪਿੱਛੇ ਕੀ ਸੀ? ਉਹ ਨਿਰਗੁਣ ਸਰੂਪ ਸੀ ਤੇ ਉਹੀ ਸਰਗੁਣ ਹੋ ਗਿਆ ਹੈ। ਉਹੀ ਸੰਸਾਰ ਬਣ ਗਿਆ ਹੈ, ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਜਿਵੇਂ ਇੱਕ ਬੀਜ ਹੀ ਬੀਜ ਤੋਂ ਪੇੜ ਬਣ ਜਾਂਦਾ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ। ਉਹ ਆਪ ਹੀ ਹੋ ਗਿਆ ਹੈ।
ਇਸੇ ਲਈ ਇਹ ਦਿਸਦਾ ਹੋਇਆ ਸੰਸਾਰ ਉਸ ਪ੍ਰਭੂ ਦਾ ਪ੍ਰਤੱਖ ਰੂਪ ਹੈ। ਇਸ ਦੁਨੀਆ ਤੋਂ ਵੱਖਰਾ ਰੱਬ ਨਹੀਂ ਹੈ। ਇਹ ਦਿਸਦਾ ਜਗਤ ਹੀ ਰੱਬ ਦਾ ਹੀ ਰੂਪ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹੁਣ ਜੇ ਇਹ ਗੱਲ ਸਾਨੂੰ ਸਮਝ ਆ ਜਾਏ ਨਾ, ਤਾਂ ਜੋ ਰੱਬ ਦੇ ਨਾਮ ਦੇ ਉੱਤੇ ਸਾਡੇ ਅੰਦਰ ਅੰਧ ਵਿਸ਼ਵਾਸ ਜਾਂ ਬਹੁਤ ਸਾਰੇ ਕਰਮ ਕਾਂਡ ਪੈਦਾ ਕੀਤੇ ਗਏ ਨੇ, ਉਹਨਾਂ ਤੋਂ ਸਾਡਾ ਖਹਿੜਾ ਛੁੱਟ ਸਕਦਾ ਹੈ ਔਰ ਅਸੀਂ ਆਪਣੀ ਜ਼ਿੰਦਗੀ ਨੂੰ ਬਿਲਕੁਲ ਬਦਲ ਸਕਦੇ ਹਾਂ, ਤਬਦੀਲ ਕਰ ਸਕਦੇ ਹਾਂ। ਇਸ ਲਈ ਉਹ ਜੋ ਅਵਿਅਕਤ ਹੈ ਉਹ ਆਪ ਹੀ ਪ੍ਰਗਟ ਹੋਇਆ ਹੈ, ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ, ਨਿਰੰਕਾਰ ਤੋਂ ਆਪ ਹੀ ਸੰਸਾਰ ਬਣ ਗਿਆ ਹੈ। ਹੁਣ ਇਸ ਸੰਸਾਰ ਦੇ ਅੰਦਰ ਜਦੋਂ ਨਿਰਗੁਣ ਤੋਂ ਸਰਗੁਣ ਹੋ ਗਿਆ, ਇਹ ਖਲਾਰਾ ਖਿਲਰ ਗਿਆ, ਉਹ ਇੱਕ ਹੀ ਪ੍ਰਭੂ ਪਸਰ ਗਿਆ। ਜਿਵੇਂ ਸੁਖਮਨੀ ਸਾਹਿਬ ਜੀ ਦੇ ਵਿੱਚ ਅਸੀਂ ਵਿਚਾਰ ਕਰ ਰਹੇ ਹਾਂ ਕਿ ਪਾਪ ਪੁੰਨ ਤੇ ਪਹੀ ਕਹਾਵਤ, ਕੂ ਨਰਕ ਕੂ ਸੁਰਗ ਬੰਛਾਵਤ, ਇਹ ਸਾਰੀਆਂ ਕਹਾਵਤਾਂ ਸ਼ੁਰੂ ਹੋ ਗਈਆਂ। ਤਾਂ ਇਸ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਏ ਲਿਆ। ਇਸ ਪਾਵਨ ਪੰਕਤੀ ਦੇ ਵਿਸ਼ਰਾਮ ਦੁਬਾਰਾ ਸੁਣ ਲਓ। ਸਤਿਗੁਰ ਪਰਚੈ ਪਰਮ ਪਦ ਪਾਈਐ, ਸਾਚੈ ਸ਼ਬਦ ਸਮਾਏ ਲਿਆ। ਪਰਚੇ ਦਾ ਮਤਲਬ ਹੈ ਪਤੀਜਨ ਦੇ ਨਾਲ, ਜੇ ਵਿਸ਼ਵਾਸ ਬਣ ਜਾਏ। ਪਰਮ ਪਦ ਦਾ ਮਤਲਬ ਉੱਚੀ ਆਤਮਿਕ ਅਵਸਥਾ। ਇਸ ਦ੍ਰਿਸ਼ਟਮਾਨ ਸੰਸਾਰ ਵਿੱਚੋਂ ਜਿਸ ਜੀਵ ਦਾ ਮਨ ਸਤਿਗੁਰ ਦੇ ਸ਼ਬਦ ਨਾਲ ਪਤੀਜ ਜਾਂਦਾ ਹੈ, ਸਤਿਗੁਰ ਦਾ ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਜਿਹਦਾ ਮਨ ਇਸ ਗਿਆਨ ਦੇ ਨਾਲ ਪਤੀਜ ਜਾਂਦਾ ਹੈ, ਜਿਹਨੂੰ ਵਿਸ਼ਵਾਸ ਬਣ ਜਾਂਦਾ ਹੈ। ਸਾਚੈ ਸ਼ਬਦ ਸਮਾਏ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੇ ਉਹਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ। ਇਹ ਸਮਝ ਲਓ ਕਿ ਰੱਬ ਨੇ ਉਹਨੂੰ ਆਪਣੇ ਵਿੱਚ ਲੀਨ ਕਰ ਲਿਆ ਹੈ। ਉਹ ਰੱਬ ਦੇ ਵਿੱਚ ਲੀਨ ਹੋ ਗਿਆ ਹੈ। ਉਹ ਰੱਬ ਦਾ ਹੀ ਰੂਪ ਹੈ। ਕੌਣ? ਜਿਹਦਾ ਗੁਰੂ ਦੇ ਸ਼ਬਦ ਤੇ ਮਨ ਮੰਨ ਗਿਆ। ਗੁਰੂ ਦੇ ਸ਼ਬਦ ਦਾ ਮਤਲਬ ਹੈ ਉਪਦੇਸ਼, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦਾ ਜੋ ਗਿਆਨ ਹੈ। ਜਿਹਦਾ ਮਨ ਉਹਦੇ ਤੇ ਪਤੀਜ ਜਾਏ, ਵਿਸ਼ਵਾਸ ਬਣ ਜਾਏ ਔਰ ਮਨ ਬਚਨ ਕਰਮ ਕਰਕੇ ਗੁਰੂ ਸ਼ਬਦ ਦਾ ਧਾਰਨੀ ਹੋ ਜਾਏ, ਸਮਝੋ ਉਹ ਰੱਬ ਦੇ ਵਿੱਚ ਲੀਨ ਹੋ ਗਿਆ। ਹੁਣ ਦੋ ਗੱਲਾਂ ਬੜੀਆਂ ਸਪਸ਼ਟ ਹੋ ਰਹੀਆਂ ਨੇ। ਇਹ ਚੀਜ਼ਾਂ ਬੜੀ ਠਰਮੇ ਦੇ ਨਾਲ ਸਮਝਣ ਵਾਲੀਆਂ ਨੇ, ਬੜੀ ਬਾਰੀਕੀ ਦੇ ਨਾਲ ਔਰ ਬੜੇ ਪਿਆਰ ਦੇ ਨਾਲ। ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਨਿਰੰਕਾਰ ਹੀ ਸੰਸਾਰ ਬਣ ਗਿਆ ਹੈ, ਨਿਰਾਕਾਰ ਹੀ ਸਾਕਾਰ ਹੋਇਆ ਹੈ। ਰੱਬ ਇਸ ਦੁਨੀਆ ਤੋਂ ਵੱਖਰਾ ਨਹੀਂ ਹੈ। ਅਦਿਸਤਾ ਜਗਤ ਹੀ ਰੱਬ ਦਾ ਰੂਪ ਹੈ। ਪਹਿਲੀ ਗੱਲ ਇਹ ਸਮਝਣ ਵਾਲੀ ਹੈ। ਤੇ ਦੂਜੀ ਗੱਲ ਇਹ ਸਮਝਣ ਵਾਲੀ ਹੈ ਕਿ ਗੁਰੂ ਗਿਆਨ ਦੇ ਉੱਤੇ ਜਿਸ ਦਾ ਮਨ ਪਤੀਜ ਜਾਂਦਾ ਹੈ, ਯਾਨੀ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਹ ਬੰਦਾ ਰੱਬ ਦੇ ਵਿੱਚ ਮਿਲਿਆ ਹੋਇਆ ਹੈ। ਹੁਣ ਰੱਬ ਨੂੰ ਮਿਲਣ ਵਾਲਾ ਇਹ ਨਹੀਂ ਕਿ ਰੱਬ ਉਹਦੇ ਸਾਹਮਣੇ ਕੋਈ ਪ੍ਰਗਟ ਹੋਏਗਾ ਵੱਖਰੇ ਰੂਪ ਵਿੱਚ, ਜਾਂ ਉਹਦੇ ਸਾਹਮਣੇ ਲਾਈਟ ਬਣ ਕੇ ਖਲੋਏਗਾ, ਜਾਂ ਉਹਦੇ ਦਸਮ ਦੁਆਰ ਦੇ ਵਿੱਚ ਕੋਈ ਜੋਤ ਜਗੇਗੀ, ਜਾਂ ਉਹਦੇ ਦਸਮ ਦੁਆਰ ਵਿੱਚ ਕੋਈ ਬੰਸਰੀਆਂ ਵੱਜਣਗੀਆਂ, ਜਾਂ ਢੋਲਕੀਆਂ ਖੜਕਣਗੀਆਂ, ਜਾਂ ਛੈਣੇ ਖੜਕਣਗੇ। ਐਸਾ ਕੁਝ ਨਹੀਂ ਹੈ। ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾ ਗਿਆ, ਸਮਝ ਲਓ ਉਹ ਰੱਬ ਦੇ ਅੰਦਰ ਸਮਾ ਗਿਆ। ਤਾਂ ਹੁਣ ਰੱਬ ਨੂੰ ਪਾਣਾ ਕੀ ਹੈ? ਗੁਰਮਤਾਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੀ ਰੱਬ ਨੂੰ ਪਾ ਲੈਣਾ। ਉਹ ਰੱਬ ਦੇ ਅੰਦਰ ਮਿਲਿਆ ਹੋਇਆ ਹੀ ਸਮਝਿਆ ਜਾਏਗਾ। ਤੇ ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਾਸਤੇ ਸੰਸਾਰ ਨੂੰ ਛੱਡਣ ਦੀ ਲੋੜ ਤਾਂ ਹੈ ਹੀ ਨਹੀਂ, ਕਿਉਂਕਿ ਗੁਰੂ ਜੀ ਤਾਂ ਗ੍ਰਸਤ ਨੂੰ ਮਹਾਨਤਾ ਦੇ ਰਹੇ ਨੇ, ਗੁਰੂ ਜੀ ਤਾਂ ਫਰਜ਼ਾਂ ਨੂੰ ਮਹਾਨਤਾ ਦੇ ਰਹੇ ਨੇ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰਨਾ ਗੁਰੂ ਜੀ ਦਾ ਧਰਮ ਹੈ, ਗੁਰੂ ਜੀ ਦਾ ਸੰਦੇਸ਼, ਉਪਦੇਸ਼, ਆਦੇਸ਼ ਹੈ। ਤਾਂ ਜੋ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰ ਰਿਹਾ ਹੈ, ਸਮਝ ਲਓ ਉਹਨੇ ਰੱਬ ਨੂੰ ਪਾ ਲਿਆ, ਜਿਹਨੇ ਸੱਚ ਨੂੰ ਪਾ ਲਿਆ। ਜੇ ਇਹ ਚੀਜ਼ ਸਾਡੀ ਸਮਝ ਵਿੱਚ ਬਹਿ ਜਾਏ ਔਰ ਅਸੀਂ ਇਸ ਤੇ ਅਮਲ ਕਰੀਏ, ਤਾਂ ਹਕੀਕਤ ਹੈ ਸਾਡੀ ਜ਼ਿੰਦਗੀ ਬਦਲ ਜਾਏਗੀ। ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਬੇਸ਼ੱਕ ਆਪ ਇਹਨਾਂ ਚੀਜ਼ਾਂ ਦਾ ਨੋਟ ਬਣਾ ਸਕਦੇ ਹੋ। ਬਹੁਤ ਪਿਆਰੇ ਬਚਨ ਨੇ ਗੁਰੂ ਸਾਹਿਬ ਜੀ ਦੇ, ਜੋ ਸਿੱਧਾਂ ਆਦਿਕ ਦੇ ਉਹਨਾਂ ਨੇ ਭਰਮ ਦੂਰ ਕੀਤੇ ਨੇ। ਉਹ ਭਰਮ ਕੱਲੇ ਸਿੱਧਾਂ ਦੇ ਨਹੀਂ, ਸਾਡੇ ਵੀ ਹੈ ਨੇ, ਹੋਰ ਲੋਕਾਂ ਦੇ ਵੀ ਹੈ ਨੇ।
ਏਕੇ ਕਉ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਏਕੇ ਕਉ ਸਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਹੁਣ ਸੱਚ ਦਾ ਮਤਲਬ ਨਿਸ਼ਚੈ ਕਰਕੇ ਕੇਵਲ ਇੱਕ ਪ੍ਰਭੂ ਨੂੰ ਹੀ ਸਦਾ ਰਹਿਣ ਵਾਲੀ ਹਸਤੀ ਜਾਣਦਾ ਹੈ, ਤੇ ਉਹਨੇ ਹਉਮੈ ਨੂੰ ਔਰ ਦੂਜੇ ਭਾਵ ਨੂੰ ਦੂਰ ਕਰ ਲਿਆ। ਉਹ ਇੱਕ ਨੂੰ ਇੱਕ ਹੀ ਸਮਝਦਾ ਹੈ, ਇੱਕ ਨੂੰ ਵੱਖਰਾ ਨਹੀਂ ਸਮਝਦਾ। ਇੱਕ ਸੁਆਮੀ ਨੂੰ ਹੀ ਉਹ ਇੱਕ ਜਾਣਦਾ ਹੈ, ਇੱਕੋ ਹੀ ਇਹ ਫੈਲਿਆ ਹੋਇਆ, ਇੱਕ ਨੂੰ ਹੀ ਸਦਾ ਸੱਚ ਰਹਿਣ ਵਾਲਾ ਜਾਣਦਾ ਹੈ, ਇੱਕ ਹੀ ਚਾਰ ਚੁਫੇਰੇ ਫੈਲਿਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਧਰਮ ਹੈ ਉਹ ਸ਼ੁਰੂ ਹੀ ਇੱਕ ਓੰਕਾਰ ਤੋਂ ਹੁੰਦਾ ਹੈ, ਉਪਦੇਸ਼ ਹੀ ਇੱਕ ਓੰਕਾਰ ਤੋਂ ਸ਼ੁਰੂ ਹੁੰਦਾ ਹੈ। ਇੱਕ ਓੰਕਾਰ ਦਾ ਮਤਲਬ ਹੀ ਇਹ ਹੈ ਕਿ ਇੱਕ ਹੀ ਚਾਰ ਚੁਫੇਰੇ ਫੈਲਿਆ ਹੋਇਆ ਹੈ, ਇੱਕ ਤੋਂ ਸਿਵਾ ਕੁਝ ਹੋਰ ਹੈ ਹੀ ਨਹੀਂ ਹੈ, ਇੱਕੋ ਹੀ ਫੈਲਿਆ ਹੋਇਆ ਹੈ, ਇੱਕ ਹੀ ਸਮਾਇਆ ਹੋਇਆ ਹੈ। ਔਰ ਉਹ ਜੋ ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜੀਣ ਵਾਲਾ ਹੈ ਨਾ, ਉਸ ਇੱਕ ਨੂੰ ਹੀ ਸੱਚ ਜਾਣਦਾ ਹੈ ਔਰ ਸਾਰੇ ਵਿਸ਼ਵ ਨੂੰ ਇੱਕ ਰੂਪ ਦੇ ਅੰਦਰ ਦੇਖਦਾ ਹੈ। ਦੇਖੋ, ਇਹ ਚੀਜ਼ਾਂ ਅਸੀਂ ਪਹਿਲਾਂ ਵੀ ਕਲਾਸ ਵਿੱਚ ਵਿਚਾਰ ਚੁੱਕੇ ਹਾਂ ਕਿ ਜਿਸ ਦਿਨ ਬੰਦਾ ਇਸ ਇੱਕ ਨੂੰ ਸਮਝ ਲਵੇਗਾ, ਇੱਕ ਓੰਕਾਰ ਤੇ ਅਮਲ ਕਰੇਗਾ, ਉਸ ਦਿਨ ਇਹ ਜ਼ਿੰਦਗੀ, ਜੀਵਨ, ਸੰਸਾਰ ਬਦਲ ਜਾਏਗਾ। ਇੱਕ ਨੂੰ ਜਦੋਂ ਅਸੀਂ ਜਾਣਾਂਗੇ ਕਿ ਇੱਕ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ, ਤਾਂ ਫਿਰ ਸਾਨੂੰ ਆ ਦੇਸ਼ਾਂ ਦੀਆਂ ਸੀਮਾਵਾਂ ਵੱਖਰੀਆਂ ਵੱਖਰੀਆਂ ਰੱਖਣ ਦਾ ਕੋਈ ਅਧਿਕਾਰ ਨਹੀਂ ਰਹੇਗਾ। ਫਿਰ ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦਿੱਤਾ ਜਾ ਸਕਦਾ ਹੈ, ਇਹ ਪੋਸੀਬਿਲਿਟੀ ਹੈ। ਕਰੰਸੀ ਇੱਕ ਹੋ ਸਕਦੀ ਹੈ, ਪਾਸਪੋਰਟ ਸਿਸਟਮ ਇੱਕ ਹੋ ਸਕਦਾ ਹੈ, ਪੂਰੀ ਦੁਨੀਆ ਦੀ ਰਾਜਧਾਨੀ ਇੱਕ ਹੋ ਸਕਦੀ ਹੈ। ਇਹ ਪੋਸੀਬਿਲਿਟੀ ਹੈ, ਸੰਭਾਵਨਾ ਹੈ। ਜਿਸ ਦਿਨ ਬੰਦਾ ਇੱਕ ਨੂੰ ਇੱਕ ਸਮਝੇਗਾ, ਇਹ द्वैत ਖਤਮ ਹੋ ਜਾਏਗੀ। ਹਉਮੈ ਦੂਜਾ ਦੂਰ ਕੀਆ, ਈਗੋ ਔਰ द्वैत दूर हो जाएगी। ਸਮਾਜ ਦੇ ਅੰਦਰ ਜੋ ਜਾਤੀਵਾਦ ਹੈ ਕਿ ਫਲਾਂ ਜਾਤ ਦਾ ਹੈ, ਫਲਾਂ ਅਮਕੀ ਜਾਤ ਦਾ ਹੈ, ਇਹ ਜਾਤੀਵਾਦ ਆਦਿਕ ਮੁੱਕ ਜਾਏਗਾ ਔਰ ਇੱਕ ਭਾਈਚਾਰਕ ਸਮਾਜ ਪੈਦਾ ਹੋ ਜਾਏਗਾ, ਜਿਸ ਦਿਨ ਬੰਦਾ ਇੱਕ ਨੂੰ ਇੱਕ ਜਾਣ ਲਵੇਗਾ। ਜੋ ਧਰਮਾਂ ਦੇ ਝਗੜੇ ਝੇੜੇ ਨੇ, ਇਹ ਮੁੱਕ ਜਾਣਗੇ। ਏਕਾ ਧਰਮ ਦ੍ਰਿੜੈ ਸੱਚ ਕੋਈ, ਸੱਚ ਨੂੰ ਦ੍ਰਿੜ ਕਰਨਾ ਹੀ ਇੱਕ ਸਾਂਝਾ ਧਰਮ ਹੋਏਗਾ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਾ ਕਰਨਾ, ਇਹ ਸਾਂਝਾ ਧਰਮ ਹੋਏਗਾ ਸਭ ਦਾ ਇੱਕ। ਔਰ ਆਰਥਿਕ ਜੋ ਪ੍ਰੋਬਲਮਸ ਨੇ ਉਹ ਖਤਮ ਹੋਣਗੀਆਂ। ਹਰ ਇਨਸਾਨ ਦੀ ਰੋਟੀ, ਕੱਪੜੇ, ਮਕਾਨ ਦੀ ਜ਼ਰੂਰਤ ਪੂਰੀ ਹੋਵੇਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਸਲ ਜੋਗੀ ਉਹ ਹੈ, ਅਸਲ ਇਨਸਾਨ ਜੁੜਿਆ ਹੋਇਆ ਰੱਬ ਦੇ ਨਾਲ ਉਹ ਹੈ ਜੋ ਇੱਕ ਨੂੰ ਇੱਕ ਕਰਕੇ ਜਾਣਦਾ ਹੈ, ਇੱਕ ਨੂੰ ਸੱਚ ਕਰਕੇ ਜਾਣਦਾ ਹੈ, ਤੇ ਉਹਨੇ ਆਪਣੀ ਜ਼ਿੰਦਗੀ ਚੋਂ ਹਉਮੈ ਔਰ ਦੂਜਾ, ਇਹਨਾਂ ਦੋਵਾਂ ਚੀਜ਼ਾਂ ਨੂੰ ਦੂਰ ਕਰ ਲਿਆ ਹੈ। ਉਹ ਹਉਮੈ ਦੇ ਵਿੱਚ ਨਹੀਂ ਹੈ, ਉਹਦੇ ਅੰਦਰ ਨਾ ਇਨਫੀਰੀਓਰਿਟੀ ਕੰਪਲੈਕਸ ਹੈ, ਨਾ ਉਹਦੇ ਵਿੱਚ ਸੁਪਰੀਓਰਿਟੀ ਕੰਪਲੈਕਸ ਹੈ। ਉਹ ਦੂਜਿਆਂ ਦੇ ਨਾਲੋਂ ਆਪਣੇ ਆਪ ਨੂੰ ਵੱਖਰਾ ਨਹੀਂ ਸਮਝਦਾ, ਉਹ ਆਪਣਾ ਆਪਾ ਹੀ ਦੂਜਿਆਂ ਵਿੱਚ ਵੇਖਦਾ ਹੈ ਔਰ ਦੂਜਿਆਂ ਨੂੰ ਆਪਣੇ ਆਪ ਦੇ ਅੰਦਰ ਵੇਖਦਾ ਹੈ। ਉਹ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰੇਗਾ। ਤੇ ਦੂਜਾ ਦਾ ਮਤਲਬ ਹੈ द्वैत ਭਾਵ। ਇੱਕ ਨੂੰ ਛੱਡ ਕੇ ਕਿਸੇ ਹੋਰ ਦੀ ਪ੍ਰੀਤ ਉਹਦੇ ਅੰਦਰ ਨਹੀਂ ਹੋਏਗੀ। ਉਹਦਾ ਵਿਹਾਰ ਸਭ ਦੇ ਨਾਲ ਇੱਕ ਜੈਸਾ ਹੋਏਗਾ, ਉਹ ਅੰਦਰੋਂ ਬਾਹਰੋਂ ਇੱਕ ਹੋਏਗਾ। ਦੇਖੋ, ਜੇਕਰ ਇਸ ਉਪਦੇਸ਼ ਨੂੰ ਸਮਝ ਲਿਆ ਜਾਏ ਔਰ ਦੁਨੀਆ ਦੇ ਲੋਕ ਇਸ ਉਪਦੇਸ਼ ਦੇ ਧਾਰਨੀ ਹੋ ਜਾਣ, ਤਾਂ ਇਹ ਸੰਸਾਰ, ਸਾਡਾ ਸਮਾਜ, ਸਾਡੇ ਪਰਿਵਾਰ, ਸਾਡੀ ਇਹ ਜ਼ਿੰਦਗੀ ਕਿੰਨੀ ਸੁਹਾਵਣੀ ਹੋ ਸਕਦੀ ਹੈ। ਇਹ ਸੰਸਾਰ ਬੇਗਮਪੁਰਾ ਹੋ ਸਕਦਾ ਹੈ, ਇਹ ਸੰਸਾਰ ਹਰੀ ਦਾ ਸੁੰਦਰ ਬਾਗ ਹੋ ਸਕਦਾ ਹੈ, ਇਹ ਸੰਸਾਰ ਸੱਚੀ ਕੀ ਕੋਠੜੀ ਹੈ ਔਰ ਬਹੁਤ ਸੁਹਾਵਣਾ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹੈ। ਇਹ ਉਪਦੇਸ਼ ਸਿੱਧਾ ਨੂੰ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਹੈ ਔਰ ਇਹ ਸਾਰੇ ਸੰਸਾਰ ਵਾਸਤੇ ਸਾਂਝਾ ਹੈ। ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਸੋ ਜੋਗੀ, ਇੱਥੇ ਵਿਸਰਾਮ ਲਾਣਾ ਹੈ। ਗੁਰ ਸ਼ਬਦ ਪਛਾਣੈ, ਇੱਥੇ ਵਿਸਰਾਮ ਆਏਗਾ। ਅੰਤਰ ਕਮਲ ਪ੍ਰਗਾਸ ਥੀਆ। ਜੋਗੀ ਦਾ ਮਤਲਬ ਜੁੜਿਆ ਹੋਇਆ। ਹੁਣ ਅਸਲ ਜੋਗੀ ਕੌਣ ਹੈ? ਅਸਲ ਜੋਗੀ ਉਹ ਨਹੀਂ ਹੈ ਕਿ ਜਿਸ ਨੇ ਜੋਗੀਆ ਰੰਗ ਦੇ ਕੱਪੜੇ ਪਾ ਲਏ, ਕੰਨਾਂ ਵਿੱਚ ਮੁੰਦਰਾਂ ਪਾ ਲਈਆਂ, ਜਾਂ ਸਿਰ ਵਿੱਚ ਰਾਖ ਪਾ ਲਈ, ਜਾਂ ਖੱਪਰ ਲੈ ਲਿਆ, ਝੋਲੀ ਲੈ ਲਈ ਔਰ ਉਹ ਬਾਹਰ ਮੰਗਣ ਵਾਸਤੇ ਚੱਲ ਪਿਆ ਜਾਂ ਸਮਾਧੀਆਂ ਲਾਉਣ ਲੱਗ ਗਿਆ। ਇਹ ਬੰਦਾ ਕੰਮ ਕੋਈ ਵੀ ਕਰ ਲਵੇਗਾ ਔਰ ਇਹਨਾਂ ਕੰਮਾਂ ਦੇ ਨਾਲ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ, ਸੱਚ ਨਾਲ ਨਹੀਂ ਜੁੜਿਆ ਜਾ ਸਕਦਾ। ਸੱਚ ਇੱਕ ਵੱਖਰੀ ਚੀਜ਼ ਹੈ ਔਰ ਇਹ ਭੇਖ ਜਿਹੜਾ ਹੈ ਇੱਕ ਵੱਖਰੀ ਚੀਜ਼ ਹੈ। ਭੇਖ ਦੇ ਨਾਲ ਸੱਚ ਨਾਲ ਨਹੀਂ ਜੁੜਿਆ ਜਾ ਸਕਦਾ, ਕੇਵਲ ਭੇਖ ਨਾਲ। ਇਸ ਲਈ
ਗੁਰੂ ਜੀ ਕਹਿੰਦੇ ਨੇ ਅਸਲ ਜੋਗੀ ਰੱਬ ਦੇ ਨਾਲ ਜੁੜਿਆ ਉਹ ਹੈ ਗੁਰ ਸ਼ਬਦ ਪਛਾਣੈ, ਜੋ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ। ਪਛਾਣੇ ਦਾ ਮਤਲਬ ਸਮਝਦਾ ਹੈ, ਜਾਣਦਾ ਹੈ। ਸ਼ਬਦ ਦਾ ਮਤਲਬ ਉਪਦੇਸ਼, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਜੋ ਗੁਰੂ ਦੇ ਗਿਆਨ ਨੂੰ ਸਮਝਦਾ ਹੈ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜਿੰਦਾ ਹੈ, ਜੋ ਇਹਨਾਂ ਚੀਜ਼ਾਂ ਨੂੰ ਅਮਲੀ ਰੂਪ ਦਿੰਦਾ ਹੈ, ਇਹਨਾਂ ਸਾਰੇ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ ਆਪਣੇ ਜੀਵਨ ਵਿੱਚ, ਅਸਲ ਜੋਗੀ ਉਹ ਹੈ। ਤੇ ਉਹਦੇ ਵਾਸਤੇ ਪਹਿਨਾਵਾ ਪਾਉਣ ਦੀ ਲੋੜ ਨਹੀਂ। ਇਹ ਗੁਣ ਕੋਈ ਪੈਂਟ ਸ਼ਰਟ ਵਾਲਾ ਵੀ ਧਾਰਨ ਕਰ ਸਕਦਾ ਹੈ, ਕੋਈ ਕਮੀਜ਼ ਪਜਾਮੇ ਵਾਲਾ ਵੀ, ਕੋਈ ਹੋਰ ਰੂਪ ਵਾਲਾ ਵੀ। ਇੱਥੇ ਭੇਖ ਦੀ ਜ਼ਰੂਰਤ ਨਹੀਂ ਹੈ। ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਜੀਣੀ ਹੈ। ਉਹ ਰੱਬ ਦੇ ਨਾਲ ਜੁੜਿਆ ਹੋਇਆ ਹੈ ਤੇ ਉਹਨੂੰ ਮਿਲਦਾ ਕੀ ਹੈ, ਉਹਨੂੰ ਪ੍ਰਾਪਤੀ ਕੀ ਹੋਏਗੀ? ਅੰਤਰ ਕਮਲ ਪ੍ਰਗਾਸ ਥੀਆ। ਅੰਤਰ ਉਹਦੇ ਅੰਦਰ, ਉਹਦਾ ਜਿਹੜਾ ਹਿਰਦਾ ਹੈ ਉਹ ਪ੍ਰਗਾਸ ਥੀਆ ਦਾ ਮਤਲਬ ਖਿੜ ਪੈਂਦਾ ਹੈ। ਖਿੜਨ ਦਾ ਮਤਲਬ ਉਹਦੇ ਅੰਦਰ ਵਿਗਾਸਤਾ ਹੈ। ਉਹ ਉਦਾਸੀ ਦਾ ਸ਼ਿਕਾਰ ਨਹੀਂ ਹੈ, ਉਹ ਵਿਗਾਸਤਾ ਹੈ, ਉਹਦੇ ਅੰਦਰ ਚੜ੍ਹਦੀ ਕਲਾ ਹੈ, ਪੋਜ਼ਿਟਿਵ ਥਿੰਕਿੰਗ ਹੈ, ਉਹਦੇ ਅੰਦਰ ਸਕਾਰਾਤਮਕ ਸੋਚ ਹੈ। ਜੋ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਵਿਚਾਰ ਆਏ ਹਾਂ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਜੋ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸੱਚ ਦੇ ਨਾਲ ਜੋੜਿਆ, ਉਹਨਾਂ ਦੇ ਅੰਦਰ ਹਮੇਸ਼ਾ ਵਿਗਾਸਤਾ ਹੈ। ਉਹ ਹਰ ਸਿਚੁਏਸ਼ਨ ਦੇ ਅੰਦਰ ਖੁਸ਼ ਨੇ, ਪ੍ਰਸੰਨ ਨੇ, ਚੜ੍ਹਦੀ ਕਲਾ ਵਿੱਚ ਨੇ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਹਮੇਸ਼ਾ ਖੁਸ਼ੀ ਮਿਲੇ, ਮੈਂ ਚੜ੍ਹਦੀ ਕਲਾ ਵਿੱਚ ਵਿਚਰਾਂ, ਤਾਂ ਉਹਦੇ ਵਾਸਤੇ ਇੱਕ ਹੀ ਸਾਧਨ ਹੈ, ਗੁਰੂ ਦੇ ਸ਼ਬਦ, ਗੁਰੂ ਗਿਆਨ ਦੇ ਉੱਤੇ ਅਮਲ ਕਰਨਾ ਔਰ ਗੁਰਬਾਣੀ ਵਾਲੀ ਜ਼ਿੰਦਗੀ ਜੀਣੀ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਇਸ ਪਾਵਨ ਪੰਕਤੀ ਦੇ ਵਿਸ਼ਰਾਮ ਦੁਬਾਰਾ ਸੁਣ ਲਓ। ਜੀਵਤ ਮਰੈ ਤਾਂ ਸਭ ਕਿਛ ਸੂਝੈ, ਅੰਤਰ ਜਾਣੈ ਸਰਬ ਦਇਆ। ਜੀਵਤ ਮਰੈ ਦਾ ਮਤਲਬ ਜੋ ਜੀਵਤ ਭਾਵ ਤੋਂ ਮਰਦਾ ਹੈ। ਜੀਵਤ ਭਾਵ ਤੋਂ ਮਰਨ ਦਾ ਮਤਲਬ ਕੀ ਹੈ? ਕਿ ਜੋ ਆਪਣੀ ਹਉਮੈ ਨੂੰ ਤਿਆਗ ਦਿੰਦਾ ਹੈ ਔਰ ਜੋ ਆਪਣੇ ਅੰਦਰੋਂ ਸੈਲਫਿਸ਼ਨੈਸ ਨੂੰ ਖਤਮ ਕਰ ਦਿੰਦਾ ਹੈ, ਸਵਾਰਥ ਨੂੰ ਖਤਮ ਕਰ ਦਿੰਦਾ ਹੈ, ਉਹਨੂੰ ਅਸੀਂ ਕਹਿ ਸਕਦੇ ਹਾਂ ਜੀਵਤ ਮ੍ਰਿਤਕ, ਜਿਉਂਦਾ ਹੀ ਮੁਰਦਾ ਹੋਣਾ। ਜੀਵਤ ਭਾਵ ਤੋਂ ਮਰਨਾ, ਹਉਮੈ ਖਤਮ ਕਰਨੀ ਔਰ ਸਵਾਰਥ ਖਤਮ ਕਰਨਾ। ਹਉਮੈ ਸਾਡੇ ਅੰਦਰ ਜਦੋਂ ਹੁੰਦੀ ਹੈ ਤਾਂ ਅਸੀਂ ਦੂਜਿਆਂ ਨੂੰ ਨੀਵਾਂ ਵਿਖਾਉਂਦੇ ਹਾਂ, ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਅਸੀਂ ਨਹੀਂ ਕਰਦੇ। ਜਦੋਂ ਸਾਡੇ ਅੰਦਰ ਸਵਾਰਥ ਹੁੰਦਾ ਹੈ ਤਾਂ ਉਦੋਂ ਅਸੀਂ ਆਪਣੇ ਸੁੱਖਾਂ ਵਾਸਤੇ ਕਿਸੇ ਦੂਜੇ ਨੂੰ ਦੁਖੀ ਕਰਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਇਨਸਾਨ ਆਪਣੀ ਜ਼ਿੰਦਗੀ ਚੋਂ, ਆਪਣੀ ਸੋਚ ਵਿੱਚੋਂ ਹਉਮੈ ਔਰ ਸਵਾਰਥ ਨੂੰ ਮੁਕਾ ਲੈਂਦਾ ਹੈ, ਸਭ ਕੁਝ ਸੁਝੈ, ਤਾਂ ਉਸ ਨੂੰ ਜ਼ਿੰਦਗੀ ਦੇ ਹਰੇਕ ਪਹਿਲੂ ਦੀ ਸਮਝ ਆ ਜਾਂਦੀ ਹੈ, ਉਹਨੂੰ ਸਮਝ ਪੈਂਦੀ ਹੈ। ਜਦੋਂ ਤੱਕ ਮੇਰੇ ਅੰਦਰ ਹਉਮੈ ਹੈ ਨਾ, ਮੈਂ ਆਪਣੇ ਆਪ ਨੂੰ ਉੱਚਾ ਮਹਾਨ ਸਮਝਦਾ ਹਾਂ, ਉਦੋਂ ਤੱਕ ਮੈਂ ਦੂਜਿਆਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਾਂਗਾ। ਤੇ ਜਦੋਂ ਮੈਂ ਆਪਣੇ ਆਪ ਨੂੰ ਦੂਜੇ ਦੀ ਜਗ੍ਹਾ ਤੇ ਖੜਾ ਕਰਕੇ ਦੇਖਾਂਗਾ ਨਾ, ਫਿਰ ਮੈਨੂੰ ਦੂਜੇ ਦੀਆਂ ਭਾਵਨਾਵਾਂ, ਦੂਜਿਆਂ ਦੀ ਵੇਦਨਾ, ਕਿਸੇ ਹੋਰ ਦਾ ਦੁੱਖ ਨਜ਼ਰ ਨਹੀਂ ਪਵੇਗਾ। ਇਸ ਲਈ ਦੂਜਿਆਂ ਦੀਆਂ ਭਾਵਨਾਵਾਂ ਨੂੰ ਵੇਖਣ ਵਾਸਤੇ ਜ਼ਿੰਦਗੀ ਵਿੱਚ ਨਿਮਰਤਾ ਚਾਹੀਦੀ ਹੈ। ਇਸ ਸੰਸਾਰ ਨੂੰ ਅਸੀਂ ਤਾਂ ਹੀ ਵੇਖ ਪਾਵਾਂਗੇ, ਤਾਂ ਹੀ ਅਸੀਂ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝ ਪਾਵਾਂਗੇ, ਤਾਂ ਹੀ ਅਸੀਂ ਕਿਸੇ ਦੂਜੇ ਦੇ ਦੁੱਖ ਦਰਦ ਨੂੰ ਸਮਝ ਪਾਵਾਂਗੇ। ਅੰਤਰ ਜਾਣੈ ਸਰਬ ਦਇਆ। ਅੰਤਰ ਜਾਣੈ ਦਾ ਮਤਲਬ ਉਹ ਆਪਣੇ ਅੰਦਰ ਸਾਰੇ ਪ੍ਰਭੂ ਨੂੰ ਸਮਝਦਾ ਹੈ, ਉਹਨੂੰ ਹਰੇਕ ਚੀਜ਼ ਦੀ ਸਮਝ ਆ ਜਾਂਦੀ ਹੈ ਔਰ ਸਾਰੇ ਜੀਵਾਂ ਦੇ ਉੱਤੇ ਦਇਆ ਕਰਨ ਦਾ ਅਸੂਲ ਉਹ ਆਪਣੇ ਅੰਦਰ ਟਿਕਾ ਲੈਂਦਾ ਹੈ। ਅੰਤਰ ਜਾਣੈ ਸਰਬ ਦਇਆ, ਸਾਰੇ ਜੀਵਾਂ ਦੇ ਉੱਤੇ ਦਇਆ ਕਰਨ ਵਾਲਾ ਅਸੂਲ ਉਹ ਆਪਣੇ ਅੰਦਰ ਵਸਾ ਲੈਂਦਾ ਹੈ, ਅੰਦਰ ਜਾਣਦਾ ਹੈ, ਅੰਦਰ ਵਸਾ ਲੈਂਦਾ ਹੈ। ਕਿਹਦੇ ਅੰਦਰ ਇਹ ਅਸੂਲ ਵਸੇਗਾ? ਸਾਰਿਆਂ ਦੇ ਉੱਤੇ ਦਇਆ ਕਰਨਾ, ਜਿਸ ਇਨਸਾਨ ਨੂੰ ਸਹਿਯੋਗ ਦੀ ਲੋੜ ਹੈ ਉਹਨੂੰ ਸਹਿਯੋਗ ਦੇਣਾ, ਕਿਸੇ ਦੁਖੀ ਇਨਸਾਨ ਦਾ ਸਹਿਯੋਗ ਕਰਨਾ, ਜੇ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਉਹਨੂੰ ਪਿਆਰ ਦੇਣਾ, ਉਹਨੂੰ ਮਾਨਸਿਕ ਸਪੋਰਟ ਕਰਨੀ ਉਹਦੀ,
ਜੇ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਵਿੱਚ ਹੈ ਤਾਂ ਉਹਦਾ ਜੇ ਉਹ ਸਹਿਯੋਗ ਕਰ ਸਕਦਾ ਹੈ ਤਾਂ ਕਰਨਾ। ਯਾਨੀ ਦਇਆ ਕਰਨੀ, ਸੇਵਾ ਕਰਨੀ, ਇਸ ਅਸੂਲ ਨੂੰ ਉਹ ਆਪਣੇ ਅੰਦਰ ਵਸਾ ਲੈਂਦਾ ਹੈ। ਕੌਣ? ਜਿਹੜਾ ਜੀਵਤ ਭਾਵ ਤੋਂ ਮਰਦਾ ਹੈ, ਜੋ ਆਪਣੀ ਈਗੋ ਨੂੰ ਦੂਰ ਕਰ ਲੈਂਦਾ ਹੈ ਔਰ ਜੋ ਆਪਣੇ ਅੰਦਰੋਂ ਸਵਾਰਥ ਮੁਕਾ ਲੈਂਦਾ ਹੈ। ਉਹ ਇਨਸਾਨ ਆਪਣੇ ਅੰਦਰ ਸਾਰਿਆਂ ਵਾਸਤੇ ਦਇਆ ਦੇ ਭਾਵ ਨੂੰ ਟਿਕਾ ਲਵੇਗਾ ਤੇ ਅਸਲੀ ਜੋਗੀ ਉਹ ਹੈ। ਉਹ ਰੱਬ ਦੇ ਨਾਲ ਜੁੜਿਆ ਹੋਇਆ ਹੋ ਸਕਦਾ ਹੈ, ਬਾਕੀ ਪਹਿਨਾਵੇ ਦਾ ਨਾਮ ਨਹੀਂ ਹੈ। ਹੁਣ ਜੋਗੀ ਜੋ ਨੇ ਉਹ ਤੇ ਸੰਸਾਰ ਦਾ ਤਿਆਗ ਹੀ ਕਰ ਗਏ। ਉਹਨਾਂ ਨੇ ਤੇ ਸਮਾਜ ਦੇ ਅੰਦਰ ਆਪਣੇ ਮਾਂ-ਬਾਪ, ਭੈਣ ਭਰਾਵਾਂ ਦੇ ਫਰਜ਼ ਨੂੰ ਵੀ ਪੂਰਾ ਨਹੀਂ ਕੀਤਾ ਔਰ ਉਹ ਸਗੋਂ ਸਮਾਜ ਦੇ ਉੱਤੇ ਵਜਨ ਬਣ ਗਏ। ਉਹਨਾਂ ਸਿੱਧਾਂ ਦੇ ਕੋਲ ਬੇਸ਼ੱਕ ਕਿੰਨਾ ਵੀ ਗਿਆਨ ਹੋਵੇ, ਉਸ ਗਿਆਨ ਦਾ ਫਾਇਦਾ ਕੀ ਹੈ? ਉਹਨਾਂ ਸਮਾਧੀਆਂ ਦਾ ਲਾਭ ਕੀ ਹੈ ਜੋ ਕਿਸੇ ਦੀ ਸੇਵਾ ਨਹੀਂ ਕਰ ਪਾਉਂਦਾ, ਜਿਸ ਦੇ ਅੰਦਰ ਦਇਆ ਨਹੀਂ, ਜਿਸ ਦੇ ਅੰਦਰ ਪਿਆਰ ਨਹੀਂ, ਜੋ ਗੁਰੂ ਦੇ ਆਸ਼ੇ ਮੁਤਾਬਕ ਜ਼ਿੰਦਗੀ ਨਹੀਂ ਜੀ ਰਿਹਾ। ਤੇ ਇਹਨੂੰ ਜਦੋਂ ਤੁਸੀਂ ਅੱਜ ਦੇ ਸੰਦਰਭ ਵਿੱਚ ਵੇਖੋਗੇ ਨਾ, ਉਦੋਂ ਸਿੱਧ ਪੀਰ ਸਨ, ਜੋਗੀ ਸਨ, ਉਹ ਵਿਚਰ ਰਹੇ ਸਨ ਜੰਗਲਾਂ ਦੇ ਅੰਦਰ। ਲੇਕਿਨ ਅੱਜ ਬਹੁਤ ਸਾਰੇ ਸਾਧੂ ਬਾਬਿਆਂ ਨੇ ਆਪਣੇ ਪੱਕੇ ਹੀ ਡੇਰੇ ਬਣਾ ਲਏ ਨੇ। ਸੇਮ ਕੰਡੀਸ਼ਨ ਹੈ। ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਨਾਨਕ ਤਾਕੋ ਮਿਲੇ ਵਡਾਈ, ਆਪ ਪਛਾਣੇ ਸਰਬ ਜੀਆਂ। ਹੁਣ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਉਸ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਇਹਨੂੰ ਇੱਜ਼ਤ ਮਿਲਦੀ ਹੈ, ਆਪ ਪਛਾਣੇ ਸਰਬ ਜੀਆਂ, ਜੋ ਸਾਰੇ ਜੀਆਂ ਦੇ ਵਿੱਚ ਆਪਣੇ ਆਪੇ ਨੂੰ ਵੇਖਦਾ ਹੈ, ਜੋ ਸਾਰੇ ਜੀਆਂ ਵਿੱਚ ਆਪਣੇ ਆਪੇ ਨੂੰ ਵੇਖਦਾ ਹੈ, ਉਹਨੂੰ ਇੱਜ਼ਤ ਮਿਲਦੀ ਹੈ। ਹੁਣ ਆਮ ਜੋ ਅਸੀਂ ਇਸ ਦੁਨੀਆ ਵਿੱਚ ਜੋ ਬਹੁਤਾਤ ਗਿਣਤੀ ਹੈ ਨਾ, ਬੰਦੇ ਦੀ ਪ੍ਰੋਬਲਮ ਕੀ ਹੈ ਕਿ ਉਹ ਆਪਣੇ ਆਪ ਨੂੰ ਦੂਜੇ ਦੇ ਅੰਦਰ ਵੇਖਦਾ ਨਹੀਂ। ਅਸੀਂ ਆਪਣੇ ਐਂਗਲ ਤੋਂ ਦੇਖਦੇ ਹਾਂ ਹਰ ਇੱਕ ਨੂੰ। ਇਸੇ ਕਰਕੇ ਸਾਡੇ ਵਾਦ ਵਿਵਾਦ ਨੇ, ਇਸੇ ਕਰਕੇ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਆਪ ਪਛਾਣੇ ਸਰਬ ਜੀਆਂ, ਆਪਣੇ ਆਪ ਨੂੰ ਦੂਜੇ ਦੇ ਵਿੱਚ ਵੇਖ। ਇਹਦਾ ਮਤਲਬ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸੁੱਖ, ਜੋ ਇੱਜ਼ਤ ਮਾਣ ਮੈਂ ਆਪਣੇ ਵਾਸਤੇ ਚਾਹੁੰਦਾ ਹਾਂ, ਉਹ ਇੱਜ਼ਤ ਮਾਣ ਔਰ ਸੁੱਖ ਦੂਜਿਆਂ ਨੂੰ ਮਿਲਣਾ ਚਾਹੀਦਾ ਹੈ। ਉਹ ਇੱਜ਼ਤ ਮਾਣ ਸੁੱਖ ਦੂਜਿਆਂ ਨੂੰ ਵੀ ਮਿਲਣਾ ਚਾਹੀਦਾ ਹੈ। ਉਹ ਇਹੋ ਜੀ ਸੋਚ ਰੱਖੇਗਾ ਤੇ ਐਸੀ ਸੋਚ ਇਸ ਦੁਨੀਆ ਦੇ ਵਿੱਚ ਕਿੰਨੀ ਕਿ ਅਸੀਂ ਜੇ ਪਰਿਵਾਰਾਂ ਦੇ ਵਿੱਚ ਇਸ ਚੀਜ਼ ਨੂੰ ਲਾਗੂ ਕਰੀਏ ਨਾ, ਤਾਂ ਸਾਡੇ ਪਰਿਵਾਰ ਸਵਰਗ ਹੋ ਸਕਦੇ ਨੇ। ਮੰਨ ਲਓ ਮੈਂ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਪਰਿਵਾਰ ਵਾਲੇ ਸਾਰੇ ਮੈਂਬਰ ਜਿਹੜੇ ਨੇ ਉਹ ਮੇਰੀ ਇੱਜ਼ਤ ਕਰਨ, ਮੈਨੂੰ ਮਾਣ ਆਦਰ ਦੇਣ, ਤਾਂ ਫਿਰ ਮੈਂ ਆਪਣੇ ਆਪ ਨੂੰ ਉਹਨਾਂ ਵਿੱਚ ਪਛਾਣਾ। ਤਾਂ ਇਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਇੱਜ਼ਤ ਮਾਣ ਮੈਂ ਆਪਣੇ ਪਰਿਵਾਰ ਤੋਂ, ਬੱਚਿਆਂ ਤੋਂ, ਪਤਨੀ ਤੋਂ, ਨੂੰਹ ਤੋਂ, ਪੋਤਰੀ ਤੋਂ ਚਾਹੁੰਦਾ ਹਾਂ, ਮੈਂ ਉਹਨਾਂ ਨੂੰ ਵੀ ਉਹ ਇੱਜ਼ਤ ਮਾਣ ਸਤਿਕਾਰ ਦਿਆਂ। ਮੈਂ ਇਹ ਚੀਜ਼ ਵੇਖਾਂ ਕਿ ਉਹਨਾਂ ਦੇ ਅੰਦਰ ਵੀ ਇਹੀ ਦਿਲ ਹੈ, ਉਹਨਾਂ ਦੇ ਅੰਦਰ ਵੀ ਇਹ ਦਿਮਾਗ ਹੈ, ਉਹਨਾਂ ਦੇ ਅੰਦਰ ਵੀ ਇਹ ਭਾਵਨਾਵਾਂ ਨੇ। ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਵਾਂਗਾ। ਤੇ ਜੇ ਇਸੇ ਤਰ੍ਹਾਂ ਮੇਰੇ ਪਰਿਵਾਰ ਦੇ ਮੈਂਬਰ ਸਮਝਣ ਕਿ ਜੋ ਅਸੀਂ ਪਿਤਾ ਤੋਂ ਚਾਹੁੰਦੇ ਹਾਂ ਵੀ ਅਸੀਂ ਵੀ ਉਸੇ ਤਰ੍ਹਾਂ ਕਰੀਏ, ਵੀ ਉਹਦੇ ਅੰਦਰ ਵੀ ਉਹੀ ਦਿਲ ਹੈ, ਤਾਂ ਦੇਖੋ ਪਰਿਵਾਰ ਕਿੰਨਾ ਸੁਹਾਵਣਾ ਹੋ ਜਾਏਗਾ। ਤੇ ਜੇ ਸਮਾਜ ਦੇ ਅੰਦਰ ਹਰ ਬੰਦਾ ਇਹ ਸੋਚੇ ਕਿ ਜੋ ਮੈਂ ਸਮਾਜ ਕੋਲੋਂ ਆਪਣੇ ਵਾਸਤੇ ਚਾਹੁੰਦਾ ਹਾਂ, ਸੁੱਖ, ਆਰਾਮ, ਇੱਜ਼ਤ, ਪਿਆਰ, ਤਾਂ ਇਹਨਾਂ ਲੋਕਾਂ ਦੇ ਵਿੱਚ ਵੀ ਉਹੀ ਦਿਲ ਹੈ, ਇਹਨਾਂ ਦੇ ਵਿੱਚ ਵੀ ਉਹੀ ਭਾਵਨਾ ਹੈ, ਇਹਨਾਂ ਵਿੱਚ ਵੀ ਉਹੀ ਪ੍ਰਭੂ ਦੀ ਜੋਤ ਹੈ। ਮੈਂ ਇਹਨਾਂ ਨੂੰ ਵੀ ਉਹ ਮਾਣ, ਆਦਰ ਔਰ ਸਤਿਕਾਰ ਦਿਆਂ। ਜਦੋਂ ਇਹ ਭਾਵਨਾ ਹੋ ਜਾਏਗੀ ਤਾਂ ਫਿਰ ਮਾਣ, ਆਦਰ, ਸਤਿਕਾਰ ਮਿਲੇਗਾ, ਤਾਂ ਇਹ ਸਮਾਜ ਜਿਹੜਾ ਹੈ ਬਦਲ ਜਾਏਗਾ। ਪਹਿਲੀ ਗੱਲ ਇਹ। ਦੂਜੀ ਗੱਲ ਇਹ ਹੈ ਕਿ ਜੇ ਕਿਸੇ ਦੇ ਅੰਦਰ ਗਲਤੀਆਂ ਨੇ, ਮੰਨ ਲਓ ਕੋਈ ਬੰਦਾ ਗਲਤ ਹੈ, ਜੇ ਕੋਈ ਬੰਦਾ ਗਲਤ ਹੈ, ਉਹਦੇ ਵਿਚਾਰ ਥੋੜੇ ਠੀਕ ਨਹੀਂ ਹਨ ਜਾਂ ਉਸ ਦੇ ਅੰਦਰ ਕੁਝ ਔਗਣ ਆ ਗਏ ਨੇ, ਤਾਂ ਹੁਣ ਉੱਥੇ ਤੁਸੀਂ ਆਪਣੇ ਆਪ ਨੂੰ ਖਿਲਾਰ ਕੇ ਵੇਖੋ। ਇਹ ਚੀਜ਼ ਬੜੀ ਸਮਝਣ ਵਾਲੀ ਹੈ। ਮੰਨ ਲਓ ਮੇਰੇ ਵਿੱਚ ਕੁਝ ਔਗਣ ਨੇ, ਕੁਝ ਦੋਸ਼ ਨੇ, ਤਾਂ ਇਹ ਦੋਸ਼ ਮੇਰੇ ਵਿੱਚ ਕਿੱਥੋਂ ਆਏ ਨੇ? ਹੁਣ ਮੇਰੇ ਪਰਿਵਾਰ ਵਿੱਚੋਂ ਮਾਂ-ਬਾਪ ਨੇ, ਮੇਰਾ ਸਮਾਜ ਹੈ, ਜਿੱਥੇ ਮੈਂ ਪਲਿਆ ਹਾਂ, ਜਿੱਥੇ ਮੈਂ ਸਕੂਲ ਵਿੱਚ ਪੜ੍ਹਿਆ ਹਾਂ, ਜੋ ਮੇਰੇ ਸੰਗੀ ਸਾਥੀ ਨੇ, ਉਹਨਾਂ ਦੇ ਵਿੱਚੋਂ ਸਾਰਾ ਕੁਛ ਆ ਰਿਹਾ ਨਾ, ਜੋ ਲਿਟਰੇਚਰ ਪੜ੍ਹਿਆ ਹੈ, ਜੋ ਰੇਡੀਓ, ਟੀਵੀ ਵਗੈਰਾ ਵਗੈਰਾ, ਉਥੋਂ ਇਹ ਸਾਰਾ ਕੁਛ ਮੇਰਾ ਐਵੇਂ ਦਾ ਸੁਭਾਅ ਬਣ ਗਿਆ।
ਹੁਣ ਤੁਸੀਂ ਇਹ ਸੋਚੋ ਕਿ ਜੇ ਤੁਸੀਂ ਤੁਹਾਡੇ ਵਿੱਚੋਂ ਕੋਈ ਵੀ ਵੀਰ, ਮੰਨ ਲਓ ਸਾਹਮਣੇ ਵੀਰ ਦਵਿੰਦਰ ਸਿੰਘ ਤੂਰ ਬੈਠੇ ਨੇ, ਇਹ ਸੋਚਣ ਕਿ ਉਹ ਮੇਰੇ ਮਾਂ ਪਿਓ ਦੇ ਘਰ ਜਨਮੇ ਹੁੰਦੇ, ਉਹਨਾਂ ਦਾ ਨਾਮ ਮੋਹਰ ਸਿੰਘ ਹੁੰਦਾ, ਤਾਂ ਫਿਰ ਅੱਜ ਜੋ ਕੁਛ ਮੈਂ ਕਰ ਰਿਹਾ ਸਾਂ ਉਹ ਉਹਨਾਂ ਨੇ ਕਰ ਰਿਹਾ ਹੋਣਾ ਸੀ, ਉਹ ਤੁਸੀਂ ਕਰ ਰਿਹਾ ਹੋਣਾ ਸੀ। ਤੁਹਾਡੇ ਮਾਂ-ਬਾਪ ਮੇਰੇ ਮਾਂ-ਬਾਪ ਹੁੰਦੇ, ਮੈਂ ਤੁਹਾਡੇ ਕੰਡੀਸ਼ਨ ਦੇ ਵਿੱਚ ਜੰਮਿਆ ਪਲਿਆ ਹੁੰਦਾ, ਤਾਂ ਅੱਜ ਜੋ ਤੁਸੀਂ ਕਰ ਰਹੇ ਹੋ ਉਹ ਮੈਂ ਕਰ ਰਿਹਾ ਹੋਣਾ ਸੀ। ਇਹ ਗੱਲ ਸਮਝ ਆ ਗਈ ਨਾ? ਤਾਂ ਫਿਰ ਇਹਦੇ ਵਿੱਚ ਹੁਣ ਪ੍ਰੋਬਲਮ ਕੀ ਹੈ ਕਿ ਜੋ ਮੇਰੇ ਵਿੱਚ ਦੋਸ਼ ਆਏ ਨੇ ਉਹ ਸਿਸਟਮ ਦੇ ਵਿੱਚੋਂ ਆ ਗਏ ਨੇ। ਜਦੋਂ ਅਸੀਂ ਇਹ ਗੱਲ ਸਮਝਾਂਗੇ ਨਾ, ਤਾਂ ਫਿਰ ਅਸੀਂ ਉਹਦੇ ਨਾਲ ਮਿਲਵਰਤਨ ਠੀਕ ਬਣਾ ਸਕਾਂਗੇ ਔਰ ਉਸ ਮੁਤਾਬਕ ਉਸ ਬੰਦੇ ਨੂੰ ਅਸੀਂ ਗਾਈਡ ਵੀ ਕਰ ਸਕਾਂਗੇ ਕਿ ਇਹਦੀਆਂ ਪ੍ਰੋਬਲਮਸ ਇਸ ਕਾਰਨ ਕਰਕੇ ਨੇ। ਉਹਨਾਂ ਕਾਰਨਾਂ ਨੂੰ ਸਮਝਿਆ ਜਾ ਸਕੇਗਾ ਔਰ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਸਤੇ ਸਾਧਨ ਲੱਭੇ ਜਾ ਸਕਣਗੇ। ਇਸ ਲਈ ਆਪਣੇ ਆਪ ਨੂੰ ਸਾਰਿਆਂ ਦੇ ਵਿੱਚ ਵੇਖੋ ਕਿ ਜੋ ਸੁਖ ਆਰਾਮ ਤੁਸੀਂ ਆਪ ਚਾਹੁੰਦੇ ਹੋ, ਉਹ ਸੁਖ ਆਰਾਮ ਦੂਜਿਆਂ ਨੂੰ ਵੀ ਦਿਓ, ਉਹ ਮਾਣ ਦਿਓ। ਜਿਹੜੇ ਬੋਲ ਤੁਸੀਂ ਆਪਣੇ ਵਾਸਤੇ ਪਸੰਦ ਨਹੀਂ ਨਾ ਕਰਦੇ, ਉਹ ਬੋਲ ਦੂਜੇ ਵਾਸਤੇ ਨਾ ਬੋਲੋ। ਜਿਹੜਾ ਵਿਹਾਰ ਤੁਸੀਂ ਆਪਣੇ ਵਾਸਤੇ ਪਸੰਦ ਨਹੀਂ ਕਰਦੇ, ਉਹ ਵਿਹਾਰ ਦੂਜੇ ਦੇ ਨਾਲ ਨਾ ਕਰੋ। ਜੇ ਕਿਸੇ ਨੂੰ ਸੁੱਖ ਨਹੀਂ ਦੇ ਸਕਦੇ ਤਾਂ ਘੱਟ ਤੋਂ ਘੱਟ ਦੁੱਖ ਵੀ ਨਾ ਦਿਓ। ਜੇ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਤਾਂ ਕਿਸੇ ਦੀਆਂ ਲੱਤਾਂ ਵੀ ਨਾ ਖਿੱਚੋ। ਤਾਂ ਗੁਰੂ ਜੀ ਕਹਿੰਦੇ ਨੇ ਉਸ ਇਨਸਾਨ ਨੂੰ ਵਡਿਆਈ ਮਿਲਦੀ ਹੈ ਜਿਹੜਾ ਸਾਰਿਆਂ ਦੇ ਅੰਦਰ ਆਪਣੇ ਆਪੇ ਨੂੰ ਵੇਖਦਾ ਹੈ। ਤਾਂ ਜਦੋਂ ਅਸੀਂ ਆਪਣਾ ਆਪਾ ਸਾਰੇ ਜਗਤ ਦੇ ਅੰਦਰ ਪਸਰਿਆ ਹੋਇਆ ਵੇਖਾਂਗੇ ਤਾਂ ਫਿਰ ਸਾਡੇ ਅੰਦਰੋਂ ਬੇਗਾਨੀਅਤ ਮਿਟੇਗੀ, ਭਰਾਤਰੀ ਭਾਵ ਪੈਦਾ ਹੋਏਗਾ, ਇਹ ਪੂਰੇ ਦਾ ਪੂਰਾ ਸਮਾਜ ਬਦਲੇਗਾ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਸਾਚੋਂ ਦਾ ਮਤਲਬ ਸੱਚੇ ਕਾਇਮ ਰਹਿਣ ਵਾਲੇ ਪ੍ਰਭੂ ਤੋਂ, ਸੂਚੇ ਦਾ ਮਤਲਬ ਪਵਿੱਤਰ ਮਨੁੱਖ, ਏਕ ਮਇਆ ਦਾ ਮਤਲਬ ਇੱਕ ਮਿਕ, ਇੱਕ ਰੂਪ ਹੋ ਜਾਣਾ, ਇੱਕ ਰੂਪ ਹੋ ਜਾਣਾ। ਹੁਣ ਸਾਚੋਂ ਉਪਜੈ ਸਾਚ ਸਮਾਵੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਨਾ, ਉਹਨੂੰ ਇਹ ਪਤਾ ਹੁੰਦਾ ਹੈ ਕਿ ਸੱਚੇ ਪ੍ਰਭੂ ਤੋਂ ਮੈਂ ਪੈਦਾ ਹੋਇਆ ਤੇ ਸੱਚੇ ਵਿੱਚ ਹੀ ਉਹ ਲੀਨ ਰਹਿੰਦਾ ਹੈ। ਪ੍ਰਭੂ ਔਰ ਗੁਰਮੁਖ ਜੋ ਰੱਬ ਦੇ ਅੰਦਰ ਮਿਲਣ ਵਾਲਾ ਹੈ, ਉਹ ਇੱਕਮਿਕ ਹੋ ਜਾਂਦੇ ਨੇ। ਸਾਚੋਂ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਸੂਚੇ ਦਾ ਮਤਲਬ ਪਵਿੱਤਰ ਜਿਹੜੇ ਮਨੁੱਖ ਨੇ, ਜਿਹੜੇ ਪਵਿੱਤਰ ਮਨੁੱਖ ਨੇ, ਸੱਚਾ ਪੁਰਸ਼ ਸੱਚ ਤੋਂ ਉਤਪੰਨ ਹੁੰਦਾ ਹੈ, ਸੱਚ ਦੇ ਅੰਦਰ ਹੀ ਲੀਨ ਹੋ ਜਾਂਦਾ ਹੈ, ਤੇ ਜੋ ਸੱਚੇ ਪੁਰਸ਼ ਨੇ ਸੱਚੇ ਸੁਆਮੀ ਦੇ ਨਾਲ ਇੱਕਮਿਕ ਰਹਿੰਦੇ ਨੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਅਸੀਂ ਪੈਦਾ ਕਿੱਥੋਂ ਹੋਏ ਆ। ਇੱਕ ਰੱਬ ਹੀ ਪਸਰਿਆ ਹੋਇਆ ਨਾ, ਨਿਰਗੁਣ ਹੀ ਸਰਗੁਣ ਹੋ ਗਿਆ ਹੈ। ਅਵਿਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ, ਉਹ ਅਵਿਅਕਤ ਹੀ ਪ੍ਰਗਟ ਹੋਇਆ ਹੈ, ਨਿਰਗੁਣ ਤੋਂ ਸਰਗੁਣ ਹੋਇਆ ਹੈ। ਯਾਨੀ ਅਸੀਂ ਇੱਕ ਨੂਰ ਤੋਂ ਹੀ ਪੈਦਾ ਹੋਇਆ ਨਾ, ਏਕ ਨੂਰ ਤੇ ਸਭ ਜਗ ਉਪਜਿਆ। ਤੇ ਜੋ ਨੂਰ ਤੋਂ ਪੈਦਾ ਹੋਇਆ ਹੈ ਉਹ ਸੱਚਾ ਹੈ। ਸਾਡੇ ਅੰਦਰ ਝੂਠ ਫਰੇਬ ਬਾਅਦ ਵਿੱਚ ਆਏ ਨੇ, ਸਾਡੇ ਅੰਦਰ ਸ਼ੁਰੂ ਤੋਂ ਸੱਚਾਈ ਸੀ। ਤੇ ਕੁਦਰਤ ਦਾ ਇਹ ਅਸੂਲ ਹੈ ਕਿ ਜਿੱਥੋਂ ਇੱਕ ਚੀਜ਼ ਨੂੰ ਹਟਾਓ ਉੱਥੇ ਦੂਜੀ ਚੀਜ਼ ਆ ਜਾਂਦੀ ਹੈ। ਜਿਵੇਂ ਪਾਣੀ ਦਾ ਇੱਕ ਗਲਾਸ ਤੁਸੀਂ ਖਾਲੀ ਕਰੋ, ਗਲਾਸ ਖਾਲੀ ਹੋ ਗਿਆ, ਲੇਕਿਨ ਉੱਥੇ ਕੁਦਰਤ ਨੇ ਹਵਾ ਭੇਜ ਦਿੱਤੀ, ਉੱਥੇ ਹਵਾ ਆ ਗਈ, ਹਵਾ ਦੇ ਨਾਲ ਉਹ ਭਰ ਗਿਆ। ਜਦੋਂ ਤੁਸੀਂ ਲਾਈਟ ਆਫ ਕਰੋਗੇ ਤਾਂ ਹਨੇਰਾ ਆਟੋਮੈਟਿਕਲੀ ਆ ਜਾਏਗਾ। ਜਦੋਂ ਸੱਚ ਨੂੰ ਲਾਂਭੇ ਕਰ ਦਿਓਗੇ ਤਾਂ ਝੂਠ ਆਟੋਮੈਟਿਕਲੀ ਆ ਜਾਏਗਾ। ਪ੍ਰੇਮ ਨੂੰ ਆਪਣੇ ਅੰਦਰੋਂ ਪਾਸੇ ਕਰ ਦਿਓਗੇ ਤਾਂ ਈਰਖਾ ਦਵੇਸ਼ ਆਟੋਮੈਟਿਕਲੀ ਆ ਜਾਏਗੀ। ਹੁਣ ਸੱਚ ਤੋਂ ਜਿਹੜਾ ਉਪਜਿਆ ਹੈ ਉਹ ਸੱਚ ਦੇ ਅੰਦਰ ਹੀ ਸਮਾਇਆ ਰਹਿੰਦਾ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਨਾ, ਉਹ ਸੱਚ ਦੇ ਅੰਦਰ ਹੀ ਸਮਾਇਆ ਰਹਿੰਦਾ ਹੈ। ਸਾਚੇ ਸੂਚੇ ਏਕ ਮਇਆ, ਤੇ ਜਿਹੜੇ ਸੁੱਚੇ ਲੋਕ ਨੇ, ਸੱਚੇ, ਉਹ ਸੱਚੇ ਪ੍ਰਭੂ ਦੇ ਅੰਦਰ ਸਮਾ ਕੇ ਇੱਕ ਰੂਪ ਹੋ ਜਾਂਦੇ ਨੇ। ਤਾਂ ਇਥੋਂ ਸਾਨੂੰ ਇਹ ਸਿਧਾਂਤ ਮਿਲ ਰਿਹਾ ਹੈ ਕਿ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਗੁਰੂ ਗਿਆਨ ਮੁਤਾਬਕ ਸੱਚ ਨੂੰ ਸਮਝ ਕੇ, ਸੱਚ ਦੇ ਅੰਦਰ ਆਪਣੀ ਸੁਰਤ ਨੂੰ ਇੱਕਮਿਕ ਕਰ ਲੈਣਾ ਹੀ ਰੱਬ ਦੀ ਪ੍ਰਾਪਤੀ ਹੈ। ਸੱਚ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਸੱਚ ਦੇ ਅੰਦਰ ਆਪਣੀ ਸੁਰਤ ਨੂੰ ਲੀਨ ਕਰ ਦੇਣਾ, ਰੱਬ ਦੇ ਵਿੱਚ ਇੱਕਮਿਕ ਹੋ ਜਾਣਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਜੇ ਸਾਡੀ ਇਹ ਚੀਜ਼ ਸਮਝ ਵਿੱਚ ਆ ਜਾਏ ਤਾਂ ਜੋ ਸਾਡੇ ਰੱਬ ਦੇ ਮਿਲਾਪ ਦੀਆਂ ਜੋ ਸਮੱਸਿਆਵਾਂ ਨੇ ਉਹ ਸਾਡੀਆਂ ਖਤਮ ਹੋ ਜਾਣਗੀਆਂ।
ਰੱਬ ਕੀ ਸੱਚਾਈ ਹੈ ਤੇ ਉਸ ਸੱਚਾਈ ਤੋਂ ਅਸੀਂ ਪੈਦਾ ਹੋਏ ਆ। ਉਸ ਸੱਚਾਈ ਦੇ ਅੰਦਰ ਆਪਣੀ ਸੁਰਤ ਨੂੰ ਲੀਨ ਕਰਨਾ ਹੈ। ਜਿਨਨੇ ਆਪਣੀ ਸੁਰਤ ਨੂੰ ਸੱਚ ਵਿੱਚ ਲੀਨ ਕਰ ਦਿੱਤਾ ਉਹ ਰੱਬ ਦੇ ਵਿੱਚ ਲੀਨ ਹੋ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰਮੁਖ ਇਨਸਾਨ ਹੈ ਸੱਚ ਤੋਂ ਪੈਦਾ ਹੁੰਦਾ ਹੈ, ਸੱਚ ਵਿੱਚ ਸਮਾ ਜਾਂਦਾ ਹੈ ਔਰ ਸੱਚ ਦੇ ਨਾਲ ਉਹ ਇੱਕ ਮਿਕ ਹੋਇਆ ਰਹਿੰਦਾ। ਝੂਠੇ ਆਵੇਂ ਖਬਰ ਨਾ ਪਾਵਹਿ, ਦੂਜੇ ਆਵਾ ਗਾਉਣ ਪਿਆ। ਦੂਜੇ ਦਾ ਮਤਲਬ ਦੂਜੇ ਭਾਵ ਵਿੱਚ ਤੇ ਆਵਾਗਾਉਣ ਦਾ ਮਤਲਬ ਭਟਕਣਾ। ਆਵਾਗਮਨ ਦਾ ਮਤਲਬ ਕੀ ਹੈ ਜੀ? ਭਟਕਣਾ। ਝੂਠੇ ਆਵੇਂ, ਪਰ ਜਿਹੜੇ ਝੂਠੇ ਨੇ ਉਹ ਜਗਤ ਵਿੱਚ ਆਉਂਦੇ ਨੇ। ਝੂਠੇ ਕੌਣ ਨੇ? ਜਿਹੜੇ ਨਾਸ਼ਵੰਤ ਪਦਾਰਥਾਂ ਵਿੱਚ ਲੱਗੇ ਨੇ, ਜੋ ਝੂਠ ਦੇ ਅੰਦਰ ਲੱਗੇ ਨੇ। ਸੱਚੇ ਉਹ ਨੇ ਜੋ ਸੱਚ ਵਿੱਚ ਲੱਗੇ ਨੇ। ਝੂਠੇ ਉਹ ਨੇ ਜਿਨ੍ਹਾਂ ਨੇ ਸੱਚ ਨੂੰ ਆਪਣੀ ਜ਼ਿੰਦਗੀ ਚੋਂ ਕਿਨਾਰਾ ਕਰ ਦਿੱਤਾ ਹੈ, ਸੱਚ ਨੂੰ ਲਾਂਭੇ ਕਰ ਦਿੱਤਾ ਹੈ। ਤੇ ਜਿਨ੍ਹਾਂ ਦੇ ਜੀਵਨ ਵਿੱਚ ਸੱਚ ਨਹੀਂ, ਉਹਨਾਂ ਦੇ ਜੀਵਨ ਵਿੱਚ ਝੂਠ ਹੋਵੇਗਾ। ਤੇ ਜੋ ਝੂਠੇ ਪਦਾਰਥਾਂ ਵਿੱਚ ਲੱਗੇ ਹੋਏ ਆਏ ਨੇ, ਜਗਤ ਵਿੱਚ ਜ਼ਿੰਦਗੀ ਜੀ ਰਹੇ ਨੇ, ਠਵਰ ਨਾ ਪਾਵੇਂ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ। ਟਿਕਾਣਾ ਦਾ ਮਤਲਬ ਉਹਨਾਂ ਦੀ ਸੁਰਤ ਟਿਕਦੀ ਨਹੀਂ, ਉਹਨਾਂ ਦਾ ਮਨ ਟਿਕਾਵ ਵਿੱਚ ਨਹੀਂ ਹੈ। ਕਿਉਂਕਿ ਜਿਹੜਾ ਬੰਦਾ ਸੱਚ ਨਾਲ ਜੁੜ ਗਿਆ ਉਹਦੀ ਸੁਰਤ ਤਾਂ ਟਿਕ ਗਈ, ਸੱਚ ਦੇ ਵਿੱਚ ਮਨ ਲੱਗ ਗਿਆ। ਪਰ ਹੁਣ ਜੋ ਸੱਚ ਦੇ ਵਿੱਚ ਨਹੀਂ ਟਿਕਿਆ ਉਹਦਾ ਮਨ ਅਨੇਕਾਂ ਵਿਕਾਰਾਂ ਵੱਲ ਭਟਕੇਗਾ। ਜਿੱਥੇ ਸੱਚ ਨਹੀਂ ਹੈ ਉੱਥੇ ਬਾਕੀ ਸਾਰੇ ਵਿਕਾਰ ਆਟੋਮੈਟਿਕਲੀ ਆ ਜਾਣਗੇ। ਸੱਚ ਜਿੱਥੇ ਨਹੀਂ ਉੱਥੇ ਝੂਠ ਵੀ ਆਏਗਾ, ਉੱਥੇ ਵਿਕਾਰ ਵੀ ਆਉਣਗੇ, ਪਾਪ ਵੀ ਆਉਣਗੇ, ਈਰਖਾ ਦਵੇਸ਼ ਵੀ ਆਏਗੀ, ਵੈਰ ਵਿਰੋਧ ਵੀ ਆਏਗਾ, ਹੰਕਾਰ ਵੀ ਆਏਗਾ, ਕਿੰਨੇ ਸਾਰੇ। ਤੇ ਚਾਰ ਚੁਫੇਰੇ ਫਿਰੇ ਮਨ ਜਿਹੜਾ ਹੈ ਭਟਕਦਾ ਰਹੇਗਾ, ਉਹਨੂੰ ਟਿਕਾਵ ਨਹੀਂ ਮਿਲਦਾ, ਉਹਦਾ ਮਨ ਭਟਕਦਾ ਰਹਿੰਦਾ ਹੈ। ਝੂਠੇ ਇਸ ਦੁਨੀਆ ਵਿੱਚ ਆਉਂਦੇ ਨੇ ਜੋ ਝੂਠ ਦੇ ਨਾਲ ਲੱਗੇ ਨੇ, ਉਹਨਾਂ ਨੂੰ ਟਿਕਾਵ ਨਹੀਂ ਮਿਲਦਾ। ਦੂਜੇ ਆਵਾਗਾਉਣ ਪਿਆ। ਦੂਜੇ ਦਾ ਮਤਲਬ ਦ્વੈਤ ਭਾਵ ਵਿੱਚ ਸੱਚ ਨੂੰ ਛੱਡ ਕੇ ਹੋਰ ਦੀ ਪ੍ਰੀਤ, ਉਹਦੇ ਕਰਕੇ ਉਹਨਾਂ ਦਾ ਭਟਕਣਾ ਬਣੀ ਰਹਿੰਦੀ ਹੈ। ਉਹਨਾਂ ਦੇ ਮਨ ਵਿੱਚ ਭਟਕਣਾ ਹੈ, ਮਨ ਭਟਕਦਾ ਰਹਿੰਦਾ ਹੈ, ਕਿਤੇ ਟਿਕਾਵ ਨਹੀਂ ਮਿਲਦਾ। ਔਰ ਐਸੇ ਲੋਕ ਵਿਕਾਰਾਂ ਦੇ ਅੰਦਰ ਖਚਤ ਹੋ ਕੇ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਭਟਕਦਿਆਂ ਗਵਾ ਦਿੰਦੇ ਨੇ। ਇੱਕ ਪਲ ਵਾਸਤੇ ਵੀ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਆਪ ਵੀ ਸ਼ਾਂਤ ਨਹੀਂ ਰਹਿੰਦੇ ਤੇ ਐਸੇ ਲੋਕ ਦੂਜਿਆਂ ਨੂੰ ਵੀ ਸ਼ਾਂਤ ਨਹੀਂ ਰਹਿਣ ਦਿੰਦੇ। ਆਪ ਵੀ ਉਹ ਦੁਖੀ ਨੇ ਔਰ ਸੰਸਾਰ ਅਤੇ ਸਮਾਜ ਵਿੱਚ ਵੀ ਉਹ ਦੁੱਖ ਦਾ ਕਾਰਨ ਬਣਦੇ ਨੇ। ਇਸ ਲਈ ਇਹ ਜੋਗੀਓ ਸੱਚ ਦੇ ਨਾਲ ਜੁੜਨ ਦੀ ਜ਼ਰੂਰਤ ਹੈ। ਸੱਚ ਨੂੰ ਛੱਡ ਕੇ, ਰੱਬੀ ਸਿਸਟਮ ਨੂੰ ਛੱਡ ਕੇ ਦ્વੈਤ ਦੇ ਨਾਲ ਪ੍ਰੀਤ ਪਾਇਆ। ਇਹ ਭਟਕਣਾ ਮਿਟ ਨਹੀਂ ਸਕਦੀ, ਤਾਂ ਇਸ ਭਟਕਣਾ ਨੂੰ ਮਿਟਾਉਣ ਵਾਸਤੇ ਸੱਚ ਦੇ ਨਾਲ ਜੁੜਨ ਦਾ ਯਤਨ ਕਰੋ। ਆਵਾ ਗਾਉਣ ਮਿਟੇ ਗੁਰ ਸ਼ਬਦੀ, ਆਪੇ ਬਖਸ਼ੈ ਆਪੇ ਪਰਖੈ ਬਖਸ਼ ਲਿਆ। ਆਵਾ ਗਾਉਣ ਮਿਟੇ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਇਹ ਜੋ ਆਵਾ ਗਾਉਣ ਹੈ, ਆਵਾ ਗਾਉਣ ਦਾ ਮਤਲਬ ਕੀ ਹੈ ਜੀ? ਬੋਲ ਕੇ ਦੱਸੋਗੇ? ਆਵਾ ਗਾਉਣ ਭਟਕਣਾ, ਆਵਾ ਗਾਉਣ ਭਟਕਣਾ। ਮਿਟੇ ਗੁਰ ਸ਼ਬਦੀ, ਇਹ ਜੋ ਭਟਕਣਾ ਹੈ ਮਨ ਦੀ, ਇਹ ਗੁਰੂ ਦੇ ਸ਼ਬਦ ਰਾਹੀਂ, ਗਿਆਨ ਰਾਹੀਂ ਮਿਟੇਗੀ। ਗਿਆਨ ਰਾਹੀਂ, ਜੇ ਸਾਨੂੰ ਆਪਣੀ ਜ਼ਿੰਦਗੀ ਦਾ ਗਿਆਨ ਹੋ ਜਾਏ ਕਿ ਕੀ ਸੱਚ ਹੈ, ਕੀ ਝੂਠ ਹੈ, ਕੀ ਗਲਤ ਹੈ, ਕੀ ਠੀਕ ਹੈ, ਕੀ ਆਤਮ ਹੈ, ਕੀ ਅਨਾਤਮ ਹੈ, ਕੀ ਧਰਮ ਹੈ, ਕੀ ਅਧਰਮ ਹੈ, ਕੀ ਪੁੰਨ ਹੈ, ਕੀ ਪਾਪ ਹੈ, ਕੀ ਹਾਨੀ ਹੈ, ਕੀ ਲਾਭ ਹੈ, ਕੀ ਜੀਵਨ ਹੈ, ਕੀ ਮੌਤ ਹੈ, ਕੀ ਸੁੱਖ ਹੈ, ਕੀ ਦੁੱਖ ਹੈ, ਜੇ ਇਹਨਾਂ ਚੀਜ਼ਾਂ ਦੀ ਸਮਝ ਆ ਜਾਏ ਤਾਂ ਬੰਦਾ ਸੱਚ ਦੇ ਨਾਲ ਜੁੜ ਜਾਏਗਾ ਤੇ ਉਸ ਬੰਦੇ ਦੀ ਭਟਕਣਾ ਮਿਟ ਜਾਏਗੀ, ਉਹਨੂੰ ਆਪਣੀ ਜ਼ਿੰਦਗੀ ਦਾ ਗੋਲ ਮਿਲ ਜਾਏਗਾ। ਜਿਸ ਮਨੁੱਖ ਦਾ ਕੋਈ ਗੋਲ ਨਹੀਂ, ਉਹ ਬੰਦੇ ਦੀ ਜ਼ਿੰਦਗੀ ਵਿੱਚ ਭਟਕਣਾ ਰਹੇਗੀ। ਏਮਲੈਸ ਜ਼ਿੰਦਗੀ, ਆਵਾਗਮਨ, ਏਮਲੈਸ ਜ਼ਿੰਦਗੀ, ਕੋਈ ਏਮ ਹੀ ਨਹੀਂ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਕੋਈ ਗੋਲ ਹੀ ਨਹੀਂ, ਤਾਂ ਉਹ ਭਟਕਦਾ ਹੀ ਰਹੇਗਾ ਨਾ। ਤਾਂ ਇਹ ਜੋ ਭਟਕਣਾ ਹੈ ਇਹ ਗੁਰੂ ਦੇ ਸ਼ਬਦ ਰਾਹੀਂ ਮਿਟੇਗੀ। ਗੁਰੂ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਫਿਲਾਸਫੀ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਆਪੇ ਪਰਖੇ ਬਖਸ਼ ਲਿਆ। ਆਪੇ ਪਰਖੇ ਦਾ ਮਤਲਬ ਗੁਰੂ ਸ਼ਬਦ ਵਿੱਚ ਜੁੜੇ ਮਨੁੱਖ ਨੂੰ ਪ੍ਰਭੂ ਆਪ ਹੀ ਪਰਖ ਲੈਂਦਾ, ਪਛਾਣ ਲੈਂਦਾ, ਉਹਦੇ ਤੇ ਮਿਹਰ ਕਰਦਾ। ਸਵਾਮੀ ਖੁਦ ਹੀ ਪਰਖਦਾ ਤੇ ਮੁਆਫੀ ਬਖਸ਼ਦਾ। ਹੁਣ ਦੇਖੋ, ਉਹ ਬੰਦਾ ਆਟੋਮੈਟਿਕਲੀ ਪਰਖਿਆ ਜਾਏਗਾ। ਹੁਣ ਕਿਵੇਂ ਪਰਖਿਆ ਜਾਏਗਾ? ਸਾਡੀ ਸਾਰਿਆਂ ਦੀ ਪਰਖ ਹੋ ਰਹੀ ਹੈ ਇਸ ਦੁਨੀਆ ਵਿੱਚ।
ਜਦੋਂ ਅਸੀਂ ਜ਼ਿੰਦਗੀ ਜੀਂਦੇ ਆ ਨਾ, ਇੱਕ ਦੂਜੇ ਨਾਲ ਮਿਲਦੇ ਆ ਸਮਾਜ ਵਿੱਚ, ਪੂਰੀ ਦੀ ਪੂਰੀ ਦੁਨੀਆ, ਤਾਂ ਉੱਥੇ ਹਰ ਇੱਕ ਦੀ ਪਰਖ ਹੋ ਰਹੀ ਹੈ। ਅਸੀਂ ਹਰ ਇੱਕ ਬਾਰੇ ਕੁਝ ਕਮੈਂਟ ਕਰ ਰਹੇ ਹਾਂ ਨਾ ਕਿ ਉਹ ਫਲਾਂ ਬੰਦੇ ਦਾ ਸੁਭਾਅ ਠੀਕ ਨਹੀਂ ਹੈ, ਉਹਦੇ ਵਿੱਚ ਗੁੱਸਾ ਹੈ, ਉਹ ਲਾਲਚੀ ਹੈ, ਉਹ ਫਲਾਂ ਬੰਦਾ ਯਾਰ ਬੜਾ ਸੰਤੋਖੀ ਹੈ, ਫਲਾਂ ਬੰਦਾ ਬੜਾ ਚੰਗਾ ਹੈ, ਫਲਾਂ ਭੈਣ ਬਹੁਤ ਚੰਗੀ ਹੈ, ਰੱਬ ਵਰਗਾ ਬੰਦਾ ਹੈ, ਫਲਾਂ ਬੰਦਾ ਉਹ ਤਾਂ ਬਹੁਤ ਨਿਕੰਮਾ ਹੈ। ਤਾਂ ਪਰਖ ਹੋ ਰਹੀ ਹੈ ਨਾ ਹਰ ਥਾਂ ਦੇ ਉੱਤੇ। ਜੋ ਸੱਚ ਦੀ ਕਸਵੱਟੀ ਤੇ ਪੂਰਾ ਉਤਰੇਗਾ, ਉਹ ਰਹਿਮਤ ਦਾ ਪਾਤਰ ਬਣ ਜਾਏਗਾ। ਤਾਂ ਜੋ ਸਾਡੀ ਪਰਖ ਵਿੱਚ ਹੀ ਪੂਰਾ ਨਹੀਂ ਉਤਰ ਰਿਹਾ ਵਿਚਾਰਾ, ਮਤਲਬ ਆਮ ਸਮਾਜ ਦੇ ਅੰਦਰ ਜਿਸ ਦਾ ਜੀਵਨ ਠੀਕ ਨਹੀਂ ਹੈ, ਜਿਹਦਾ ਵਿਹਾਰ ਠੀਕ ਨਹੀਂ ਹੈ, ਜੋ ਆਪਣੇ ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ, ਪਰਿਵਾਰ ਨਾਲ ਵੀ ਠੀਕ ਨਹੀਂ ਵਰਤਦਾ, ਤੇ ਜੇ ਉਹ ਭੇਖ ਧਾਰਨ ਕਰੇ, ਉਹ ਸਮਾਧੀਆਂ ਲਾਏ, ਤੇ ਉਹ ਕਵੇ ਮੈਂ ਰੱਬੀ ਦਰ ਤੇ ਪ੍ਰਵਾਨ ਹੋ ਜਾਵਾਂ, ਤੇ ਕਿਵੇਂ ਪ੍ਰਵਾਨ ਹੋ ਜਾਏਗਾ? ਜਿਵੇਂ ਹੁਣ ਮੈਂ ਆਮ ਕਰਕੇ ਭਗਤ ਪੂਰਨ ਸਿੰਘ ਜੀ ਦਾ ਨਾਮ ਲੈਂਦਾ ਵਾਂ, ਪਰਖ ਵਿੱਚ ਪੂਰੇ ਉਤਰੇ ਨਾ, ਪੂਰੇ ਸਮਾਜ ਨੂੰ ਪ੍ਰਵਾਨ ਹੈ। ਤੇ ਜਦੋਂ ਪਰਖ ਹੁੰਦੀ ਹੈ ਤਾਂ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ, ਦਰਗਾਹ ਮਾਨ, ਪੰਚੇ ਸੋਹੈ, ਦਰ ਰਾਜਾਨ, ਉਹ ਪਰਖ ਦੇ ਅੰਦਰ ਪੂਰੇ ਉਤਰਦੇ ਨੇ। ਜਿੱਥੇ ਵੀ ਉਹ ਜਾਣਗੇ ਉਹਨਾਂ ਨੂੰ ਮਾਨ, ਆਦਰ ਔਰ ਸਤਿਕਾਰ ਮਿਲੇਗਾ। ਤਾਂ ਇਹ ਜੋ ਭਟਕਣਾ ਹੈ, ਇਹ ਜੋਗੀ ਜਨੋ ਗੁਰੂ ਦੇ ਸ਼ਬਦ ਰਾਹੀਂ, ਗਿਆਨ ਰਾਹੀਂ ਮਿਟਦੀ ਹੈ। ਸਮਾਧੀਆਂ ਲਾਉਣ ਨਾਲ ਨਹੀਂ, ਜੰਗਲਾਂ ਵਿੱਚ ਵਿਚਰਨ ਨਾਲ ਨਹੀਂ, ਭੇਖ ਧਾਰਨ ਦੇ ਨਾਲ ਨਹੀਂ, ਪਹਾੜਾਂ ਤੇ ਚੜਿਆ, ਗੁਫਾਵਾਂ ਵਿੱਚ ਵੜਿਆ, ਭੋਰਿਆਂ ਦੇ ਵਿੱਚ ਵੜਿਆ ਨਹੀਂ ਇਹ ਭਟਕਣਾ ਮਿਟਦੀ। ਤੇ ਜਿਹਦੀ ਭਟਕਣਾ ਮਿਟ ਜਾਂਦੀ ਹੈ, ਗੁਰ ਸ਼ਬਦ ਦੇ ਨਾਲ ਜੋ ਜੁੜ ਜਾਂਦਾ ਹੈ, ਪ੍ਰਭੂ ਉਹਨੂੰ ਪਰਖਦਾ ਹੈ, ਉਹ ਪਰਖ ਦੇ ਅੰਦਰ ਪੂਰਾ ਉਤਰਦਾ ਹੈ, ਉਹਨੂੰ ਬਖਸ਼ ਲਿਆ ਜਾਂਦਾ ਹੈ। ਯਾਨੀ ਉਹ ਸਿਸਟਮ ਦੇ ਅੰਦਰ ਯੂਨੀਵਰਸਲ ਟਰੁੱਥ ਦੇ ਬੇਸ ਤੇ ਪੂਰਾ ਉਤਰ ਰਿਹਾ ਹੈ, ਉਹ ਰੱਬ ਦੀ ਰਹਿਮਤ ਦਾ ਪਾਤਰ ਹੈ। ਏਕਾ ਬੇਦਨ ਦੂਜੇ ਵਿਆਪੀ, ਨਾਮ ਰਸਾਇਣ ਵਿਸਰਿਆ। ਵੇਦਨ ਦਾ ਮਤਲਬ ਪੀੜਾ, ਦੂਜੇ ਦਾ ਮਤਲਬ ਦੂਜੇ ਭਾਵ ਦੇ ਕਾਰਨ, ਤੇ ਰਸਾਇਣ ਦਾ ਮਤਲਬ ਹੈ ਰਸਾਂ ਦਾ ਕਾਰਨ। ਪ੍ਰਭੂ ਨੂੰ ਛੱਡ ਕੇ ਹੋਰ ਦੇ ਨਾਲ ਪਿਆਰ ਕਰਨੀ। ਵਿਆਪੀ ਦਾ ਮਤਲਬ ਸਤਾ ਰਹੀ ਹੈ। ਪਰ ਜਿਨ੍ਹਾਂ ਨੂੰ ਸਾਰੇ ਰਸਾਂ ਦਾ ਘਰ ਪ੍ਰਭੂ ਵਿਸਰ ਗਿਆ, ਨਾਮ ਰਸਾਇਣ, ਨਾਮ ਦਾ ਮਤਲਬ ਰੱਬ ਦਾ ਹੁਕਮ, ਹੁਕਮ ਹੀ ਸਾਰੇ ਰਸਾਂ ਦਾ ਘਰ ਹੈ। ਸੁਖਮਨੀ ਸਾਹਿਬ ਵਿੱਚ ਅਸਾਂ ਵਿਚਾਰਿਆ ਹੈ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ, ਕਿ ਸਾਰੇ ਸੁੱਖਾਂ ਦਾ ਮੂਲ ਰੱਬ ਦਾ ਹੁਕਮ ਹੈ। ਰਸਾਇਣ ਦਾ ਮਤਲਬ ਹੈ ਸਾਰੇ ਰਸਾਂ ਦਾ ਘਰ। ਰਸਾਇਣ ਸੰਧੀ ਵਿਛੇਦ ਕਰਾਂਗੇ, ਦੋ ਸ਼ਬਦ ਬਣਨਗੇ, ਰਸ ਪਲਸ ਆਇਣ। ਆਇਣ ਦਾ ਮਤਲਬ ਘਰ, ਰਸਾਂ ਦਾ ਘਰ। ਰਸਾਂ ਦਾ ਘਰ ਕੀ ਹੈ? ਨਾਮ। ਨਾਮ ਦਾ ਮਤਲਬ ਹੁਕਮ। ਹੁਕਮ ਸਾਰੇ ਰਸਾਂ ਦਾ ਘਰ ਹੈ। ਹੁਕਮ ਦਾ ਮਤਲਬ ਸਿਸਟਮ, ਰਿਕੁਆਇਰਮੈਂਟ ਹੈ ਨਾ ਹਰ ਸੁੱਖ ਦੀ। ਜੇ ਕੋਈ ਬੰਦਾ ਸੁੱਖ ਚਾਹੁੰਦਾ ਹੈ ਤਾਂ ਉਸ ਸੁੱਖ ਵਾਸਤੇ ਰਿਕੁਆਇਰਮੈਂਟ ਹੈ। ਉਹ ਰਿਕੁਆਇਰਮੈਂਟ ਪੂਰੀ ਕਰਾਂਗੇ ਤਾਂ ਸਾਨੂੰ ਉਹ ਸੁੱਖ ਮਿਲੇਗਾ। ਜੇ ਡਾਕਟਰ ਇੰਜੀਨੀਅਰ ਬਣਨਾ ਹੈ ਤਾਂ ਉਹਦੇ ਵਾਸਤੇ ਕੁਝ ਰਿਕੁਆਇਰਮੈਂਟ ਹੈ ਨਾ ਪੜ੍ਹਾਈ ਦੀ, ਉਹ ਅਸੀਂ ਕਰਾਂਗੇ ਤਾਂ ਹੀ ਅਸੀਂ ਡਾਕਟਰ ਇੰਜੀਨੀਅਰ ਬਣ ਸਕਦੇ ਹਾਂ। ਜੇ ਮਕਾਨ ਬਣਾਉਣਾ ਹੈ ਤਾਂ ਉਹਦੇ ਵਾਸਤੇ ਰਿਕੁਆਇਰਮੈਂਟ ਹੈ। ਜੇ ਅਸੀਂ ਮਾਨਸਿਕ ਤੌਰ ਤੇ ਸ਼ਾਂਤ ਹੋਣਾ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਰਿਕੁਆਇਰਮੈਂਟ ਹੈ ਨਾ, ਉਹ ਪੂਰੀ ਕਰਨੀ ਪਵੇਗੀ। ਹੁਕਮ, ਸਿਸਟਮ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਾਰੇ ਰਸਾਂ ਦਾ ਘਰ ਪ੍ਰਭੂ ਦਾ ਹੁਕਮ ਵਿਸਰ ਜਾਂਦਾ ਹੈ, ਉਹਨਾਂ ਨੂੰ ਦੂਜੇ ਭਾਵ ਦੇ ਅੰਦਰ ਫਸਣ ਕਰਕੇ ਹਉਮੈ ਦੀ ਪੀੜਾ ਵਿਆਪਤੀ ਰਹਿੰਦੀ ਹੈ। ਏਕਾ ਬੇਦਨ ਦੂਜੇ ਵਿਆਪੀ, ਉਹਨਾਂ ਨੂੰ ਇੱਕ ਪੀੜਾ ਹਮੇਸ਼ਾ ਵਿਆਪਤੀ ਰਹਿੰਦੀ ਹੈ। ਉਹਨਾਂ ਦੇ ਅੰਦਰ ਮਾਇਆ ਦਾ ਪਿਆਰ ਜਿਹੜਾ ਹੈ, ਮਾਇਆ ਦਾ ਮਤਲਬ ਜਿਹੜੀ ਮੈਂਟੈਲਿਟੀ ਆਪ ਦੇ ਨਾਲ ਸਾਂਝੀ ਕੀਤੀ ਹੈ, ਉਹਦੇ ਕਰਕੇ ਉਹਨਾਂ ਨੂੰ ਪੀੜਾ ਵਿਆਪਤੀ ਰਹਿੰਦੀ ਹੈ। ਹੁਣ ਦੇਖੋ, ਜੋ ਸਿਸਟਮ ਵਿੱਚ ਨਹੀਂ ਚੱਲੇਗਾ ਉਹਨੂੰ ਦੁੱਖ ਤਾਂ ਹੋਏਗਾ। ਹੁਣ ਪਾਣੀ ਦੇ ਅੰਦਰ ਅਸੀਂ ਨਹੀਂ ਰਹਿ ਸਕਦੇ ਮੱਛੀਆਂ ਡੱਡੀਆਂ ਦੀ ਤਰ੍ਹਾਂ, ਤੇ ਜੇ ਕੋਈ ਰਹਿਣ ਦਾ ਯਤਨ ਕਰੇ ਡੁੱਬ ਕੇ ਤੇ ਮਰੇਗਾ ਨਾ। ਜੇ ਹੁਣ ਕਵੇ ਕਿ ਮੈਂ ਭੋਜਨ ਨਹੀਂ ਖਾਣਾ, ਫਲ ਫੁੱਲ ਨਹੀਂ ਖਾਣੇ, ਮੈਂ ਤੇ ਰੇਤਾ ਖਾ ਕੇ ਭੁੱਖ ਮਿਟਾਣੀ, ਤਾਂ ਰੇਤਾ ਖਾ ਕੇ ਤਾਂ ਭੁੱਖ ਨਹੀਂ ਨਾ ਮਿਟ ਸਕਦੀ, ਕਿਉਂਕਿ ਹੁਕਮ ਸਿਸਟਮ ਦੇ ਅੰਦਰ ਚੱਲਣਾ ਪਵੇਗਾ ਨਾ। ਤੇ ਜਿਸ ਨੂੰ ਇਹ ਸਿਸਟਮ ਭੁੱਲ ਗਿਆ ਹੈ, ਉਹ ਸਿਸਟਮ ਅੰਦਰ ਨਹੀਂ ਚੱਲ ਰਿਹਾ, ਰੱਬੀ ਹੁਕਮ ਵਿੱਚ ਨਹੀਂ ਚੱਲ ਰਿਹਾ, ਤਾਂ ਉਹਨੂੰ ਹਉਮੈ ਦੀ ਪੀੜਾ ਵਿਆਪਤੀ ਰਹੇਗੀ। ਉਹਦੇ ਕਰਕੇ ਬੰਦਾ ਦੁਖੀ ਰਹੇਗਾ। ਇਸ ਲਈ ਜਦੋਂ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਦੁੱਖ ਆਉਂਦਾ ਹੈ ਤਾਂ ਇਹਦਾ ਮਤਲਬ ਅਸੀਂ ਕਿਤੇ ਸਿਸਟਮ ਨੂੰ ਤੋੜ ਰਹੇ ਹਾਂ। ਉਸ ਸਿਸਟਮ ਨੂੰ ਟੁੱਟਣ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਦੁੱਖ ਆ ਰਿਹਾ ਹੈ।
ਤਾਂ ਇਹ ਜੋਗੀ ਜਨੋਂ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ ਸੀ ਤੇ ਹੁਕਮ ਨੂੰ ਤੋੜਨ ਕਰਕੇ ਪੀੜਾਵਾਂ ਨੇ। ਤੇ ਜੇ ਤੁਸੀਂ ਚਾਹੋ ਕਿ ਸਮਾਧੀਆਂ ਲਾ ਕੇ ਜਾਂ ਇਹ ਜਿਹੜਾ ਭੇਖ ਧਾਰਨ ਕਰਕੇ ਤੁਸੀਂ ਸੁਖੀ ਔਰ ਸ਼ਾਂਤ ਹੋ ਜਾਓ, ਐਵੇਂ ਤਾਂ ਸੁਖੀ ਸ਼ਾਂਤ ਹੋਇਆ ਨਹੀਂ ਜਾਣਾ। ਹੁਕਮ ਦੇ ਅੰਦਰ ਜ਼ਿੰਦਗੀ ਜੀਣੀ ਪਵੇਗੀ ਨਾ। ਕੋਈ ਵੀ ਇਨਸਾਨ ਹੈ, ਚਾਹੇ ਉਹ ਦੁਨਿਆਵੀ ਧਨ ਕਰਕੇ ਬੜਾ ਅਮੀਰ ਹੈ, ਚਾਹੇ ਉਹ ਰਾਜਨੀਤਿਕ ਪਹੁੰਚ ਬੜੀ ਹੈ, ਜਾਂ ਉਹ ਕਿਸੇ ਧਾਰਮਿਕ ਵੱਡੀ ਪਦਵੀ ਤੇ ਹੈ, ਪਰ ਜੇ ਉਹ ਹੁਕਮ ਨੂੰ ਫੋਲੋ ਨਹੀਂ ਕਰਦਾ ਤਾਂ ਉਹ ਬੰਦਾ ਦੁਖੀ ਰਹੇਗਾ ਹੀ ਰਹੇਗਾ। क्योंकि हुक्म दे अंदर सारे ने, हुक्म अंदर सब को, बाहर हुक्म ना कोई, हुक्म सारियां ते लागू है। जिथे हुक्म टुटेगा, सिस्टम टुटेगा, ਉੱਥੇ ਦੁੱਖ ਆਏਗਾ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਹਨ, ਪੂਰੀ ਦੁਨੀਆ ਦੇ ਲੋਕਾਂ ਨੂੰ, ਮਨੁੱਖ ਮਾਤਰ ਨੂੰ, ਕਿ ਰੱਬੀ ਰਜ਼ਾ ਭਾਣੇ ਨੂੰ ਸਮਝੋ, ਉਸ ਹੁਕਮ ਮੁਤਾਬਕ ਜ਼ਿੰਦਗੀ ਜੀਵੋ, ਫਿਰ ਇਹ ਵੇਦਨ, ਫਿਰ ਇਹ ਦੁੱਖ ਨਹੀਂ ਵਿਆਪਣਗੇ। ਸਮਾਧੀਆਂ ਲਾਉਣ ਨਾਲ, ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਨਾਲ, ਪਹਾੜਾਂ ਤੇ ਚੜਨ ਨਾਲ, ਭੋਰਿਆਂ ਵਿੱਚ ਵੜਨ ਦੇ ਨਾਲ ਇਹ ਦੁੱਖ ਨਹੀਂ ਹਟਨੇ, ਹੁਕਮ ਵਿੱਚ ਤੁਰਿਆ ਹਟਣਗੇ। ਸੋ ਬੁਝ ਹੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਪਿਆ। ਹੁਣ ਗੁਰੂ ਜੀ ਕਹਿੰਦੇ ਨੇ ਇਹ ਭੇਤ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਬਖਸ਼ਦਾ ਹੈ, ਸੁਮਤ ਬਖਸ਼ਦਾ ਹੈ। ਤੇ ਸੁਮਤ ਕਿਹਨੂੰ ਬਖਸ਼ਦਾ ਹੈ? ਗੁਰ ਕੈ ਸ਼ਬਦ ਸੋ ਮੁਕਤ ਪਿਆ। ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਕਾਰਨ ਮਨੁੱਖ ਇਹਨਾਂ ਵਿਕਾਰਾਂ ਤੋਂ, ਪੀੜਾਵਾਂ ਤੋਂ, ਵੇਦਨਾ ਤੋਂ, ਹਉਮੈ ਤੋਂ ਮੁਕਤ ਹੋ ਜਾਂਦਾ। ਸੋ ਬੁਝ ਹੈ ਜਿਸ ਆਪ ਬੁਝਾਏ, ਜਿਹਨੂੰ ਆਪ ਬੁਝਾਉਂਦਾ ਹੈ। ਹੁਣ ਆਪ ਕੌਣ ਹੈ? ਸਾਡਾ ਆਪਣਾ ਆਪਾ ਸਾਡੇ ਅੰਦਰ ਹੀ ਬੈਠਾ ਹੋਇਆ ਨਾ। ਹੁਣ ਆਪਣਾ ਆਪਾ ਕਿਹਨੂੰ ਬੁਝਾਉਂਦਾ ਹੈ? ਕਿਵੇਂ ਉਹਦਾ ਜਿਹੜਾ ਹੈ, ਅਸੀਂ ਕਿਵੇਂ ਸਮਝ ਸਕੀਏ ਕਿ ਸਾਨੂੰ ਪ੍ਰਭੂ ਬੁਝਾ ਰਿਹਾ? ਉਹਦਾ ਸਾਧਨ ਕੀ ਹੈ? ਉਹਦੇ ਵਾਸਤੇ ਸਾਧਨ ਹੈ ਕਿ ਗੁਰ ਕੈ ਸ਼ਬਦ ਸੋ ਮੁਕਤ ਪਿਆ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਉਹ ਬੰਦਾ ਮੁਕਤ ਹੋ ਜਾਂਦਾ ਹੈ। ਯਾਨੀ ਇਹਦਾ ਸਾਰਾ ਭਾਵ ਪੰਕਤੀ ਦਾ ਇਹ ਹੋਏਗਾ ਕਿ ਜੋ ਗੁਰੂ ਦੇ ਸ਼ਬਦ ਨੂੰ ਸਮਝੇਗਾ, ਗੁਰੂ ਦੇ ਗਿਆਨ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਵੇ ਆਫ ਲਾਈਫ ਨੂੰ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ ਨੂੰ ਜੋ ਸਮਝ ਲਵੇਗਾ, ਮੰਨ ਲਵੇਗਾ, ਅਪਣਾ ਲਵੇਗਾ, ਉਹ ਬੰਦਾ ਮੁਕਤ ਹੋ ਜਾਏਗਾ। ਤੇ ਉਹਨੂੰ ਸਮਝ ਪੈ ਜਾਏਗੀ ਕਿ ਪ੍ਰਭੂ ਆਪ ਹੀ ਮੈਨੂੰ ਆਪਣਾ ਆਪਾ ਬੁਝਾ ਰਿਹਾ ਹੈ। ਉਹਨੂੰ ਆਪਣਾ ਆਪਾ ਬੁਝ ਜਾਏਗਾ, ਉਹ ਚਾਰ ਚਫੇਰੇ ਉਸ ਪ੍ਰਭੂ ਨੂੰ ਵੇਖ ਲਵੇਗਾ। ਇਸ ਲਈ ਸਾਡੇ ਵਾਸਤੇ ਜੋ ਮੇਨ ਚੀਜ਼ ਹੈ ਉਹ ਹੈ ਗੁਰੂ ਗਿਆਨ ਦੀ ਅਗਵਾਈ ਦੇ ਅੰਦਰ ਜ਼ਿੰਦਗੀ ਜੀਣੀ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ। ਜੇ ਗੁਰਮਤ ਤੋਂ ਉਲਟ, ਗਿਆਨ ਤੋਂ ਉਲਟ, ਗਿਆਨ ਗੁਰੂ ਦੀ ਅਗਵਾਈ ਤੋਂ ਉਲਟ ਅਸੀਂ ਕੋਈ ਕਰਮ ਕਰਦੇ ਹਾਂ ਤਾਂ ਉਹਨਾਂ ਦਾ ਸਾਨੂੰ ਲਾਭ ਨਹੀਂ ਹੋ ਸਕਦਾ, ਬੇਸ਼ੱਕ ਉਹ ਧਰਮ ਦੇ ਨਾਮ ਤੇ ਹੀ ਕਿਉਂ ਨਾ ਕੀਤੇ ਜਾ ਰਹੇ ਹੋਣ। ਦੇਖ ਲਓ ਇਸ ਦੁਨੀਆ ਵਿੱਚ ਕਿੰਨੇ ਕਰਮ ਨੇ ਜੋ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਨੇ, ਚਾਹੇ ਉਹ ਤੀਰਥ ਯਾਤਰਾਵਾਂ ਨੇ, ਚਾਹੇ ਉਹ ਵਰਤਨ ਰਾਤੇ ਸਰਾਧ ਨੇ, ਚਾਹੇ ਉਹ ਜੋਤਾਂ ਵਗੈਰਾ ਜਗਾਣੀਆਂ ਨੇ, ਜਾਂ ਅਗਰਬੱਤੀਆਂ ਧੂਫਾਂ ਤਖਾਣੀਆਂ ਨੇ, ਫੋਟੋਆਂ ਅੱਗੇ ਭੋਜਨ ਰੱਖ ਕੇ ਜੋ ਆਪਣੇ ਭੋਗ ਵਗੈਰਾ ਲਗਾਣੇ ਨੇ, ਜਾਂ ਹੋਰ ਕਰਮਕਾਂਡ ਨੇ, ਆ ਜੋਗੀਆਂ ਵਾਲੀਆਂ ਸਮਾਧੀਆਂ ਨੇ, ਜਿੰਨੇ ਮਰਜ਼ੀ ਨੇ ਧਰਮ ਦੇ ਨਾਮ ਤੇ ਕੀਤੇ ਜਾ ਰਹੇ ਨੇ ਨਾ, ਤਾਂ ਇਹਨਾਂ ਦਾ ਸਾਨੂੰ ਲਾਭ ਹੋ ਨਹੀਂ ਰਿਹਾ, ਔਰ ਨਾ ਹੀ ਲਾਭ ਹੋਣਾ ਹੈ। ਕਿਉਂਕਿ ਲਾਭ ਹੋਣਾ ਹੈ ਸਿਸਟਮ ਵਿੱਚ ਤੁਰਿਆ, ਲਾ ਆਫ ਨੇਚਰ ਨੂੰ ਸਮਝਿਆ, ਰੱਬੀ ਹੁਕਮ ਨੂੰ ਸਮਝਿਆ। ਤਾਂ ਗੁਰੂ ਗਿਆਨ ਸਾਡੇ ਵਾਸਤੇ ਅਤਿਅੰਤ ਜ਼ਰੂਰੀ ਹੈ। ਤਾਂ ਅਸੀਂ ਸਿੱਖ ਜਗਤ ਵਾਸਤੇ ਤਾਂ ਘੱਟ ਤੋਂ ਘੱਟ ਕਹਿ ਸਕਦੇ ਹਾਂ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਵੈਸੇ ਜੋ ਗੁਰਬਾਣੀ ਹੈ ਉਹ ਸਾਰੇ ਸੰਸਾਰ ਵਾਸਤੇ ਹੈ, ਸਰਬ ਸਾਂਝੀ ਹੈ, ਸਰਬਦੇਸ਼ੀ ਹੈ, ਸਰਬਕਾਲੀ ਹੈ। ਪਰ ਸਿੱਖ ਜਗਤ ਲਈ ਇਸ ਕਰਕੇ ਕਹਿ ਰਹੇ ਹਾਂ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਤੇ ਰੋਲ ਮਾਡਲ ਜੀਵਨ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਹੈ, ਜਿਸ ਕਰਕੇ ਹੋਰ ਲੋਕ ਵੀ ਗੁਰਬਾਣੀ ਦੇ ਨਾਲ ਜੁੜ ਸਕਣ, ਪੜ੍ਹ ਸਕਣ, ਸਮਝ ਸਕਣ, ਐਸੀ ਜ਼ਿੰਦਗੀ ਜੀ ਸਕਣ। ਤਾਂ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ, ਤੇ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਕਾਰਨ ਮਨੁੱਖ ਹਉਮੈ ਤੋਂ ਔਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ। ਨਾਨਕ, ਇੱਥੇ ਥੋੜਾ ਜਿਹਾ ਰੁਕਾਂਗੇ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ।
हे नानक, जिसने होमे ते दूजा भाव त्याग दिता है। होमे और दूजा भाव, एक तो ईगो कि मैं सब तो वड्डा हाँ, यानी इनफीरियोरिटी कॉम्पलैक्स और सुपरियोरिटी कॉम्पलैक्स, ਜਿਹੜਾ ਇਹਨਾਂ ਦੋਵਾਂ ਤੋਂ ਆਜ਼ਾਦ ਹੋ ਗਿਆ। ਦੇਖੋ, ਇਨਫੀਰੀਓਰਿਟੀ ਕੰਪਲੈਕਸ ਵੀ ਇੱਕ ਬਿਮਾਰੀ ਹੈ, ਰੋਗ ਹੈ, ਜੋ ਮਨੁੱਖ ਨੂੰ ਖੁਸ਼ੀਆਂ ਤੋਂ ਵਾਂਝਾ ਕਰ ਦਿੰਦਾ ਹੈ। ਨੈਗੇਟਿਵਿਟੀ ਆ ਜਾਂਦੀ ਹੈ ਕਿ ਮੈਂ ਕੁਝ ਵੀ ਕਰਨ ਜੋਗਾ ਨਹੀਂ, ਮੇਰੀ ਯਾਦਦਾਸ਼ਤ ਕਮਜ਼ੋਰ ਹੈ, ਮੈਨੂੰ ਤਾਂ ਲੋਕ ਪਸੰਦ ਨਹੀਂ ਕਰਦੇ, ਮੈਂ ਤਾਂ ਨਕੰਮਾ ਹਾਂ, ਮੈਂ ਤਾਂ ਕਾਮਯਾਬ ਨਹੀਂ ਹੋ ਸਕਦਾ, ਮੈਂ ਤਾਂ ਐਵੇਂ ਹੀ ਹਾਂ, ਰੱਬ ਮੈਨੂੰ ਤੇ ਚੁੱਕ ਹੀ ਲਵੇ ਤੇ ਠੀਕ ਹੈ। ਜਿਹਦੇ ਅੰਦਰ ਐਸੀਆਂ ਭਾਵਨਾਵਾਂ ਨੇ, ਉਹ ਸੁਖੀ ਔਰ ਸ਼ਾਂਤ ਨਹੀਂ ਹੋ ਸਕਦਾ। ਇਹ ਹਉਮੈ ਦਾ ਹੀ ਵਿਗੜਿਆ ਹੋਇਆ ਰੂਪ ਹੈ। ਤੇ ਦੂਜਾ ਬੰਦਾ ਇਹ ਸੋਚਦਾ ਹੈ ਕਿ ਮੈਂ ਹੀ ਸਭ ਕੁਛ ਹਾਂ, ਉਹ ਵੀ ਹਉਮੈ ਦਾ ਵਿਗੜਿਆ ਹੋਇਆ ਰੂਪ ਹੈ, ਜਿਹੜਾ ਇਸ ਹਉਮੈ ਨੂੰ ਤਿਆਗ ਦਿੰਦਾ ਹੈ। ਹਉਮੈ ਤੇ ਦੂਜੇ ਦਾ ਮਤਲਬ ਦ્વੈਤ ਭਾਵ, ਮੇਰ ਤੇਰ ਦੇ ਵਿਤਕਰੇ। ਆਪਣੇ ਵਾਸਤੇ ਕੁਝ ਬੰਦਾ ਹੋਰ ਸੋਚਦਾ ਹੈ, ਦੂਜੇ ਵਾਸਤੇ ਕੁਝ ਹੋਰ ਸੋਚਦਾ ਹੈ। ਆਪਣਿਆਂ ਦੇ ਨਾਲ ਵਿਹਾਰ ਹੋਰ ਕਰਦਾ ਹੈ, ਦੂਜਿਆਂ ਦੇ ਨਾਲ ਵਿਹਾਰ ਹੋਰ ਕਰਦਾ ਹੈ। ਆਪਣੇ ਵਾਸਤੇ ਮਾਨ ਆਦਰ ਸਤਕਾਰ ਚਾਹੁੰਦਾ ਹੈ, ਲੇਕਿਨ ਦੂਜਿਆਂ ਦਾ ਨਿਰਾਦਰ ਕਰਦਾ ਹੈ। ਤਾਂ ਜਿਸ ਨੇ ਇਸ ਹਉਮੈ ਨੂੰ ਔਰ ਦੂਜੇ ਭਾਵ ਨੂੰ ਤਿਆਗ ਦਿੱਤਾ ਹੈ, ਨਾਨਕ ਤਾਰੇ ਤਾਰਨਹਾਰਾ, ਤਾਰਨਹਾਰ ਪ੍ਰਭੂ ਉਹਨੂੰ ਤਾਰਦਾ ਹੈ। ਉਹਨੂੰ ਤਾਰਦਾ ਹੈ। ਤੇ ਤਰਨ ਦਾ ਮਤਲਬ ਕੀ ਹੈ? ਮਰਨ ਤੋਂ ਬਾਅਦ ਨਹੀਂ, ਐਸੇ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਤਰ ਜਾਣਾ। ਤਾਂ ਤਾਰਨਹਾਰਾ ਪ੍ਰਭੂ ਉਹਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਆਪਣੀ ਹਉਮੈ ਔਰ ਦ્વੈਤ ਭਾਵ ਨੂੰ ਆਪਣੀ ਜ਼ਿੰਦਗੀ ਚੋਂ ਮਿਟਾ ਲੈਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਹ ਜੋਗੀਓ, ਸੰਸਾਰ ਔਰ ਗ੍ਰਸਤ ਨੂੰ ਤਿਆਗਣ ਦੀ ਲੋੜ ਨਹੀਂ, ਪਹਾੜਾਂ ਕੰਦਰਾਂ ਵਿੱਚ ਵੜਨ ਦੀ ਲੋੜ ਨਹੀਂ, ਭੋਰਿਆਂ ਵਿੱਚ ਜਾਣ ਦੀ ਜ਼ਰੂਰਤ ਨਹੀਂ, ਸਗੋਂ ਹਉਮੈ ਔਰ ਦੂਜੇ ਭਾਵ ਨੂੰ ਤਿਆਗਣ ਦੀ ਜ਼ਰੂਰਤ ਹੈ। ਤੇ ਅੱਜ ਜਦੋਂ ਇਹ ਸਿੱਧ ਗੋਸ਼ਟ ਨੂੰ ਜਾਂ ਉਹਨਾਂ ਸਿੱਧਾਂ ਦੇ ਜੀਵਨ ਨੂੰ ਤੇ ਅੱਜ ਦੇ ਬਾਬਿਆਂ ਦੇ ਨਾਲ ਮਿਲਾ ਕੇ ਦੇਖੋਗੇ ਤਾਂ ਕੰਡੀਸ਼ਨ ਸੇਮ ਹੈ, ਕੰਡੀਸ਼ਨ ਬਿਲਕੁਲ ਸੇਮ ਹੈ। ਉਹ ਪਹਾੜਾਂ ਤੇ ਚੜ ਗਏ ਸਨ, ਗੁਫਾਵਾਂ ਵਿੱਚ ਬਾਬਿਆਂ ਨੇ ਭੋਰੇ ਬਣਾ ਲੈਣੇ, ਗੱਲ ਉਹੀ ਹੈ, ਬਿਲਕੁਲ ਬਰਾਬਰ ਹੀ ਹੈ। ਜ਼ਰੂਰਤ ਬਾਬੇ ਬਣਨ ਦੀ ਨਹੀਂ, ਗ੍ਰਸਤ ਨੂੰ ਤਿਆਗਣ ਦੀ ਨਹੀਂ ਹੈ, ਕਿਉਂਕਿ ਗੁਰਮਤਿ ਤਾਂ ਗ੍ਰਸਤ ਦਾ ਧਾਰ ਨਹੀਂ ਹੈ, ਗ੍ਰਸਤ ਧਰਮ ਦੀ ਪ੍ਰਧਾਨਤਾ ਹੈ। ਗ੍ਰਸਤ ਦਾ ਤਿਆਗ ਕਰ ਸੰਸਾਰ ਚੱਲ ਨਹੀਂ ਸਕਦਾ। ਇਸ ਲਈ ਲੋੜ ਤੇ ਹੈ ਦੂਜੇ ਭਾਵ ਨੂੰ ਤਿਆਗਣ ਦੀ, ਮੇਰ ਤੇਰ ਦੇ ਵਿਤਕਰੇ। ਤੇ ਜਿਵੇਂ ਜੋਗੀਆਂ ਦੇ 6 ਫਿਰਕੇ, ਅੱਗੋਂ 12 ਪੰਥ ਤੇ ਹੋਰ ਬਹੁਤ ਕੁਝ ਵਾਦ ਵਿਵਾਦ, ਵਿਚਾਰਕ ਮਤਭੇਦ, ਇਸੇ ਤਰ੍ਹਾਂ ਅੱਜ ਦਾ ਜੋ ਬਾਬਾਵਾਦ ਹੈ, ਉਹਦੇ ਵਿੱਚ ਵੀ ਇੱਕ ਦੂਜੇ ਦੀ ਮਰਿਆਦਾ ਇੱਕ ਦੂਜੇ ਦੇ ਨਾਲ ਨਹੀਂ ਮਿਲਦੀ, ਔਰ ਉਹ ਸਾਡੀਆਂ ਲੜਾਈਆਂ ਝਗੜਿਆਂ ਦਾ ਕਾਰਨ ਬਣੇ ਹੋਏ ਨੇ ਵੀ ਕੌਣ ਠੀਕ ਹੈ, ਕੌਣ ਗਲਤ ਹੈ। ਇਸ ਲਈ ਗੁਰੂਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਹਉਮੈ ਔਰ ਦੂਜੇ ਭਾਵ ਨੂੰ ਤਿਆਗਣ ਦੀ ਲੋੜ ਹੈ। ਜੋ ਗੁਰੂ ਗਿਆਨ ਮੁਤਾਬਕ ਹਉਮੈ ਔਰ ਦੂਜੇ ਭਾਵ ਨੂੰ ਖਤਮ ਕਰ ਲੈਂਦਾ ਹੈ, ਤਾਰਨਹਾਰ ਪ੍ਰਭੂ ਉਹਨੂੰ ਵਿਕਾਰਾਂ ਤੋਂ ਤਾਰ ਦਿੰਦਾ ਹੈ। ਮਨਮੁਖ ਭੂਲੈ ਜਮ ਕੀ ਕਾਣ, ਮਨਮੁਖ ਦਾ ਮਤਲਬ ਆਪ ਖੁਦਰਾ, ਮਨਮਤੀ, ਜੋ ਗੁਰੂ ਦੀ ਅਗਵਾਈ ਨੂੰ ਪ੍ਰਵਾਨ ਨਹੀਂ ਕਰਦਾ। ਤੇ ਕਾਣ ਦਾ ਮਤਲਬ ਹੁੰਦਾ ਮੁਥਾਜੀ, ਕਿਸੇ ਦਾ ਮੁਥਾਜ ਹੋ ਜਾਣਾ, ਗੁਲਾਮ ਹੋ ਜਾਣਾ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਨਾ, ਉਹ ਜੀਵਨ ਦਾ ਸਹੀ ਰਾਸਤਾ ਖੁੰਝ ਜਾਂਦਾ ਹੈ, ਭੁੱਲ ਜਾਂਦਾ ਹੈ, ਤੇ ਜਮ ਦੀ ਮੁਥਾਜੀ ਕੱਢਦਾ ਹੈ। ਜਮ ਕੌਣ ਨੇ? ਵਿਕਾਰ। ਜਮ ਕੌਣ ਨੇ ਜੀ? ਵਿਕਾਰ। ਕਾਣ ਦਾ ਮਤਲਬ ਮੁਥਾਜੀ। ਜੋ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਉਹ ਚਾਹੇ ਕੋਈ ਵੀ ਹੈ, ਉਹ ਜੀਵਨ ਦੇ ਸਹੀ ਰਾਸਤੇ ਨੂੰ ਭੁੱਲ ਜਾਂਦਾ ਹੈ। ਉਹਦੇ ਅੰਦਰ ਇਨਸਾਨੀਅਤ ਨਹੀਂ ਰਹਿੰਦੀ, ਉਹਦੇ ਅੰਦਰ ਦਇਆ ਨਹੀਂ, ਉਹਦੇ ਅੰਦਰ ਪ੍ਰੇਮ ਨਹੀਂ, ਉਹਦੇ ਅੰਦਰ ਸੱਚ ਨਹੀਂ। ਉਹ ਜਮਾਂ ਦੀ ਮੁਥਾਜੀ ਕੱਢ ਰਿਹਾ ਹੈ, ਜਮਾਂ ਦੇ ਵਸ ਵਿੱਚ ਪਿਆ ਹੋਇਆ ਹੈ। ਈਰਖਾ, ਦ્વੈਸ਼, ਵੈਰ, ਵਿਰੋਧ। ਇਹ ਨਹੀਂ ਕਿ ਮਰਨ ਤੋਂ ਬਾਅਦ ਉਹ ਜਮਾਂ ਦੇ ਵਸ ਪਵੇਗਾ, ਮਰਨ ਤੋਂ ਬਾਅਦ ਦੀ ਗੱਲ ਨਹੀਂ, ਐਸੇ ਜ਼ਿੰਦਗੀ ਵਿੱਚ ਆਤਮਕ ਮੌਤ ਤੇ ਮਰਿਆ ਹੋਇਆ ਹੈ ਉਹ ਬੰਦਾ, ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਉਹ ਬੰਦਾ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ। ਉਹ ਇਨਸਾਨੀਅਤ ਉਹਦੇ ਅੰਦਰੋਂ ਮਰ ਚੁੱਕੀ ਹੈ, ਜਿਹਨੂੰ ਗੁਰੂ ਜੀ ਕਹਿੰਦੇ ਨੇ, ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਨਰੂ ਦਾ ਮਤਲਬ ਇਨਸਾਨੀਅਤ। ਜਦੋਂ ਇਨਸਾਨੀਅਤ ਮਰ ਜਾਂਦੀ ਹੈ ਤਾਂ ਉਹ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ। ਪਸ਼ੂ ਮਰੈ,
ਜਦੋਂ ਕਿਸੇ ਦੇ ਅੰਦਰੋਂ ਪਸ਼ੂਪੁਣਾ ਮਰਦਾ ਹੈ ਤਾਂ ਉਹ ਬੰਦਾ ਲੋਕਾਂ ਦੇ ਕਈ ਕਾਰਜ ਸਵਾਰਦਾ ਹੈ। ਤਾਂ ਇਸ ਲਈ ਜੋ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਹੈ ਨਾ, ਉਹ ਜੀਵਨ ਦੇ ਸਹੀ ਰਾਸਤੇ ਨੂੰ ਭੁੱਲ ਜਾਂਦਾ ਹੈ, ਭਟਕ ਜਾਂਦਾ ਹੈ। ਤੇ ਜਿਹੜਾ ਬੰਦਾ ਆਪ ਭਟਕਿਆ ਹੋਇਆ ਹੈ, ਜੇ ਉਹਨੂੰ ਕੋਈ ਫੋਲੋ ਕਰੇਗਾ ਤਾਂ ਉਹ ਵੀ ਭਟਕ ਜਾਏਗਾ। ਜਿਵੇਂ ਭਗਤ ਕਬੀਰ ਜੀ ਨੇ ਬਚਨ ਕੀਤਾ ਹੈ ਨਾ, ਆਪ ਡੁੱਬੇ ਚਹੁੰ ਵੇਦ ਮੈਂ ਚੇਲੇ ਦੀਏ ਬਹਾਏ, ਕਿ ਆਪ ਤੇ ਚਾਰ ਵੇਦਾਂ ਦੀ ਵਿਚਾਰ ਕਰਮ ਕਾਂਡ ਦੇ ਅੰਦਰ ਡੁੱਬੇ ਹੋਏ ਹੋ, ਤੇ ਜਿਹੜੇ ਤੁਹਾਡੇ ਚੇਲੇ ਨੇ ਉਹਨਾਂ ਨੂੰ ਵੀ ਤੁਸੀਂ ਕਰਮ ਕਾਂਡਾਂ ਦੇ ਵਿੱਚ ਰੋੜ ਦਿੱਤਾ ਹੈ। ਇਸੇ ਤਰ੍ਹਾਂ ਜੋ ਅੱਜ ਵੀ ਗੁਰਮਤ ਤੋਂ ਉਲਟ ਕਿਸੇ ਨੂੰ ਫੋਲੋ ਕਰੇਗਾ, ਉਹ ਆਪ ਤੇ ਡੁੱਬਿਆ, ਪਿੱਛੇ ਫੋਲੋ ਕਰਨ ਵਾਲਾ ਵੀ ਡੁੱਬ ਜਾਏਗਾ। ਇਸ ਲਈ ਅਸੀਂ ਗੁਰਮਤ ਨੂੰ ਫੋਲੋ ਕਰਨਾ ਹੈ, ਗੁਰਬਾਣੀ ਨੂੰ ਫੋਲੋ ਕਰਨਾ ਹੈ। ਕੋਈ ਵੀ ਚੀਜ਼ ਜਿਹੜੀ ਹੈ ਉਹਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਹੈ। ਜੇ ਗੁਰਬਾਣੀ ਦੀ ਕਸਵੱਟੀ ਤੇ ਉਹ ਪੂਰੀ ਉਤਰਦੀ ਹੈ ਤਾਂ ਠੀਕ ਹੈ, ਉਹਨੂੰ ਅਪਣਾ ਲੈਣਾ ਹੈ। ਪਰ ਜੇ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਤਾਂ ਉਹ ਇੱਕ ਭੁੱਲ ਹੋਏਗੀ। ਔਰ ਜੇ ਉਹ ਭੁੱਲ ਕਰਾਂਗੇ ਤਾਂ ਉਹ ਭੁੱਲ ਕਰਨ ਦੇ ਨਾਲ ਅਸੀਂ ਜਮਾਂ ਦੇ ਵਸ ਵਿੱਚ ਪੈ ਜਾਵਾਂਗੇ। ਜਮਾਂ ਦਾ ਮਤਲਬ ਵਿਕਾਰ, ਆਤਮਕ ਮੌਤ ਹੋ ਜਾਏਗੀ, ਇਨਸਾਨੀਅਤ ਮਰ ਜਾਏਗੀ। ਤਾਂ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ ਜੀਵਨ ਦੇ ਸਹੀ ਰਾਸਤੇ ਤੋਂ ਭੁੱਲ ਜਾਂਦਾ ਹੈ ਔਰ ਉਹ ਜਮਾਂ ਦੀ ਮੁਥਾਜੀ ਕੱਢਦਾ ਹੈ, ਭਾਵ ਆਤਮਕ ਮੌਤੇ ਮਰ ਜਾਂਦਾ ਹੈ। ਤੇ ਉਹਦੀ ਜ਼ਿੰਦਗੀ ਕੈਸੀ ਬੀਤਦੀ ਹੈ? ਪਰ ਘਰ ਜੋ ਹੈ ਹਾਣੇ ਹਾਣ, ਜੋ ਹੈ ਨਹੀਂ ਪੜਨਾ ਜੋ ਹੈ, ਦੁਲਾਵਾਂ ਨੇ, ਪਰ ਘਰ ਜੋ ਹੈ ਹਾਣੇ ਹਾਣ। ਜੋ ਹੈ ਦਾ ਮਤਲਬ ਤੱਕਦਾ ਹੈ, ਵੇਖਦਾ ਹੈ, ਨਜ਼ਰ ਰੱਖਦਾ ਹੈ। ਹਾਣੇ ਹਾਣ ਦਾ ਮਤਲਬ ਹਾਣ ਹੀ ਹਾਣ, ਹਾਣ ਦਾ ਮਤਲਬ ਹੁੰਦਾ ਹੈ ਹਾਨੀ, ਘਾਟਾ। ਹਾਣੇ ਹਾਣ ਦਾ ਮਤਲਬ ਘਾਟਾ ਹੀ ਘਾਟਾ। ਐਸਾ ਆਪ ਖੁਦਰਾ ਮਨੁੱਖ ਪਰਾਏ ਘਰ ਤੱਕਦਾ ਹੈ, ਪਰਾਇਆ ਘਰ ਤੱਕਦਾ ਹੈ। ਚਾਹੇ ਉਹ ਪਰਾਈ ਔਰਤ ਹੈ ਜਾਂ ਪਰਾਇਆ ਪੈਸਾ ਹੈ, ਉਹ ਤਾਕ ਰੱਖਦਾ ਹੈ, ਉੱਥੇ ਨਜ਼ਰ ਰੱਖਦਾ ਹੈ ਮਾੜੀ। ਪਰਾਏ ਤਨ ਔਰ ਪਰਾਏ ਧਨ ਤੇ ਮਾੜੀ ਨਜ਼ਰ ਰੱਖਦਾ ਹੈ। ਹਾਣੇ ਹਾਣ ਦਾ ਮਤਲਬ ਇਸ ਕੁਕਰਮ ਕਰਕੇ ਉਹਦੀ ਜ਼ਿੰਦਗੀ ਦੇ ਅੰਦਰ ਘਾਟਾ ਹੀ ਘਾਟਾ ਹੈ, ਆਤਮਿਕ ਜੀਵਨ ਵਿੱਚ ਘਾਟਾ ਹੈ। ਜੋ ਪਰਾਏ ਤਨ ਔਰ ਪਰਾਏ ਧਨ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕ ਰਿਹਾ ਹੈ, ਵੇਖ ਰਿਹਾ ਹੈ, ਉਹਨਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਉਹਦੀ ਜ਼ਿੰਦਗੀ ਦੇ ਅੰਦਰ ਘਾਟਾ ਹੀ ਘਾਟਾ ਹੈ। ਇਸ ਲਈ ਇਹ ਜੋਗੀਓ, ਲੋੜ ਤਾਂ ਇਹਨਾਂ ਚੀਜ਼ਾਂ ਨੂੰ ਤਿਆਗਣ ਦੀ ਹੈ। ਹੁਣ ਤੁਸੀਂ ਕਿਰਤ ਦਾ ਤਿਆਗ ਕਰ ਦਿੱਤਾ ਹੈ ਤਾਂ ਪਰਾਏ ਘਰਾਂ ਵੱਲ ਤੁਹਾਨੂੰ ਤੱਕਣਾ ਪੈਂਦਾ ਨਾ। ਜਦੋਂ ਕੋਈ ਸ਼ੈ ਦੀ ਜ਼ਰੂਰਤ ਪੈਂਦੀ ਹੈ, ਕੱਪੜੇ ਦੀ, ਅੰਨ ਧਨ ਦੀ, ਤਾਂ ਤੁਹਾਨੂੰ ਗ੍ਰਸਤੀਆਂ ਦੇ ਘਰ ਜਾਣਾ ਪੈਂਦਾ ਹੈ, ਪਰਾਏ ਧਨ ਵੱਲ ਤੱਕਣਾ ਪੈਂਦਾ ਹੈ। ਤੁਸੀਂ ਆਪਣੀਆਂ ਔਰਤਾਂ ਛੱਡ ਪਰਾਈਆਂ ਔਰਤਾਂ ਵੱਲ ਧਿਆਨ ਹੈ ਤਾਂ ਇਹ ਤਾਂ ਘਾਟੇ ਦਾ ਮਾਰਗ ਹੈ। ਇਸ ਲਈ ਗੁਰਮਤ ਦੇ ਰਾਹ ਤੇ ਚੱਲ ਕੇ ਕਿਰਤ ਕਰਦਿਆਂ ਹੋਇਆਂ ਔਰ ਉੱਚਾ ਸੁੱਚਾ ਆਚਰਨ ਰੱਖਦਿਆਂ ਹੋਇਆਂ ਇਸ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ। ਤਾਂ ਮਨ ਦੇ ਪਿੱਛੇ ਤੁਰਨ ਵਾਲਾ ਜੋ ਆਪ ਖੁਦਰਾ ਮਨੁੱਖ ਹੈ, ਉਹ ਪਰਾਏ ਘਰ ਵੱਲ ਤੱਕਦਾ ਹੈ, ਪਰਾਏ ਤਨ ਔਰ ਧਨ ਵੱਲ ਤੱਕਦਾ ਹੈ। ਇਸ ਕਰਕੇ ਉਹਦੀ ਜ਼ਿੰਦਗੀ ਵਿੱਚ ਘਾਟਾ ਹੀ ਘਾਟਾ ਹੈ। ਮਨਮੁਖ ਭਰਮ ਇੱਥੇ ਰੁਕ ਜਾਣਾ ਹੈ। ਭਵੈ ਬੇਬਾਨ, ਮਨਮੁਖ ਭਰਮ, ਭਵੈ ਬੇਬਾਨ। ਭਰਮ ਦਾ ਮਤਲਬ ਭਰਮ ਵਿੱਚ, ਭੁਲੇਖੇ ਵਿੱਚ, ਤੇ ਬੇਬਾਨ ਦਾ ਮਤਲਬ ਹੈ ਜੰਗਲ ਵਿੱਚ। ਐਸਾ ਜੋ ਆਪ ਖੁਦਰਾ ਮਨੁੱਖ ਹੈ, ਉਹ ਭੁਲੇਖੇ ਵਿੱਚ ਪਿਆ ਹੋਇਆ, ਇੰਜ ਸਮਝੋ ਜਿਵੇਂ ਜੰਗਲ ਦੇ ਅੰਦਰ ਭਟਕ ਰਿਹਾ ਹੈ, ਭੁਲੇਖੇ ਵਿੱਚ ਪਿਆ ਹੋਇਆ ਜੰਗਲਾਂ ਵਿੱਚ ਭਟਕ ਰਿਹਾ ਹੈ। ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ, ਜਿਵੇਂ ਜੋਗੀ ਜੰਗਲਾਂ ਵਿੱਚ ਭਟਕ ਰਹੇ ਨੇ, ਜਿਵੇਂ ਹੋਰ ਬਹੁਤ ਸਾਰੇ ਲੋਕ ਜੰਗਲ ਵਿੱਚ ਭਟਕਦੇ ਨੇ। ਭਗਤ ਬਾਬਾ ਫਰੀਦ ਜੀ ਤਾਂ ਸਾਫ਼ ਤੌਰ ਤੇ ਕਹਿ ਰਹੇ ਨੇ, ਜੰਗਲ ਜੰਗਲ ਕਿਆ ਪਵੇਂ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਇੱਕ ਤਾਂ ਇਹ ਗੱਲ ਹੈ। ਦੂਜੀ ਇਹ ਹੈ ਕਿ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਸ ਸੰਸਾਰ ਦੇ ਅੰਦਰ ਜ਼ਿੰਦਗੀ ਜੀਂਦਾ ਵੀ ਇੰਜ ਜਿਵੇਂ ਜੰਗਲ ਵਿੱਚ ਭਟਕ ਰਿਹਾ ਹੋਵੇ। ਜੰਗਲ ਦੇ ਅੰਦਰ ਭਟਕ ਰਹੇ ਮਨੁੱਖ ਨੂੰ ਡਰ ਹੈ ਨਾ ਖਤਰਨਾਕ ਜੰਗਲੀ ਜਾਨਵਰਾਂ ਦਾ। ਉਹਨੇ ਆਪਣੇ ਇਸ ਜੀਵਨ ਨੂੰ ਜੰਗਲ ਬਣਾ ਲਿਆ। ਇੱਥੇ ਉਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਪੈਦਾ ਕਰ ਲੈਣਾ। ਮਨੁੱਖ ਦਾ ਜੋ ਜੀਵਨ ਹੈ ਉਹ ਬੇਤਰਤੀਬੀ ਵਾਲਾ ਜੀਵਨ ਹੈ, ਤੇ ਜੰਗਲਾਂ ਦੇ ਅੰਦਰ ਬੇਤਰਤੀਬੀ ਹੁੰਦੀ ਹੈ। ਇਸੇ ਕਰਕੇ ਉਹ ਜੰਗਲ ਬਣ ਜਾਂਦੇ ਨੇ। ਨਹੀਂ ਤੇ ਹੈ ਤੇ ਉੱਥੇ ਵੀ ਰੁੱਖ ਦਰਖਤ ਨੇ,
ਬਾਗ ਵਿੱਚ ਵੀ ਰੁੱਖ ਦਰਖਤ ਨੇ। ਬਾਗ ਸੋਹਣਾ ਇਸ ਕਰਕੇ ਹੈ ਕਿ ਉੱਥੇ ਤਰਤੀਬ ਹੈ, ਜੰਗਲ ਡਰਾਵਣਾ ਇਸ ਕਰਕੇ ਹੈ ਕਿ ਬੇਤਰਤੀਬੀ ਹੈ। ਤਾਂ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਹੈ ਨਾ, ਉਹਦੀ ਜ਼ਿੰਦਗੀ ਬੇਤਰਤੀਬੀ ਹੈ, ਤੇ ਬੇਤਰਤੀਬੀ ਕਰਕੇ ਉਹਦਾ ਜੀਵਨ ਜੰਗਲ ਹੀ ਬਣਿਆ ਹੋਇਆ ਹੈ, ਤੇ ਜੰਗਲ ਦੇ ਅੰਦਰ ਭਟਕਣ ਵਾਲੇ ਮਨੁੱਖ ਦੀ ਤਰ੍ਹਾਂ ਉਹ ਦੁਖੀ ਹੋ ਰਿਹਾ ਹੈ। ਇਸ ਲਈ ਸਾਨੂੰ ਜ਼ਰੂਰਤ ਹੈ ਕਿ ਅਸੀਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਜੇ ਅੱਜ ਦੀ ਵਿਚਾਰ ਵਿੱਚ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ। ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਕਮੈਂਟ ਹੈ, ਵਿਚਾਰ ਦੇਣੇ ਨੇ, ਤਾਂ ਉਹ ਆਪਣੇ ਵਿਚਾਰ ਦੇ ਸਕਦੇ ਨੇ ਐਸ ਜੋ ਵਿਚਾਰ ਕੀਤੀ ਹੈ ਇਹਦੇ ਸੰਦਰਭ ਵਿੱਚ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਕਲਾਸ ਦੀ ਉਹ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਗਿਆਨੀ ਜੀ। ਤੇ ਸਾਰਿਆਂ ਨੇ ਸੁਣ ਹੀ ਲਿਆ ਜੀ ਅੱਜ ਦੀ ਕਥਾ ਜਿਹੜੀ ਹੋਈ ਆ ਉਹਦੇ ਵਿੱਚੋਂ ਤੁਸੀਂ ਜੋ ਵੀ ਸਵਾਲ ਜਵਾਬ ਕਰਨੇ ਹੈਗੇ ਤਾਂ ਤੁਸੀਂ ਆ ਜਾਓ, ਅਨਮਿਊਟ ਹੋ ਜਾਓ ਤਾਂ ਕਿ ਤੁਸੀਂ ਆਪਣੇ ਸਵਾਲ ਗਿਆਨੀ ਕਰ ਸਕੋ। ਤੇ ਸਾਡੇ ਨਾਲ 2-3 ਜਣੇ ਅਨਮਿਊਟ ਹੋ ਗਏ ਜੀ ਆਲਰੇਡੀ, ਬਹੁਤ ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਕੁਲਦੀਪ ਕੌਰ ਜੀ ਤੁਸੀਂ ਅਨਮਿਊਟ ਹੋਏ ਆ, ਤੁਸੀਂ ਆ ਜਾਓ। ਉਹਦੇ ਬਾਅਦ ਨੀਨਾ ਜੀ ਤੇ ਉਹਦੇ ਬਾਅਦ ਹੋਰ ਵੀ ਹੈ, ਮੈਂ ਵਾਰੀ ਨਾਮ ਲੈ ਜਾਊਂਗਾ। ਹਾਂਜੀ ਗਿਆਨੀ ਜੀ, ਮੇਰਾ ਕਹਿਣਾ ਇਹ ਹੈ, ਜਿਸ ਤਰ੍ਹਾਂ ਵਿਕਤੋ ਦਾ ਮਤਲਬ ਦ੍ਰਿਸ਼ਟ ਹੈ ਤੇ ਐੜਾ ਲੱਗਣਾ ਅਦ੍ਰਿਸ਼ਟ ਬਣਦਾ, ਤੇ ਫਿਰ ਇਹਨੂੰ ਸਾਨੂੰ ਅਵਿਗਤੋ ਨਹੀਂ ਬੁਲਾਉਣਾ ਚਾਹੀਦਾ rather than ਅਵਗਤੋ? ਅਵਿਗਤੋ ਇਹ ਹੈਗਾ ਸ਼ਬਦ ਹੈਗਾ ਵਿਗਤ। ਹਾਂਜੀ, ਤੇ ਫਿਰ ਐੜਾ ਲੱਗ ਕੇ ਨੈਗੇਟਿਵ ਚ ਆ ਗਿਆ ਤੇ ਅਵਿਗਤ ਨਹੀਂ ਇਹਨੂੰ ਪੜਨਾ ਚਾਹੀਦਾ? ਅਵਿਗਤ ਹੀ ਪੜਾਂਗੇ ਜੀ, ਮਤਲਬ ਗੱਗੇ ਦੇ ਉੱਤੇ ਅੱਧਕ ਨਹੀਂ ਬੋਲਾਂਗੇ। ਅਵਿਗਤ ਨਹੀਂ, ਉਹਦੀ ਨਹੀਂ ਗੱਲ ਕਰਦੀ ਮੈਂ। ਐੜਾ ਜਿੱਦਾਂ ਹੁਣ ਅਵਗਤ ਕਹਿੰਦੇ ਆ, ਤੇ ਜਿੱਦਾਂ ਵਿਗਤ ਆ, ਵਿਗਤ ਦਾ ਮਤਲਬ ਦ੍ਰਿਸ਼ਟ, ਤੇ ਨਾਲ ਐੜਾ ਕੇ ਫਿਰ ਨੈਗੇਟਿਵ ਚ ਆ ਗਿਆ ਅਵਿਗਤੋ। ਇਹਨੂੰ ਫਿਰ ਆਪਾਂ ਅਵਿਗਤੋ ਪੜਾਂਗੇ, ਉਹ ਠੀਕ ਨਹੀਂ ਲੱਗਦਾ। ਮਤਲਬ ਇਹ ਨਾ, ਇਹਨੂੰ ਅਵਿਗਤੋ ਨਹੀਂ ਪੜਾਂਗੇ, ਗੱਗੇ ਦੇ ਉੱਤੇ ਅੱਧਕ ਨਹੀਂ ਲਾਵਾਂਗੇ, ਅਵਿਗਤੋ ਪੜਾਂਗੇ। ਅਵਿਗਤੋ, ਵਿਗਤੋ, ਅਵਿਗਤੋ। ਹਾਂ, ਵਿਗਤੋ ਉਹ ਠੀਕ ਹੈ। ਹਾਂ ਠੀਕ। ਹਾਂਜੀ, ਵਿਗਤ ਦੇ ਨਾਲ ਐੜਾ ਜੋੜਨਾ ਹੈ, ਉਹਦਾ ਉਚਾਰਨ ਹੋ ਜਾਏਗਾ ਅਵਿਗਤ। ਹਾਂ, ਮਤਲਬ ਗੱਗੇ ਉੱਤੇ ਨਾ ਅੱਧਕ ਨਹੀਂ ਲਗਾਵਾਂਗੇ। ਅਵਿਗਤੋ ਬਹੁਤੇ ਬੋਲਦੇ ਨਾ, ਅਵਿਗਤੋ, ਗਤੋ ਨਹੀਂ ਬੋਲਾਂਗੇ, ਗਤੋ ਬੋਲਾਂਗੇ। ਅਵਿਗਤੋ, ਅਵਿਗਤੋ। ਫਿਰ ਉੱਪਰ ਅੱਧਕ ਲੱਗ ਜਾਂਦਾ। ਓਕੇ, ਠੀਕ ਹੈ, ਥੈਂਕ ਯੂ। ਇੱਕ ਸਕਿੰਟ ਜੀ, ਸਾਰੀ ਧੰਨਵਾਦ ਜੀ ਕੁਲਦੀਪ ਕੌਰ ਜੀ। ਤੇ ਸਾਡੇ ਨਾਲ ਸਤਵੰਤ ਕੌਰ ਜੀ ਵੀ ਆ, ਜੁੜਿਓ। ਸਤਵੰਤ ਕੌਰ ਜੀ ਤੁਸੀਂ ਆਪਣਾ ਸਵਾਲ ਰੱਖੋ। ਥੈਂਕ ਯੂ। ਭਾਈ ਸਾਹਿਬ ਜੀ, ਸੂਖਮ ਤੇ ਅਸਥੂਲ ਦੇ ਅਰਥ ਨਾ ਥੋੜੇ ਕਲੀਅਰ ਕਰ ਦਿਓ। ਮੈਨੂੰ ਨਾ ਅਸਥੂਲ ਦਾ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ। ਅਸਥੂਲ ਦਾ ਮਤਲਬ ਪੈਨ ਹੁੰਦਾ ਬਹੁਤ ਵੱਡਾ। ਜਿਵੇਂ ਨਾ ਇਹਨੂੰ ਅਸੀਂ ਐਵੇਂ ਸਮਝ ਸਕਦੇ ਹਾਂ, ਇੱਕ ਰੁੱਖ ਦਾ ਬੀਜ ਨਾ ਸੂਖਮ ਹੈ, ਛੋਟਾ। ਹਾਂਜੀ। ਤੇ ਉਹ ਬੀਜ ਜਦੋਂ ਉੱਗ ਜਾਂਦਾ ਹੈ ਤਾਂ ਉਹ ਅਸਥੂਲ ਵੱਡਾ ਪੇੜ ਬਣ ਜਾਂਦਾ ਹੈ। ਸੂਖਮ ਦਾ ਮਤਲਬ ਬਿਲਕੁਲ ਛੋਟਾ, ਜੋ ਦਿਸਦਾ ਵੀ ਨਹੀਂ, ਤੇ ਅਸਥੂਲ ਦਾ ਮਤਲਬ ਬਹੁਤ ਵੱਡਾ। ਅੱਛਾ। ਜਿਵੇਂ ਆ ਜਿਹੜਾ ਅੱਜ ਕੱਲ ਕਰੋਨਾ ਚੱਲ ਰਿਹਾ, ਤਾਂ ਇਹ ਜਿਹੜਾ ਵਾਇਰਸ ਹੈ ਬੜਾ ਸੂਖਮ ਹੈ, ਛੋਟਾ ਹੈ, ਦਿਸਦਾ ਨਹੀਂ ਇਹਨਾਂ ਅੱਖਾਂ ਦੇ ਨਾਲ। ਤਾਂ ਜਿਹੜਾ ਸੂਖਮ ਹੈ ਉਹ ਜੋ ਸਾਨੂੰ ਇਹਨਾਂ ਅੱਖਾਂ ਦੇ ਨਾਲ ਨਾ ਦਿਸੇ, ਤੇ ਅਸਥੂਲ ਦਾ ਮਤਲਬ ਜੋ ਇਹਨਾਂ ਅੱਖਾਂ ਦੇ ਨਾਲ ਦਿਸ ਰਿਹਾ ਹੈ। ਤੇ ਜੋ ਸੰਸਾਰ ਪ੍ਰਤੀ ਵਿਚਾਰ ਨੇ ਉਹ ਇਹ ਹੈ ਕਿ ਜਦੋਂ ਇਹ ਸ੍ਰਿਸ਼ਟੀ ਹੋਂਦ ਵਿੱਚ ਨਹੀਂ ਸੀ ਆਈ, ਉਸ ਤੋਂ ਪਿੱਛੇ ਜੋ ਨਿਰਗੁਣ ਸੀ, ਜਿਹਦੇ ਵਿੱਚ ਜਿਹਨੂੰ ਅਸੀਂ, ਜਿਹਦਾ ਕੋਈ ਰੂਪ ਰੇਖ ਰੰਗ ਨਹੀਂ ਸੀ, ਉਹਨੂੰ ਵੀ ਅਸੀਂ ਸੂਖਮ ਕਹਿ ਦਿੰਦੇ ਹਾਂ, ਤੇ ਇਹ ਅਸੀਂ ਅਸਥੂਲ ਕਹਿ ਦਿੰਦੇ ਹਾਂ। ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੁਆ ਅਸਥੂਲੀ, ਯਾਨੀ ਤੂੰ ਹੀ ਛੋਟੇ ਤੋਂ ਵੱਡਾ ਹੋ ਗਿਆ। ਠੀਕ ਹੈ ਭੈਣ? ਹਾਂਜੀ, ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਸਤਵੰਤ ਕੌਰ ਜੀ। ਤੇ ਸਾਡੇ ਨਾਲ ਦਰਸ਼ਨ ਸਿੰਘ ਜੀ ਤੁਸੀਂ ਅਨਮਿਊਟ ਹੋਏ, ਤੁਸੀਂ ਕੁਝ ਕਹਿਣਾ? ਦਰਸ਼ਨ ਸਿੰਘ ਜੀ। ਹਾਂਜੀ ਜੀ ਜੀ, ਤੁਸੀਂ ਅਨਮਿਊਟ ਹੈ, ਤੁਸੀਂ ਕੋਈ ਸਵਾਲ ਕਰਨਾ ਜੀ? ਹਾਂਜੀ ਹਾਂਜੀ, ਮੈਂ ਗਿਆਨ ਜੀ ਕੋਈ ਪੁੱਛਣਾ ਜੀ। ਗਿਆਨ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਤਿਹ ਜੀ। ਗਿਆਨ ਜੀ ਮੇਰੀ ਤੁਹਾਨੂੰ ਹੰਬਲ ਰਿਕੁਐਸਟ ਹੈ ਕਿ ਹਾਂਜੀ ਜਿਸ ਤਰ੍ਹਾਂ ਅਸੀਂ ਪਾਠ ਕਰਦੇ ਹਾਂ ਲਗਾਤਾਰ ਰੋਜ਼, ਉਹਦੇ ਅੰਦਰ ਇਹ ਜ਼ਰੂਰੀ ਹੈ ਕਿ ਸਾਰੇ ਪਾਠ ਜਿਹੜੇ ਨੂੰ ਲਗਾਤਾਰ ਹਰ ਬੰਦਾ ਕਰੇ। ਹਾਂਜੀ ਹਰ ਜਿਸ ਤਰ੍ਹਾਂ 4 ਜਾਂ 5 ਜਪਜੀ ਸਾਹਿਬ ਹੋ ਗਿਆ, ਸੁਖਮਨੀ ਸਾਹਿਬ ਹੋ ਗਿਆ। ਅੱਜ ਦੁਨੀਆ ਦੇ ਜਿਹੜੇ ਹਾਲਾਤ ਹਨ, ਜਿਹੜੇ ਕੰਡੀਸ਼ਨਸ ਹਨ, ਅਗਰ ਉਹਦੇ ਅੰਦਰ ਅਸੀਂ ਇੱਕ ਗੁਰਬਾਣੀ ਇੱਕ ਪਾਠ ਜਪਜੀ ਸਾਹਿਬ ਕਰੀਏ ਤੇ ਸੁਖਮਨੀ ਸਾਹਿਬ ਵੀ ਕਰਨਾ आवश्यक ਹੈ। ਨਹੀਂ ਵੀਰ ਜੀ, आवश्यक ਨਹੀਂ ਹੈ। ਜਿੰਨਾ ਤੁਹਾਡੇ ਕੋਲ ਟਾਈਮ ਹੈ ਉਨੀ ਤੁਸੀਂ ਬਾਣੀ ਪੜ੍ਹ ਸਕਦੇ ਹੋ। ਔਰ ਜੀ ਬਾਣੀ ਪੜ੍ਹਨ ਦਾ ਜੋ ਮਕਸਦ ਇਹ ਹੈ ਕਿ ਅਸੀਂ ਪੜ੍ਹ ਕੇ ਉਹਦੇ ਅਰਥ ਵਿਚਾਰ ਕੇ ਤੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਜੀ ਜੀ ਜਿੰਨੀ ਤੁਸੀਂ ਪੜ੍ਹ ਸਕਦੇ ਹੋ ਨਾ, ਜਿੰਨੀ ਸਿਹਤ ਤੁਹਾਡੀ ਅਲਾਉ ਕਰਦੀ ਹੈ, ਜਿੰਨਾ ਟਾਈਮ ਅਲਾਉ ਕਰਦਾ ਹੈ, ਅਸਲੀ ਇਹ ਕਿ ਜੀ ਬਾਣੀ ਪੜ੍ਹ ਕੇ ਉਹਦੇ ਤੇ ਅਮਲ ਕਰਨਾ ਹੈ। ਜੀ ਬਿਲਕੁਲ ਠੀਕ ਹੈ। ਧੰਨਵਾਦ। ਇਹ ਤੇ ਪ੍ਰਿੰਸੀਪਲ ਅਸੂਲ ਹੈ, ਅਸੂਲ ਜੀਵਨ ਦਾ ਵੀ ਅਸੂਲ ਬਣਾਇਆ ਹੋਇਆ ਹੈ ਕਿ ਉਹੀ ਕਰਾਂਗੇ ਜੋ ਗੁਰਬਾਣੀ ਕਹਿੰਦੀ ਹੈ। ਬਿਲਕੁਲ ਉਸ ਤੋਂ ਬਿਲਕੁਲ। ਵਿਪਰੀਤ ਨਹੀਂ ਕਰਾਂਗੇ। ਹਾਂਜੀ ਉਸ ਤੋਂ ਹਾਂਜੀ ਵਿਪਰੀਤ ਹਾਂਜੀ, ਨਹੀਂ ਕਰਾਂਗੇ। ਵੈਰੀ ਗੁੱਡ। ਨਾ ਤਾਂ ਕਮਾਈ ਦੇ ਸਾਧਨ ਉਹਦੇ ਵਿਪਰੀਤ ਹੋਣਗੇ ਔਰ ਨਾ ਹੀ ਅਸੀਂ ਇਨਵੋਲਵਮੈਂਟ ਕਰਾਂਗੇ ਉਸ ਦੇ ਵਿਪਰੀਤ। ਜੋ ਰੱਬ ਦਾ ਹੁਕਮ ਹੈ ਉਹਦੇ ਅੰਦਰ ਹੀ ਰਵਾਂਗੇ। ਵੈਰੀ ਗੁੱਡ ਵੈਰੀ ਗੁੱਡ। ਬਸ ਇਹਦੇ ਵਿੱਚ ਹੀ ਸੁਖ ਸ਼ਾਂਤੀ ਹੈ, ਇਹੀ ਗੁਰੂ ਦੀ ਸਾਨੂੰ ਕਹਿੰਦੇ ਨੇ। ਮਿਹਰਬਾਨੀ ਜੀ, ਬਹੁਤ ਧੰਨਵਾਦ। ਧੰਨਵਾਦ। ਧੰਨਵਾਦ ਜੀ ਦਰਸ਼ਨ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਸਾਡੇ ਨਾਲ ਆਈਪੈਡ ਤੇ ਕੋਈ ਅਨਮਿਊਟ ਹੈ ਜੀ, ਮੇਰਾ ਖਿਆਲ ਨੀਨਾ ਜੀ ਹੁੰਦੇ ਸੀਗੇ ਪਰ ਉਹਨਾਂ ਦੀ ਪਿਕਚਰ ਨਹੀਂ ਆ ਰਹੀ। ਤੇ ਜੇ ਕੋਈ ਆਈਪੈਡ ਤੇ ਅਨਮਿਊਟ ਹੈ ਜੀ, ਜਿਹੜਾ ਉਹਨਾਂ ਨੇ ਕੋਈ ਕੁਐਸਚਨ ਕਰਨਾ ਤਾਂ ਪਲੀਜ਼ ਆਪਣਾ ਕੁਐਸਚਨ ਰੱਖੋ। ਥੈਂਕ ਯੂ। ਹਾਂਜੀ ਨਹੀਂ ਤੁਸੀਂ ਬਲਜੀਤ ਕੌਰ ਜੀ ਤੁਸੀਂ ਨਹੀਂ ਹੈਗੇ, ਆਈਪੈਡ ਤੇ ਕੋਈ ਅਨਮਿਊਟ ਆ। ਹਾਂਜੀ ਮੈਂ ਵੀ ਪੁੱਛਣਾ ਇੱਕ ਕੁਐਸਚਨ। ਨਹੀਂ ਤੁਸੀਂ, ਮੈਂ ਤੁਹਾਡੇ ਕੋਲ ਆਉਣਾ ਹੁਣੇ ਪਰ ਮੈਨੂੰ ਲੱਗਦਾ ਨਹੀਂ ਸ਼ਾਇਦ ਉਹਨਾਂ ਨੇ ਕੋਈ ਕੁਐਸਚਨ ਨਹੀਂ ਪੁੱਛਣਾ। ਚਲੋ ਤੁਸੀਂ ਗੱਲ ਕਰ ਲਓ ਜੀ। ਜੀ ਆਈਪੈਡ ਤੇ ਮੈਂ ਅਨਮਿਊਟ ਹੈਗੀ ਆ। ਓਕੇ ਜੀ, ਸੌਰੀ। ਤੁਹਾਨੂੰ ਕਹਿ ਰਿਹਾ ਸੀਗਾ ਪਰ ਤੁਹਾਡੀ ਪਿਕਚਰ ਨਹੀਂ ਆ ਰਹੀ। ਮੈਂ ਤੁਹਾਨੂੰ ਕਹਿ ਰਿਹਾ ਸੀਗਾ ਜੇ ਤੁਸੀਂ ਅਨਮਿਊਟ ਤਾਂ ਅੱਛਾ ਪਿਕਚਰ ਤੋਂ ਬਗੈਰ ਹੀ ਕਰ ਲਓ ਨਾ। ਮੈਂ ਕਿਹਾ ਪਿਕਚਰ ਤੋਂ ਬਗੈਰ ਹੀ ਮੇਰਾ ਆਨਸਰ ਨਹੀਂ ਠੀਕ ਹੈ। ਮੈਂ ਤੁਹਾਨੂੰ ਬੇਨਤੀ ਤਾਂ ਕੀਤੀ ਸੀਗੀ ਵੀ ਤੁਸੀਂ ਆਈਪੈਡ ਤੇ ਜਾਂ ਅਨਮਿਊਟ ਹੋਏ ਹੋ, ਤੁਸੀਂ ਆਪਣਾ ਕੁਐਸਚਨ ਰੱਖੋ। ਹਾਂਜੀ ਕਰੋ ਗੱਲ ਤੁਸੀਂ। ਹਾਂਜੀ ਮੈਂ ਕਰਾਂ ਹੁਣ ਕਿ ਦੂਜੇ ਭੈਣ ਜੀ? ਅੱਛਾ ਹਾਂਜੀ। ਏਕਾ ਵੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ। ਭਾਈ ਸਾਹਿਬ ਜੀ ਇਹਦਾ ਮਤਲਬ ਦੱਸਣਾ। ਦਾ ਮਤਲਬ ਹੈਗਾ ਕਿ ਨਾਮ ਰਸਾਇਣ ਵਿਸਰਿਆ ਦਾ ਮਤਲਬ, ਰਸਾਇਣ ਦਾ ਮਤਲਬ ਹੈਗਾ ਰਸਾਂ ਦਾ ਘਰ, ਨਾਮ ਦਾ ਮਤਲਬ ਹੁਕਮ, ਕਿ ਸਾਰੇ ਸੁੱਖਾਂ ਦਾ ਜੋ ਘਰ ਹੁਕਮ ਹੈ, ਸਿਸਟਮ, ਉਹ ਜਿਹਨੂੰ ਭੁੱਲ ਗਿਆ ਹੈ ਉਹਨੂੰ ਏਕਾ ਵੇਦਨ, ਉਹਦੇ ਅੰਦਰ ਜ਼ਿੰਦਗੀ ਦੇ ਅੰਦਰ ਇੱਕ ਪੀੜਾ ਬਣੀ ਰਹਿੰਦੀ ਹੈ ਤੇ ਦੂਜੇ ਕਰਕੇ ਉਹਦੇ ਅੰਦਰ ਪੀੜ ਬਣੀ ਰਹਿੰਦੀ ਹੈ। ਏਕਾ ਵੇਦਨ ਦੂਜੇ ਵਿਆਪੀ, ਯਾਨੀ ਉਹਦੇ ਅੰਦਰ ਜਿਹੜੇ ਦ્વੈਤ ਭਾਵ ਕਰਕੇ ਪੀੜਾ ਬਣੀ ਰਹਿੰਦੀ ਹੈ ਹਉਮੈ ਦੀ, ਔਰ ਉਸ ਹਉਮੈ ਦੇ ਕਾਰਨ ਉਹਦੇ ਅੰਦਰ ਦੁੱਖ ਬਣੇ ਰਹਿੰਦੇ ਨੇ। ਜਿਸ ਬੰਦੇ ਨੂੰ ਰੱਬ ਦਾ ਹੁਕਮ ਵਿਸਰ ਜਾਂਦਾ ਹੈ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦਾ। ਅੱਛਾ ਜੀ, ਇਹ ਤੇ ਹੋ ਗਿਆ। ਤੇ ਅਸਥੂਲ ਤੁਸੀਂ ਦੱਸਿਆ ਸੀ ਬਹੁਤ ਵੱਡਾ। ਅਸਥੂਲ ਦਾ ਮਤਲਬ ਵੱਡਾ, ਸੂਖਸ਼ਮ ਦਾ ਮਤਲਬ ਛੋਟਾ, ਜੋ ਸਾਨੂੰ ਇਸ ਦ੍ਰਿਸ਼ਟੀ ਨਾਲ ਦਿਸਦਾ ਨਹੀਂ ਅੱਖਾਂ ਦੇ ਨਾਲ। ਅੱਛਾ ਛੋਟਾ। ਅੱਛਾ ਜੀ, ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਨੀਨਾ ਜੀ। ਤੇ ਸਾਡੇ ਨਾਲ ਬਲਜੀਤ ਕੌਰ ਤੁਸੀਂ ਵੀ ਆਏ ਜੀ, ਤੁਸੀਂ ਅਨਮਿਊਟ ਹੋ, ਤੁਸੀਂ ਗੱਲ ਕਰੋ ਆਪਣਾ। ਹਾਂਜੀ ਗਿਆਨੀ ਜੀ, ਮੈਨੂੰ ਇੱਕ ਚੀਜ਼ ਦਾ ਮਤਲਬ ਦੱਸਣਾ। ਤੁਸੀਂ ਦੱਸਿਆ ਸਾਚੇ ਉਪਜੇ ਸਾਚ ਸਮਾਵੇ, ਸਾਚੀ ਚੀਜ਼ ਜਨਮ ਲੈਣਾ, ਸਾਚੀ ਚੀਜ਼ ਸਮਾ ਜਾਣਾ, ਬਟ ਸਾਚੇ ਸੂਚੇ ਏਕ ਮਿਆ, ਇਹਦਾ ਥੋੜਾ ਮੈਨੂੰ ਦੱਸ ਦਿਓ। ਸਾਚੇ ਸੂਚੇ ਏਕ ਮੈਂ ਦਾ ਮਤਲਬ ਹੁੰਦਾ ਹੈ ਇੱਕਮਿਕ ਹੋ ਜਾਣਾ। ਓਕੇ। ਸੂਚੇ ਦਾ ਮਤਲਬ ਜਿਹੜੇ ਸੁੱਚੇ ਬੰਦੇ ਨੇ, ਸੱਚ ਦੇ ਧਾਰਨੀ। ਸਾਚੇ ਦਾ ਮਤਲਬ ਸੱਚਾ, ਉਹ ਸੱਚੇ ਦੇ ਨਾਲ ਇੱਕਮਿਕ ਹੋ ਜਾਂਦੇ ਨੇ। ਜਿਵੇਂ ਜਿਉਂ ਜਲ ਨੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਨ੍ਹਾਂ ਦੀ ਸੁਰਤ ਸੱਚ ਦੇ ਨਾਲ ਜੁੜ ਗਈ, ਉਹ ਸੱਚ ਦੇ ਨਾਲ ਇੱਕਮਿਕ ਹੋ ਗਏ, ਸੱਚ ਦਾ ਹੀ ਰੂਪ ਹੋ ਗਏ। ਓਕੇ ਜੀ, ਥੈਂਕ ਯੂ। ਠੀਕ ਹੈ। ਹਾਂਜੀ ਥੈਂਕ ਯੂ। ਠੀਕ ਹੈ ਜੀ, ਧੰਨਵਾਦ ਜੀ। ਤੇ ਹੋਰ ਤਾਂ ਕੋਈ ਅਨਮਿਊਟ ਨਹੀਂ ਹੈਗਾ ਜੀ। ਤੇ ਮੇਰੀ ਘਰ ਵਾਲੀ ਕੁਝ ਕਹਿਣਾ ਚਾਹੁੰਦੀ ਹੈ ਜੀ, ਉਹ ਗੱਲ ਕਰਨੀ ਚਾਹੁੰਦੀ ਆ, ਪਰ ਤੁਸੀਂ ਹੈਰਾਨ ਨਾ ਹੋਇਓ, ਉਹਦੀ ਅਨਮਿਊਟ ਨਹੀਂ ਹੋਈ ਉਹ, ਪਰ ਉਹ ਮੇਰੇ ਨਾਲ ਹੀ ਬੈਠੀ ਆ ਅੱਜ। ਇਹ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੈਂ ਅੱਜ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ, ਜਿਹੜਾ ਕਿ ਕੱਲ ਹੋਇਆ।
ਉਹ ਇਸ ਤਰ੍ਹਾਂ ਹੋਈ ਕਿ ਕੱਲ ਮੈਂ 2:15 ਵਜੇ ਆਪਣੀ ਗ੍ਰੈਂਡ ਡਾਟਰ ਨੂੰ ਪਿਕਅਪ ਕਰਨ ਵਾਸਤੇ ਜਾਣਾ ਸੀ ਸਕੂਲ ਤੋਂ, ਤੇ ਮੈਂ ਆਪਣਾ ਜ਼ੂਮ ਕਲਾਸ ਜਿਹੜੀ ਉਹ ਆਪਣੇ ਫੋਨ ਦੇ ਉੱਤੇ ਆਨ ਹੀ ਸੀਗਾ, ਤੇ ਉਹ ਮਤਲਬ ਜਦੋਂ ਬੇਟੀ ਆ ਕੇ ਮੇਰੀ ਦੋਹਤੀ ਬੈਠੀ ਕਾਰ ਦੇ ਵਿੱਚ, ਤੇ ਉਸ ਵੇਲੇ ਆਪਣੀ ਡਿਸਕਸ਼ਨ ਚੱਲ ਰਹੀ ਸੀਗੀ, ਤੇ ਉਸ ਵੇਲੇ ਭੈਣ ਜੀ ਨੀਨਾ ਜੀ ਹੁਣਾਂ ਦੀ ਗੱਲਬਾਤ ਹੋ ਰਹੀ ਸੀਗੀ ਕਿ ਇਹਨਾਂ ਦੀ ਡਾਕਟਰ ਜਦੋਂ ਮੈਡੀਕਲ ਐਗਜ਼ਾਮ ਕਰ ਰਹੀ ਸੀ ਤਾਂ ਇਹਨਾਂ ਨੇ ਮਤਲਬ 2 ਘੰਟੇ ਆਪਣੀ ਕਾਰ ਦੇ ਵਿੱਚ ਬੈਠ ਕੇ ਤੇ ਸ਼ਬਦ ਦਾ ਜਾਪ ਕੀਤਾ ਸੀ, ਕਰਦੇ ਹੁੰਦੇ ਸੀ, ਤੇ ਉਹਨੂੰ ਮਤਲਬ ਪੰਜਾਬੀ ਸਮਝ ਬਿਲਕੁਲ ਆਉਂਦੀ ਆ ਕਿ ਕੋਈ ਕੀ ਗੱਲ ਕਰ ਰਿਹਾ। ਤਾਂ ਉਹਨੇ ਇਹ ਗੱਲ ਸੁਣੀ ਤੇ ਉਹਨੇ ਮੈਨੂੰ ਇਹ ਕੁਐਸਚਨ ਪੁੱਛਿਆ ਕਿ ਵੀ ਨਾਨੀ ਜੀ ਭਈ ਆਂਟੀ ਜੀ ਆਹ ਚੀਜ਼ ਕਹਿ ਰਹੇ ਆ ਕਿ ਉਹਨਾਂ ਦੀ ਡਾਕਟਰ ਦਾ ਐਗਜ਼ਾਮ ਸੀ ਤੇ ਉਹ ਬਾਹਰ ਕਾਰ ਦੇ ਵਿੱਚ ਬੈਠ ਕੇ 2 ਘੰਟੇ ਜਾਪ ਆਪਣਾ ਸ਼ਬਦ ਕਰਦੇ ਹੁੰਦੇ ਸੀ। ਮੈਂ ਕਿਹਾ ਹਾਂਜੀ। ਤੇ ਉਹਨੇ ਮੈਨੂੰ ਸਿੱਧਾ ਇਹ ਕਿਹਾ ਵੀ ਤੁਸੀਂ ਇਸ ਚੀਜ਼ 'ਚ ਬਲੀਵ ਕਰਦੇ ਆ ਵੀ ਕਿ ਉਹਨਾਂ ਦੇ ਸ਼ਬਦ ਦਾ ਜਾਪ ਕਰਨ ਦੇ ਨਾਲ ਉਹਨਾਂ ਦੀ ਡਾਕਟਰ ਨੇ ਮਤਲਬ ਐਗਜ਼ਾਮ ਪਾਸ ਕੀਤੇ ਹੋਊਗੇ। ਤੇ ਮੈਂ ਕਿਹਾ ਵੀ ਤੂੰ ਕੀ ਥਿੰਕ ਕਰਦੀ ਆ? ਕਹਿੰਦੀ ਕਿ ਮੈਂ ਤਾਂ ਇਹ ਥਿੰਕ ਕਰਦੀ ਆ ਕਿ ਜੇ ਮੰਨ ਲਓ ਉਹਨਾਂ ਦੀ ਡਾਕਟਰ ਨੇ ਸਟੱਡੀ ਨਹੀਂ ਕੀਤੀ ਹੁੰਦੀ, ਹਾਰਡ ਵਰਕ ਨਹੀਂ ਕੀਤਾ ਹੁੰਦਾ ਆਪਣਾ, ਤੇ ਨਾ ਰਿਵੀਜ਼ਨ ਕੀਤੀ ਹੁੰਦੀ, ਤੇ ਫਿਰ ਉਹ ਐਗਜ਼ਾਮਸ ਦੇ ਵਿੱਚ ਬੈਠਦੇ, ਤੇ ਫਿਰ ਕਹਿੰਦੀ ਆਂਟੀ ਹੁਣੀ ਜੇ ਬਾਹਰ ਬੈਠ ਕੇ ਕਾਰ ਦੇ ਵਿੱਚ ਫਿਰ ਜਾਪ ਕਰਦੇ ਤੇ ਉਹ ਪਾਸ ਹੋ ਜਾਂਦੇ, ਕਹਿੰਦੀ ਫਿਰ ਮੈਂ ਬਲੀਵ ਕਰ ਸਕਦੀ ਸੀਗੀ ਕਿ ਹਾਂ ਇਦਾਂ ਹੋ ਸਕਦਾ ਆ। ਤੇ ਮੈਂ ਕਿਹਾ ਤੇਰਾ ਕੀ ਮਤਲਬ ਆ ਇਹ ਕਹਿਣ ਦਾ, ਫਿਰ ਮਤਲਬ ਤੂੰ ਬਲੀਵ ਨਹੀਂ ਕਰਦੀ ਇਸ ਚੀਜ਼ ਦੇ ਵਿੱਚ? ਕਹਿੰਦੀ ਨਹੀਂ। ਤੇ ਉਹਨੇ ਮੈਨੂੰ ਇਹ ਕਿਹਾ ਕਿ ਜਿੰਨੀਆਂ ਵੀ ਦਾਦੀਆਂ ਤੇ ਨਾਨੀਆਂ ਇਸ ਵੇਲੇ ਵਿਹਲੀਆਂ ਆ, ਕਿਉਂਕਿ ਉਹਨਾਂ ਦੇ ਬੱਚਿਆਂ ਦੇ ਐਗਜ਼ਾਮ ਹੋ ਰਹੇ ਆ ਇਸ ਵੇਲੇ, ਮੌਕ ਐਗਜ਼ਾਮਸ ਹੈ ਨਾ ਜੀ, ਕਹਿੰਦੀ ਅਸੀਂ ਇੰਨੇ ਸਟ੍ਰੈਸ ਹੋਏ ਆ ਇਸ ਵੇਲੇ ਕਿ ਸਾਨੂੰ ਰਿਵੀਜ਼ਨ ਕਰਨੀ ਪੈਂਦੀ ਐਗਜ਼ਾਮਸ ਕਰਕੇ, ਅਸੀਂ ਫਿਕਰ ਵੀ ਬਹੁਤ ਕਰਦੇ, ਸਾਨੂੰ ਨੀਂਦ ਵੀ ਨਹੀਂ ਆਉਂਦੀ ਹੈਗੀ। ਕਹਿੰਦੀ ਸਾਰੀਆਂ ਦਾਦੀਆਂ ਨਾਨੀਆਂ ਨੂੰ ਕਹਿੰਦੀ ਕਾਰਾਂ ਵਿੱਚ ਬਾਹਰ ਬੈਠ ਕੇ, ਤਾਂ ਕਹਿੰਦੀ ਤੁਹਾਨੂੰ ਸਾਡੇ ਲਈ ਇਹ ਕਰੋਨਾ ਦੇ ਵਿੱਚ ਸਾਰੀਆਂ ਵਿਹਲੀਆਂ ਆ, ਕਹਿੰਦੀ ਹੁਣ ਫਿਰ ਕਹਿੰਦੇ ਉਹਨਾਂ ਸਾਰਿਆਂ ਨੂੰ ਇਹ ਕੁਝ ਸਾਡੇ ਵਾਸਤੇ ਕਰਨਾ ਚਾਹੀਦਾ ਆ। ਕਹਿੰਦੀ ਦੈਟ ਮੀਨਸ ਕਿ ਜਿਹੜੀ ਸਾਡੀ ਸਟੱਡੀ ਆ ਉਹ ਮੈਟਰ ਨਹੀਂ ਕਰਦੀ ਕਿ ਅਸੀਂ ਹਾਰਡ ਵਰਕ ਕਰਦੇ। ਉਹ ਕਹਿੰਦੀ ਮੈਂ ਬਲੀਵ ਕਰਦੀ ਹਾਂ ਕਿ ਜਿਹੜਾ ਅਸੀਂ ਹਾਰਡ ਵਰਕ ਕਰਦੇ ਜਾਂ ਅਸੀਂ ਰਿਵੀਜ਼ਨ ਕਰਦੇ ਹਾਂ, ਅਸੀਂ ਉਹਦੇ ਕਰਕੇ ਪਾਸ ਹੁੰਦੇ ਹਾਂ। ਤੇ ਮੇਰੇ ਕੋਲ ਉਹਦੇ ਵਾਸਤੇ ਇਸ ਚੀਜ਼ ਦਾ ਕੋਈ ਜਵਾਬ ਨਹੀਂ ਸੀ ਜੀ। ਤੇ ਮੈਂ ਮਤਲਬ ਇਹ ਤੁਹਾਨੂੰ ਦੱਸਣਾ, ਤੁਸੀਂ ਆਪਣੇ ਆਪਣੇ ਇਸ ਚੀਜ਼ ਦੇ ਬਾਰੇ ਵਿਊ ਦਿਓ ਕਿ ਤੁਸੀਂ ਕੀ ਥਿੰਕ ਕਰਦੇ ਆ ਕਿ ਜੇ ਸਾਡੇ ਜਿਹੜੇ ਅੱਜ ਦੇ ਬੱਚੇ ਆ ਮਤਲਬ ਉਹ ਇਸ ਚੀਜ਼ ਦੇ ਵਿੱਚ ਬਲੀਵ ਨਹੀਂ ਕਰਦੇ ਹੈਗੇ ਜੀ। ਤੁਸੀਂ ਗਿਆਨੀ ਬੱਚੇ ਨਾ ਉਹ ਠੀਕ ਕਹਿ ਰਹੇ ਨੇ ਬਿਲਕੁਲ ਜੀ। ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਔਰ ਬੱਚੇ ਜੇ ਮਿਹਨਤ ਨਹੀਂ ਕਰਨਗੇ ਤੇ ਫਿਰ ਉਹ ਮਤਲਬ ਇਹ ਕਿਸੇ ਉਤਨੀ ਪੈਸ ਇਹ ਦੇਖੋ ਜਿਹਾ ਬੀਜੇ ਸੋ ਲੁਣਾ ਕਰਮਸਨ ਦਾ ਖੇਤ, ਜਿਹਾ ਕੋਈ ਬੀਜੇਗਾ ਉਹ ਜਿਹਾ ਵੱਡੇਗਾ। ਤਾਂ ਉਹ ਬੱਚੀ ਜਿਹੜੀ ਉਹ ਠੀਕ ਕਹਿ ਰਹੀ ਹੈ। ਬਾਕੀ ਨੀਨਾ ਭੈਣ ਜੀ ਦਾ ਆਪਣਾ ਵਿਸ਼ਵਾਸ ਹੈ, ਉਹ ਇੱਕ ਵੱਖਰਾ ਟੌਪਿਕ ਹੈ, ਲੇਕਿਨ ਜੋ ਸਚਾਈ ਹੈ ਉਹ ਇਹੀ ਹੈ ਕਿ ਜਿਹਾ ਬੀਜੇ ਸੋ ਲੁਣਾ ਕਰਮਸਨ ਦਾ ਖੇਤ। ਮੈਂ ਫਿਰ ਉਹਨੂੰ ਕਿਹਾ ਸੀ, ਮੈਂ ਕਿਹਾ ਸਾਨੂੰ ਗਿਆਨੀ ਜੀ ਹੁਣਾਂ ਨੇ ਜਪਜੀ ਸਾਹਿਬ ਦੇ ਵਿੱਚ ਵੀ ਆਈ ਥਿੰਕ ਤੇ ਤੁਸੀਂ ਆਸਾ ਦੀ ਵਾਰ ਦੇ ਵਿੱਚ ਵੀ ਇਹ ਚੀਜ਼ ਦੱਸੀ ਸੀ ਕਿ ਮੈਂ ਕਿਹਾ ਉਹਨਾਂ ਨੇ ਸਾਨੂੰ ਇਹ ਚੀਜ਼ ਸਮਝਾਈ ਆ ਕਿ ਤੂੰ ਰਾਈਟ ਆ ਕਿ ਇਦਾਂ ਨਹੀਂ ਹੁੰਦੀ ਹੈਗੀ। ਮੈਂ ਕਿਹਾ ਸਾਨੂੰ ਉਹਨਾਂ ਨੇ ਇਹ ਚੀਜ਼ ਸਮਝਾਈ ਸੀ ਕਿ ਅਗਰ ਤੁਸੀਂ 2.5 ਲੱਖ ਰੁਪਈਆ ਕਮਾਉਣਾ ਚਾਹੁੰਦੇ ਆ ਜਾਂ ਤੁਸੀਂ ਕਹਿੰਦੇ ਆ ਕਿ ਮੈਨੂੰ ਮਿਲੇ, ਤਾਂ ਤੁਹਾਨੂੰ ਉਹਦੇ ਵਾਸਤੇ ਮਿਹਨਤ ਕਰਨੀ ਪੈਣੀ ਆ, ਨਾ ਕਿ ਅਰਦਾਸ ਕਰਕੇ ਉਹ ਸਾਡੇ ਸਰਾਣੇ ਥੱਲੇ ਆ ਜਾਣਾ ਆ। ਹਾਂਜੀ, ਤੇ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਮੈਂ ਕਿਹਾ ਸਾਨੂੰ ਉਹਨਾਂ ਨੇ ਇਹ ਚੀਜ਼ ਸਮਝਾਈ ਸੀਗੀ। ਮੈਂ ਕਿਹਾ ਅਸੀਂ ਨਹੀਂ ਬਲੀਵ ਕਰਦੇ ਇਸ ਚੀਜ਼ ਦੇ ਵਿੱਚ ਵੀ ਤੁਹਾਨੂੰ ਹੀ ਮਿਹਨਤ ਕਰਨੀ ਪੈਣੀ ਆ ਨਾ। ਮਤਲਬ ਮੈਨੂੰ ਬਹੁਤ ਹੈਰਾਨੀ ਹੋਈ ਇਸ ਚੀਜ਼ ਦੀ ਕੱਲ ਕਿ ਉਹਨੇ ਮਤਲਬ ਉਹਦਾ ਧਿਆਨ ਇਸ ਗੱਲ ਦੇ ਵਿੱਚ ਸੀ ਕਿ ਅਸੀਂ ਕੀ ਗੱਲਬਾਤ ਕਰ ਰਹੇ ਹਾਂ, ਇਹਦੇ ਵਿੱਚ ਕੀ ਚੀਜ਼ ਆ ਹਨਾ। ਤੇ ਮੈਨੂੰ ਉਹਦੀ ਇਹ ਕੁਐਸਚਨ ਹਾਂਜੀ ਮੈਂ ਕੁਝ ਹਾਂਜੀ ਮੈਂ ਤੁਹਾਡੇ ਕੋਲ ਆਉਣਾ, ਮੈਂ ਕੁਝ ਐਡ ਕਰ ਸਕਦਾ? ਹਾਂਜੀ ਬਿਲਕੁਲ ਹਾਂਜੀ ਤੁਹਾਡੇ ਕੋਲ ਆਉਣਾ। ਹਾਂ ਠੀਕ ਹੈ ਜੀ, ਕੰਪਲੀਟ ਕਰ ਲਈ ਗੱਲ, ਤੁਸੀਂ ਆਪਣੀ ਕਰੋ। ਹਾਂਜੀ ਮੈਂ ਕਰ ਲਵਾਂ ਹੁਣ? ਹਾਂਜੀ ਮੈਂ ਕਹਿ ਰਹੀ ਹੈਗੀ ਆ ਤੁਹਾਨੂੰ ਕਿ ਮੇਰੀ ਬੇਟੀ ਜਿਹੜੀ ਸੀਗੀ, she was topper in the class, she was first in the class, okay, always, but she would get nervous when she went to the exams, okay, ਜਦੋਂ ਜਾਂਦੀ ਸੀ ਉਹ ਕਹਿੰਦੀ ਸੀ ਮੈਨੂੰ ਕੁਝ ਨਹੀਂ ਆਉਂਦਾ, ਮੈਂ ਪੜ੍ਹਿਆ ਨਹੀਂ। So as a mother, that was my strength to give it to her. I would sit in the car and do part as long as she was doing the exam.
and I felt कि मेरी ਜਿਹੜੀ ਤਾਕਤ ਪਰਮਾਤਮਾ ਦੀ ਮੇਰੇ ਕੋਲ ਤਾਕਤ ਆ ਰਹੀ ਹੈ ਉਹ ਮੈਂ ਉਹਨੂੰ ਪਾਸ ਕਰ ਰਹੀ ਹਾਂ ਕਿ ਜਿੰਨਾ ਤੂੰ ਪੜ੍ਹਿਆ ਉਹ ਤੂੰ ਪ੍ਰੋਡਿਊਸ ਕਰ ਉੱਥੇ ਜਾ ਕੇ ਇਮਤਿਹਾਨਾਂ ਦੇ ਵਿੱਚ। She knew everything. She was a topper. She never had B in her life. She always achieved A+, but she was nervous. So I had, as a mother, I would go and sit outside in the car, all her exams, and she would come out saying, "Main acha nahi kita," but she would be getting the first grade. So ਇਹ ਬੱਚੀ ਨੂੰ ਸਮਝਾ ਦੇਣਾ ਕਿ ਵਿਸ਼ਵਾਸ ਦੀ ਗੱਲ ਹੈਗੀ, ਵਿਸ਼ਵਾਸ ਦੀ ਗੱਲ। ਮੈਨੂੰ ਵਿਸ਼ਵਾਸ ਸੀਗਾ ਕਿ ਜਦ ਮੈਂ ਪਾਠ ਕਰਾਂਗੀ ਉਸ ਟਾਈਮ ਤੇ ਮੇਰੇ ਪਾਠ ਦੀ ਤਾਕਤ ਉਹ ਮੇਰੀ ਬੱਚੀ ਨੂੰ ਜਾਏਗੀ, ਉਹਨੂੰ ਹੌਸਲਾ ਮਿਲੇਗਾ। Whether children believe or they don't believe, my children believe because they always tell me, "Mom, मैं फलाना काम करने जा रहा हूं, मेरे वास्ते अरदास कर दें." My son does that. He's a doctor. My daughter is a doctor. They both always tell me, "Mom, ਅਸੀਂ ਅਰਦਾਸ ਕੀਤੀ ਹੈ ਪਰ ਤੂੰ ਸਾਡੀ ਅਰਦਾਸ ਕਰ." And I've always done it. ਠੀਕ ਹੈ ਭੈਣ ਜੀ, ਅਸੀਂ ਤੁਹਾਨੂੰ ਇਦਾਂ ਨਹੀਂ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ ਜਾਂ ਕਿੱਦਾਂ, ਉਦਾਂ ਜਨਰਲ ਬਲੀਵ ਦੀ ਗੱਲ ਕਰਦੇ ਵੀ ਸਾਡੇ ਜਿਹੜੇ ਬੱਚੇ ਆ ਨਾ ਗਾਹਾਂ ਉਹਨਾਂ ਦੀ ਜਿਹੜੀ ਸੋਚ ਆ ਔਰ ਜਿਹੜੀ ਸਾਡੀ ਸੋਚ ਆ, ਜਿਹੜੇ ਫੈਕਟ ਆ ਉਹ ਫੈਕਟ ਦੇ ਮੁਤਾਬਕ ਤੁਰਦੇ, ਅਸੀਂ ਵਿਸ਼ਵਾਸ ਦੇ ਮੁਤਾਬਕ ਤੁਰਦੇ ਆ। ਫੈਕਟ ਹਾਂਜੀ ਫੈਕਟ ਬੱਚਿਆਂ ਤੇ ਵੀ ਡਿਫਰ ਕਰਦਾ ਹੈ। ਸਾਡੇ ਵੀ ਬੱਚੇ ਇੱਥੇ ਜੰਮੇ ਪੱਲੇ ਹੈਗੇ ਆ। ਪਰ ਸ਼ੀ ਇਜ਼ ਓਨਲੀ 15 year old ਨਾਓ ਭੈਣ ਜੀ। ਜਿਹੜੀ ਤੁਸੀਂ ਆਪਣੇ ਬੱਚਿਆਂ ਦੀ ਗੱਲ ਕਰ ਰਹੇ ਆ ਉਹ ਬੱਚੇ ਮੇਰੀ ਏਜ ਦੇ, ਮੇਰੇ ਬੱਚੇ ਵੀ ਤੁਹਾਡੀ ਬੱਚਿਆਂ ਦੀ ਏਜ ਦੇ ਹੋਣਗੇ। ਜਿਹੜੇ ਮੈਂ ਨੈਕਸਟ ਜਨਰੇਸ਼ਨ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਥਰਡ ਜਨਰੇਸ਼ਨ ਫਰੋਮ ਅਸ। ਜਿਹੜੇ ਥਰਡ ਜਨਰੇਸ਼ਨ ਹੈਗੇ ਨੇ, ਮੇਰੇ ਗ੍ਰੈਂਡਚਿਲਡਰਨ ਹੈਗੇ ਆ ਥਰਡ ਜਨਰੇਸ਼ਨ। ਹਾਂਜੀ ਹਾਂਜੀ, ਮੇਰੇ ਮਤਲਬ ਮਾਈ ਗ੍ਰੈਂਡਚਿਲਡਰਨ ਟੈਲ ਮੀ ਟੂ ਪ੍ਰੇ ਫॉर them when they have exams, believe it or not. ਚਲੋ ਠੀਕ ਆ, ਮੈਂ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕੀਤੀ ਆ ਕਿ ਅੱਜ ਦੇ ਬੱਚਿਆਂ ਦੀ ਸੋਚ ਆ। ਪਰ ਜੇ ਤੁਸੀਂ ਇਹ ਕਹਿੰਦੇ ਆ ਨਾ ਕਿ ਤੁਹਾਡੀ ਕੁੜੀ ਟੌਪ ਤੇ ਸੀ, ਕੋਈ ਨੀਵਾ ਵੀ ਹੋ ਸਕਦਾ, ਮੈਂ ਏਦਾਂ ਨਹੀਂ ਕਹਿ ਸਕਦੀ। ਮੇਰੀ ਵੀ ਗ੍ਰੈਂਡ ਡਾਟਰ ਜਿਹੜੀ ਆ ਉਹ ਪੜ੍ਹਦੀ ਆ, ਪੜ੍ਹ ਕੇ ਪਰ ਫਿਰ ਉਹ ਜਦੋਂ ਜਾਂਦੀ ਉਹ ਵੀ ਪੈਨਿਕ ਕਰਦੀ ਆ ਕਿ ਮੇਰਾ ਮਾਈਂਡ ਸਾਰਾ ਸ਼ਾਇਦ ਉੱਥੇ ਜਾ ਕੇ ਐਗਜ਼ਾਮ ਦੇ ਵਿੱਚ ਕਲੀਅਰ ਨਹੀਂ ਹੋਣਾ ਹੈਗਾ, ਕਿ ਏਦਾਂ ਮੇਰਾ ਸਾਰਾ ਮੈਨੂੰ ਕੁਝ ਨਹੀਂ ਆਉਂਦਾ। ਜਿੱਦਾਂ ਤੁਸੀਂ ਕਹਿੰਦੇ ਐਗਜ਼ੈਕਟਲੀ ਸ਼ੀ ਇਜ਼ ਸੇਇੰਗ ਸੇਮ ਥਿੰਗ, ਪਰ ਮੈਂ ਉਹਦੇ ਵਿੱਚ ਕੋਈ ਇਦਾਂ ਦਾ ਵਿਸ਼ਵਾਸ ਨਹੀਂ ਭਰਨਾ ਚਾਹੁੰਦੀ ਜਿਹੜੀ ਕਿ ਤੁਸੀਂ ਪਰਸੋਂ ਜੇ ਆਪਾਂ ਗੱਲ ਕੀਤੀ ਸੀ ਕਿ ਜੋ ਕੁਝ ਅਸੀਂ ਇਸ ਕਲਾਸ ਵਿੱਚੋਂ ਸਿੱਖ ਰਹੇ ਆ ਅਸੀਂ ਉਹ ਬੱਚਿਆਂ ਨੂੰ ਦੇਣਾ ਆ। ਠੀਕ ਹੈ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮੇਰੀ ਜਿਹੜੀ ਸੋਚ ਸੀ, ਮੇਰੀ ਵੀ ਤੁਹਾਡੇ ਵਰਗੀ ਬਿਲਕੁਲ ਸੋਚ ਸੀ। ਔਰ ਤੁਸੀਂ ਤਾਂ ਇਹ ਕਹਿੰਦੇ ਨਾ 2 ਘੰਟੇ ਬੈਠਦੇ ਹੁੰਦੇ ਸੀਗੇ। ਮੇਰੇ 3 ਡਾਟਰਸ ਆ, ਜਦੋਂ ਥਰਡ ਡਾਟਰ ਹੋਈ ਸੀ ਤਾਂ ਸਾਡੇ ਕੋਲ ਇੱਕ ਸੰਤ ਸੀਗੇ, ਮੈਂ ਇੱਧਰ ਇੰਗਲੈਂਡ ਦੇ ਵਿੱਚ ਸੀਗੀ ਪਰ ਛੋਟੇ ਬੱਚੇ ਉੱਥੇ ਜਾਂਦੇ ਹੁੰਦੇ, ਸੰਤ ਹਰੀ ਸਿੰਘ ਸੀਗੇ। ਉਹਨਾਂ ਨੇ ਮਾਲਪੁਰ ਦੇ ਵਿੱਚ ਖਾਲਸਾ ਕਾਲਜ ਬਣਾਇਆ ਹੋਇਆ ਹੈ ਜੀ। ਉੱਥੇ ਜਿਹੜਾ ਮਾਲਪੁਰ ਦਾ ਇੱਕ ਖਾਲਸਾ ਕਾਲਜ ਮਸ਼ਹੂਰ ਆ ਬਹੁਤ। ਤੇ ਮੈਂ ਉਹਨਾਂ ਦੇ ਗਾਂ ਜਿਹੜੇ ਸੰਤ ਸੀ, ਅਸੀਂ ਉਹਨਾਂ ਨੂੰ ਮਿਲਣ ਗਏ। ਉਹਨਾਂ ਨੇ ਮੈਨੂੰ ਸ਼ਬਦ ਦਿੱਤਾ ਜਿਹੜੇ 5ਵੇਂ ਪਾਤਸ਼ਾਹ ਦਾ ਹੈਗਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ 40 ਦਿਨ ਮਤਲਬ ਪਾਠ ਕਰਨਾ, ਠੀਕ ਆ ਨਾ, ਤੁਹਾਡੇ ਲੜਕਾ ਹੋਊਗਾ। ਮੈਂ 40 ਦਿਨ ਵੀ ਤੋਂ ਲੈ ਕੇ ਮੈਂ ਉਹ ਜ਼ਿੰਦਗੀ ਦਾ ਆਪਣਾ ਬਣਾਏ ਲਿਆ ਕਿ ਕਿ ਮੈਂ ਪਾਠ ਕਰਨਾ ਹੀ ਕਰਨਾ ਆ। ਜਿੱਦਾਂ ਤੁਸੀਂ ਕਹਿੰਦੇ ਆ, ਇਸ ਵਿਸ਼ਵਾਸ ਦੇ ਤੌਰ ਦੇ ਉੱਤੇ ਮੈਂ ਬਹੁਤ ਐਕਸਪੀਰੀਅੰਸ ਕੀਤੇ। ਪਰ ਮੈਂ ਤੁਹਾਨੂੰ ਅੱਜ ਦੱਸ ਰਹੀ ਹਾਂ ਕਿ ਮੈਂ ਗਿਆਨੀ ਮੋਹਰ ਸਿੰਘ ਜੀ ਹੁਣਾਂ ਦੀ ਕਥਾ ਸੁਣ ਕੇ ਮੇਰੀ ਸੋਚ ਬਦਲ ਗਈ ਆ। ਸੋ ਇਹ ਸੋਚ ਮੈਂ ਆਪਣੇ ਬੱਚਿਆਂ ਨੂੰ ਨਹੀਂ ਪਾਸ ਔਨ ਕਰਨਾ ਚਾਹੁੰਦੀ ਕਿ ਜੋ ਕੁਝ ਉਹਨਾਂ ਨੇ ਅਚੀਵ ਕਰਨਾ, ਦੇ ਹੈਵ ਟੂ ਵਰਕ ਹਾਰਡ ਫॉर दैट, not my ਅਰਦਾਸ। ਮੈਂ ਆਪਣੇ ਤੌਰ ਤੇ ਆਪਣੇ ਅੰਦਰ ਅਰਦਾਸ ਕੋਈ ਕਰਨੀ ਹੋਗੀ, that's a different story, but I'm not going to tell them, I'm not going to push them into ਅੰਧ ਵਿਸ਼ਵਾਸ ਦੇ ਵਿੱਚ ਕਿ ਇਸ ਚੀਜ਼ ਦੇ ਨਾਲ ਤੇਰੀ ਚੀਜ਼ ਪੂਰੀ। ਕੱਲ੍ਹ ਇੱਦਾਂ ਦਾ ਵੀ ਟਾਈਮ ਆ ਸਕਦਾ ਕਿ ਹੋ ਸਕਦਾ ਜੇ ਉਹਨਾਂ ਨੂੰ ਇਹ ਚੀਜ਼ ਦੇ ਦੇਵਾਂ ਤੇ ਉਹਨਾਂ ਦੀ ਚੀਜ਼ ਨਾ ਪੂਰੀ ਹੋਵੇ, ਅਰਦਾਸ ਕਰੇ ਤੇ। ਹਾਂਜੀ ਹਾਂਜੀ, ਨਹੀਂ ਕੋਈ ਮਾਂ ਬਾਪ ਵੀ ਨਹੀਂ ਕਹੇਗਾ ਆਪਣੇ ਬੱਚੇ ਨੂੰ ਕਿ ਤੁਸੀਂ ਨਾ ਪੜੋ, ਮੈਂ ਤੁਹਾਡੀ ਅਰਦਾਸ ਕਰ ਦੇਵਾਂਗੀ। that would be sheer stupidity, that would be sheer stupidity, nothing else. ਮੈਨੂੰ ਪਤਾ ਹੈ ਕਿ ਮੇਰੇ ਬੱਚੇ ਪੜ੍ਹਦੇ ਆ, ਮੇਰੇ ਬੱਚੇ ਕਲੇਵਰ ਹੈਗੇ। I do the same for my grandchildren. They study. ਬੱਚਿਆਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ, ਖੁਦ ਆਪ ਪ੍ਰੇਅਰ ਕਰਨੀ ਚਾਹੀਦੀ ਹੈ। ਤੁਸੀਂ ਰੋਡ ਕ੍ਰਾਸ ਕਰਨੀ ਹੈਗੀ ਹੈ ਤੇ ਤੁਸੀਂ ਕਿਨਾਰੇ ਤੇ ਖੜੇ ਹੋ ਕੇ ਸੋਚੋਗੇ ਨਹੀਂ ਕਿ ਮੈਂ ਕ੍ਰਾਸ ਕਰਨੀ। You have to start walking. You have to start walking to go across.
therefore without effort you cannot achieve anything. ਦੇਖੋ Without effort ਜੋਗੀ ਬਣ ਗਏ ਨਾ ਤੁਸੀਂ। ਜਿਹੜੀਆਂ ਗਾਹਾਂ ਦੀਆਂ ਜਨਰੇਸ਼ਨਾਂ ਆ ਨਾ, ਜਾਂ ਉਹ ਜਿਸ ਹਿਸਾਬ ਨਾਲ ਜੰਮਦੀਆਂ ਪਲਦੀਆਂ, ਜਾਂ ਉੱਥੇ ਇੱਥੇ ਜਿਹੜੀ ਐਜੂਕੇਸ਼ਨ ਹੈ ਨਾ, ਉਹ ਬਲੀਵ ਜੋ ਲੌਜੀਕ ਲੱਗਦਾ ਉਹ ਤੇ ਜ਼ਿਆਦਾ ਬਲੀਵ ਕਰਦੀਆਂ। ਜਿਹੜਾ ਸਾਡਾ ਵਿਸ਼ਵਾਸ ਜਾਂ ਅੰਧ ਵਿਸ਼ਵਾਸ ਹੈ ਨਾ, ਉਹਦੇ ਤੇ ਘੱਟ ਬਲੀਵ ਕਰਦੀਆਂ। ਜਾਂ ਅਸੀਂ ਇਹ ਨਹੀਂ ਕਹਿ ਰਹੇ ਵੀ ਜਿਹੜਾ ਸਾਡਾ ਵਿਸ਼ਵਾਸ ਆ, ਅਸੀਂ ਵੀ ਖੁਦ ਉਹਦੇ ਵਿੱਚ ਹੀ ਆ, ਵਿੱਚੋਂ ਨਿਕਲ ਕੇ ਆਏ ਆ। ਔਰ ਉਹ ਉਦਾਂ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਨਾ, ਅਜੇ ਵੀ ਸਾਡੇ ਵਿੱਚੋਂ ਕੁਝ ਪਰਸੈਂਟੇਜ ਹੈਗੀ ਹੈ ਜਿਹੜੀ ਨਹੀਂ ਨਿਕਲ ਰਹੀ। ਠੀਕ ਹੈ ਜੀ। ਤੋ ਇਦਾਂ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਗਲਤ। ਇਸ ਪਲੇਟਫਾਰਮ ਦਾ ਇਹ ਫਾਇਦਾ ਆ ਕਿ ਇੱਥੇ ਤੁਸੀਂ ਆਪਣੀ ਜਿਹੜੀ ਵੀ ਸੋਚ ਹੈ ਨਾ, ਉਹ ਤੁਸੀਂ ਇੱਥੇ ਸਾਹਮਣੇ ਸਾਰਿਆਂ ਦੇ ਰੱਖ ਸਕਦੇ ਆ, ਤਾਂ ਕਿ ਹਰ ਇੱਕ ਦਾ ਆਪਣਾ ਆਪਣਾ ਜਿਹੜਾ ਵਿਸ਼ਵਾਸ ਉਹ ਸਾਰਿਆਂ ਨੂੰ ਬਿਲਕੁਲ। ਉਹਦੇ ਵਿੱਚੋਂ ਜਿਹੜੀ ਲੋਚਨ ਜੀ ਜਿਹੜਾ ਮੇਰਾ ਵਿਸ਼ਵਾਸ ਹੈਗਾ, ਉਹਨੂੰ ਤੁਸੀਂ ਅੰਧ ਵਿਸ਼ਵਾਸ ਕਹੋਗੇ? ਨਹੀਂ, ਮੈਂ would you call it ਅੰਧ ਵਿਸ਼ਵਾਸ? ਮੈਂ ਸਵਾਲ ਪੁੱਛਿਆ। ਹਾਂਜੀ, ਤੁਸੀਂ ਮੈਨੂੰ ਸਵਾਲ ਪੁੱਛਿਆ, ਮੈਂ ਉਹਨੂੰ ਦੇਖੋ, ਇਹ ਆਪਣੇ ਵਿਸ਼ਵਾਸ ਕਹਿ ਲਓ ਜਿਹੜੇ ਸਾਡੇ ਅੰਦਰ ਭਰੇ ਹੋ ਆ, ਜਿਨ੍ਹਾਂ ਨੂੰ ਲੈ ਕੇ ਅਸੀਂ ਅੱਜ ਤਾਈਂ ਤੁਰੇ ਹੋ ਆ। ਤੁਸੀਂ ਜਿਹੜੀਆਂ ਅਰਦਾਸਾਂ ਜਾਂ ਬੇਨਤੀਆਂ ਜੋ ਕੁਝ ਕਰਦੇ ਰਹੇ, ਜਿਹੜਾ ਕਈਆਂ ਦੀਆਂ ਅਰਦਾਸਾਂ ਬੇਨਤੀਆਂ ਦੇ ਬਾਅਦ ਪੂਰੀਆਂ ਹੋ ਗਈਆਂ, ਜਿਨ੍ਹਾਂ ਦੀਆਂ ਨਹੀਂ ਪੂਰੀਆਂ ਹੋਈਆਂ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਠੀਕ ਹੈ ਨਾ। ਗੱਲ ਇਹ ਹੈ ਜਿਹੜੇ ਵੀ ਕੰਮ ਹੁੰਦੇ ਆ ਨਾ, ਜਿਹੜੇ ਉਹ ਕੰਮ ਹੁੰਦੇ ਆ, ਉਹ ਕੀਤਿਆਂ ਹੁੰਦੇ ਆ, ਨਾ ਕਿ ਕਿਸੇ ਦੇ ਅਰਦਾਸ ਦੇ ਥਰੂ ਹੁੰਦੇ ਆ। ਅਰਦਾਸ ਦੇ ਨਾਲ ਤੁਹਾਨੂੰ ਸ਼ੋਰਟੀ, ਤੁਹਾਨੂੰ ਸੈਲਫ ਕੌਨਫੀਡੈਂਸ ਇੰਨਾ ਹੋ ਜਾਂਦਾ ਵੀ ਜਿਹੜਾ ਵੀ ਕੰਮ ਤੁਸੀਂ ਅਰਦਾਸ ਦੇ ਵਿੱਚ ਕਰਨਾ ਚਾਹੁੰਦੇ ਸੀਗੇ, ਉਹ ਤੁਸੀਂ ਪੂਰੇ ਸਤਿਕਾਰ ਦੇ ਨਾਲ, ਪੂਰੇ ਜ਼ੋਰ ਸ਼ੋਰ ਦੇ ਨਾਲ ਤੁਸੀਂ ਕਰ ਲਓਗੇ ਆਪੇ। ਹੋਣਾ ਕੀਤਿਆਂ ਆਪਣਾ ਹੀ ਹੈ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਇਦਾਂ ਦੀ ਗੱਲ ਨਹੀਂ ਹੈਗੀ। ਉਹ ਆਪਣੇ ਆਪ ਨੂੰ, ਮੈਂ ਕੱਲ ਵੀ ਗੱਲ ਇਹ ਕੀਤੀ ਸੀ ਵੀ ਜਦੋਂ ਤੁਸੀਂ ਕਾਰ 'ਚ ਬੈਠੇ ਅਰਦਾਸ ਕਰਦੇ ਸੀ ਜਾਂ ਪਾਠ ਕਰਦੇ ਸੀਗੇ, ਉਹ ਘੱਟੋ ਘੱਟ ਤੁਹਾਨੂੰ ਧਰਾਸ ਦਿੰਦੀ ਹੋਊਗੀ। ਜੇ ਉਹਨਾਂ ਦੇ ਜੇ ਲੜਕੀ ਦੇ ਦਿਮਾਗ ਦੇ ਵਿੱਚ ਮੇਰੇ ਵਾਸਤੇ ਮੈਨੂੰ ਥੋੜਾ ਜਿਹਾ ਕੌਨਫੀਡੈਂਸ ਹੋਊਗਾ, ਉਹਦੇ ਅੰਦਰੋਂ ਕੌਨਫੀਡੈਂਸ ਹੋਣਾ, ਤੁਹਾਡੀ ਅਰਦਾਸ ਨੇ ਥੋੜਾ ਕੌਨਫੀਡੈਂਸ ਕਰਨਾ ਸੀ। ਇਹ ਗੱਲਾਂ ਜਿਹੜੀਆਂ ਹੈਗੀਆਂ ਨਾ ਜੀ, ਉਹ ਥੋੜਾ ਜਿਹਾ ਸਮਝਣ ਵਾਲੀ ਗੱਲ ਆ। ਹੋ ਸਕਦਾ ਸਾਨੂੰ ਵੀ ਨਾ ਬਹੁਤਾ ਪਤਾ ਹੋਵੇ, ਪਰ ਜਿੰਨਾ ਸਾਨੂੰ ਪਤਾ ਲੱਗ ਚੁੱਕਾ ਹੈ ਨਾ, ਉਹਦੇ ਮੁਤਾਬਕ ਜੋ ਕਰਨਾ ਉਹ ਤੁਸੀਂ ਆਪ ਹੀ ਕਰਨਾ, ਪ੍ਰੈਕਟੀਕਲੀ ਕਰਨਾ ਪੈਣਾ। ਉਹਦੇ ਨਾਲ ਹੀ ਸਭ ਕੁਝ ਹੋਣਾ, ਤੇ ਕਿਸੇ ਦੇ ਕੀਤਿਆਂ ਤੇ ਇਦਾਂ ਨਹੀਂ ਹੋਣਾ। ਹਾਂ, ਤੁਹਾਡੇ ਲਈ ਕੋਈ ਆ ਕੇ ਐਗਜ਼ਾਮ ਇੰਡੀਆ ਜਿੱਦਾਂ ਕਹਿੰਦੇ ਤੂੰ ਪਰੇ ਹਟ ਜਾਏ, ਤਾਂ ਮੈਂ ਬੰਦੇ ਨੂੰ ਜਾਣਦਾ ਮੂਹਰੇ ਐਗਜ਼ਾਮ ਵਾਲੇ ਨੂੰ, ਤਾਂ ਮੈਂ ਆਪੇ ਤੇਰਾ ਪੇਪਰ ਦੇ ਆਊਂਗਾ। ਉਹ ਵੀ ਕਿਸੇ ਦੇ ਕੀਤਿਆਂ ਹੀ ਹੋਣਾ। ਤੇ ਅਰਦਾਸਾਂ ਵਾਲੀਆਂ, ਮੈਂ ਇਦਾਂ ਗਲਤ ਨਹੀਂ ਕਹਿ ਰਿਹਾ ਵੀ ਅਰਦਾਸ ਨਹੀਂ ਕਰਨੀ ਚਾਹੀਦੀ, ਇਦਾਂ ਨਹੀਂ ਕਹਿ ਰਹੇ। ਅਰਦਾਸ ਕਰੋ, ਉਹਦੇ ਨਾਲ ਸੈਲਫ ਕੌਨਫੀਡੈਂਸ ਜਿਹੜਾ ਹੈ ਨਾ, ਉਹ ਵੱਧਦਾ ਆ, ਉਹਦੇ ਨਾਲ ਤੁਹਾਨੂੰ ਹੋਰ ਉਤਸ਼ਾਹ ਮਿਲਦਾ ਹੈ, ਤਾਂ ਤੁਸੀਂ ਹੋਰ ਵੀ ਮਤਲਬ ਬੜੇ ਉਤਸ਼ਾਹ ਦੇ ਨਾਲ ਉਹ ਸਾਰਾ ਕੰਮ ਕਰਦੇ ਆ। ਸਾਡੇ ਨਾਲ ਆਪਣੇ 2-3 ਜਣੇ ਹੋਰ ਹੈਗੇ ਆ ਜੀ। ਸਤਵੰਤ ਕੌਰ ਭੈਣ ਜੀ ਹੱਥ ਖੜਾ ਕਰ ਰਹੇ ਨੇ। ਹਾਂਜੀ, ਮੈਨੂੰ ਪਤਾ ਜੀ, ਮੈਂ ਉਹਨਾਂ ਭੈਣ ਜੀ ਹੱਥ ਖੜਾ ਕਰ ਰਹੇ ਨੇ। ਨਹੀਂ ਚਾਹੁੰਦਾ ਤੇ ਪਹਿਲਾਂ ਉਹ ਤੋਂ ਪਹਿਲਾਂ ਜਸਵੀਰ ਕੌਰ ਜੀ ਆਏ ਸੀਗੇ ਜੀ। ਜਸਵੀਰ ਕੌਰ ਜੀ, ਤੁਸੀਂ ਅਨਮਿਊਟ ਹੋ ਜਾਓ ਕਿਉਂਕਿ ਮੈਨੂੰ ਥੋੜਾ ਰੌਲਾ। ਹਾਂਜੀ, ਕਰੋ ਗੱਲ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਇਹੀ ਕਹਿਣਾ ਸੀਗਾ, ਜਿੱਦਾਂ ਕਹਿੰਦੇ ਨਾ ਭੈਣ ਜੀ, ਅਰਦਾਸ ਆਪਣਾ ਕੰਮ ਤਾਂ ਸਾਰਿਆਂ ਨੇ ਆਪ ਕਰਨਾ ਆ। ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਹਾਂ ਸਫਲ ਹੋਵੇ, ਪਰ ਜਦੋਂ ਕੋਈ ਕੰਮ ਕਰਨ ਜਾਂਦੇ ਆਪਾਂ ਨੂੰ ਪਤਾ ਕਿ ਡਿਫਿਕਲਟ ਆ। ਅਰਦਾਸ ਜਿਹੜੀ ਆ ਨਾ, ਆਪਣੇ ਮਨ ਦੇ ਵਿੱਚ ਸ਼ਾਂਤੀ ਲੈ ਕੇ ਆਉਂਦੀ। ਆਪਾਂ ਅਰਦਾਸ ਕਰਦੇ ਆ, ਏਕਾ ਚਿੱਤ ਹੋ ਜਾਂਦਾ ਉੱਥੇ, ਆਪਣੇ ਆਪ ਤੇ ਵਿਸ਼ਵਾਸ ਹੋ ਜਾਂਦਾ ਕਿ ਹਾਂ ਮੈਂ ਅਰਦਾਸ ਕੀਤੀ ਆ, ਚਾਹੇ ਜਿੱਦਾਂ ਦਾ ਮਰਜ਼ੀ ਕਹੇ, ਆਮ ਗੋਇੰਗ ਟੂ ਡੂ ਮਾਈ ਬੈਸਟ। ਜੀ ਜੀ, ਬਿਲਕੁਲ। ਉਹ ਕਾਮ ਆ ਜਾਂਦਾ, ਕਾਮਨੈਸ ਆ ਜਾਂਦੀ ਹੈ ਉਸ ਟਾਈਮ ਤੇ ਜਦੋਂ ਆਪਣਾ ਕੰਮ ਕਰਦੇ ਆ। ਫਿਰ ਆਈ ਥਿੰਕ ਦੈਟਸ ਵਾਟ ਇਟ ਇਜ਼, ਮੇਰੇ ਵਾਸਤੇ ਦੈਟਸ ਵਾਟ ਇਟ ਇਜ਼। ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਧੰਨਵਾਦ ਜੀ। ਤੇ ਸਤਵੰਤ ਕੌਰ ਜੀ, ਤੁਸੀਂ ਅਨਮਿਊਟ ਹੋ ਕੇ ਗੱਲ ਕਰ ਲਓ ਆਪਣੀ। ਹਾਂਜੀ, ਬਸ ਮੈਂ ਜੋ ਕੁਝ ਤੁਸੀਂ ਕਿਹਾ ਵੀਰ ਜੀ, ਮੈਂ ਉਹ ਐਡ ਕਰਨਾ ਸੀ ਕਿ ਸਾਡੇ ਘਰ ਦੀ ਰੀਤ ਸੀ, ਜਦੋਂ ਅਸੀਂ ਇਮਤਿਹਾਨ ਲਈ ਜਾਣਾ, ਕਿਸੇ ਕੰਮ ਲਈ ਜਾਣਾ, ਕੰਮ ਸ਼ੁਰੂ ਕਰਨਾ, ਅਰਦਾਸ ਜ਼ਰੂਰ ਕਰਨੀ ਹੈ, ਪਰਮਾਤਮਾ ਦੀ ਟੇਕ ਲੈਣੀ ਹੈ, ਪਰਮਾਤਮਾ ਦੀ ਓਟ ਲੈਣੀ ਹੈ। ਪਰ ਇਹ ਜਿਹੜੇ ਨੇ ਨਾ ਗਿਣ ਗਿਣ ਕੇ ਪਾਠ ਕਰਨੇ, ਇਹ ਬਹੁਤ ਰੀਤਾਂ ਚੱਲੀਆਂ ਹੋਈਆਂ, ਬਾਬਿਆਂ ਨੇ ਚਲਾਈਆਂ ਹੋਈਆਂ। ਇਹ ਗਿਣ ਕੇ ਜੀ 101 ਪਾਠ ਕਰੋ, ਇਹ ਗਿਣ ਕੇ ਜੀ ਗੁਰਪੁਰਬ ਆ ਰਿਹਾ 1000 ਪਾਠ ਕਰੋ, ਤੋਤੇ ਵਾਕਰ ਪੜੀ ਜਾਓ, ਸਮਝ ਕਾ ਖਾਈ ਨਹੀਂ, ਕਰੈਕਟਰ ਉਹੀ ਦਾ ਉਹੀ ਹੈ। ਤੇ
ਮੁੜ ਘਿੜ ਕੇ ਉਹ ਐਗਜ਼ਾਮਪਲ ਆਉਂਦੀ ਹੈ ਕਿ ਤੁਸੀਂ ਪਾਠ ਕਰੀ ਜਾਂਦੇ ਹੋ, ਤੁਹਾਨੂੰ ਸਮਝ ਆਈ, ਤੁਸੀਂ ਬਾਣੀ ਵੀ ਠੀਕ ਨਾ ਪੜੋ, ਅਰਥ ਤੁਹਾਨੂੰ ਨਹੀਂ ਸਮਝ ਆਏ, ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਕਰਦੇ ਹਾਂ। ਅਰਦਾਸ ਕਰਨੀ ਸਿੱਖ ਦਾ ਫਰਜ਼ ਹੈ, ਮੁੱਢਲਾ ਫਰਜ਼ ਹੈ। ਪਰਮਾਤਮਾ ਦੀ ਓਟ ਲੈ ਕੇ ਸਾਰੇ ਕੰਮ ਕਰਨੇ ਨੇ। ਹੁਣ ਮੈਂ ਤੁਹਾਡਾ ਟਾਈਮ ਨਹੀਂ ਲੈਣਾ, ਪਰ ਜ਼ਿੰਦਗੀ ਵਿੱਚ ਬੜੇ ਇਹੋ ਜਿਹੇ ਇਮਤਿਹਾਨ ਪਏ ਜਿੱਥੇ ਲੱਗਦਾ ਸੀ ਅਸੀਂ ਡੁੱਬ ਜਾਣਾ, ਜਿੱਥੇ ਲੱਗਦਾ ਸੀ ਇਹ ਹੋ ਜਾਣਾ ਉਹ ਹੋ ਜਾਣਾ, ਪਰ ਅਰਦਾਸ ਦੀ ਓਟ ਲਈ ਪਰਮਾਤਮਾ ਤੂੰ ਆਪਣੇ ਸੇਵਕ ਦੀ ਲਾਜ ਰੱਖਣੀ, ਤੂੰ ਆਪਣੇ ਨਾਚੀਜ਼ ਦੀ ਲਾਜ ਰੱਖਣੀ ਹੈ। ਵੈਲ ਥਿੰਗਸ ਗੈਟ ਵਰਕਡ ਆਊਟ। ਜਦੋਂ ਤੁਸੀਂ ਉਹਦਾ ਆਸਰਾ ਲਓ ਤੇ ਉਹਦੇ ਤੇ ਭਰੋਸਾ ਕਰੋ ਕਿ ਮੈਂ ਅਰਦਾਸ ਕੀਤੀ ਹੈ। ਪਰ ਇਹ ਬਾਕੀ ਸਾਰਾ ਕਰਮ ਕਾਂਡ ਹੈ, 40 ਦਿਨ ਪਾਠ ਕਰ ਲੋ ਤੇ ਮੁੰਡਾ ਹੋਏਗਾ, 40 ਦਿਨ ਇਹ ਕਰ ਲੋ। ਬਹੁਤ ਲੋਕਾਂ ਨੇ ਸਾਡੇ ਨਾਲ ਵੀ ਕੀਤਾ। ਮੈਂ ਕਿਸੇ ਦੇ ਘਰ ਗਈ, ਉਹਨਾਂ ਦੇ ਵਾਈਫ ਠੀਕ ਨਹੀਂ ਸਨ, ਸੋ ਮੈਂ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਦੇ ਘਰ ਲੈ ਕੇ ਗਈ ਤੇ ਉਹ ਹੈਗੇ ਨੇ, ਉਹ ਕੀ ਕਹਿੰਦੇ ਨੇ ਉਹਨਾਂ ਨੂੰ, ਮੈਨੂੰ ਤਾਂ ਕੁੱਕੇ ਲਫ਼ਜ਼ ਹੀ ਯਾਦ ਹੈ, ਦੂਸਰਾ ਇੱਕ ਹੋਰ ਵੀ ਲਫ਼ਜ਼ ਹੈਗਾ, ਉਹ ਜਿਹੜੀ ਦੂਸਰੇ ਮੈਂ ਉਹਨਾਂ ਦੇ ਘਰ ਗਈ ਤੇ ਉਹ ਨਾਮਧਾਰੀ, ਹਾਂਜੀ ਨਾਮਧਾਰੀ, ਨਾਮਧਾਰੀ। ਮੈਂ ਉਹਨਾਂ ਦੇ ਘਰ ਗਈ ਤੇ ਮੈਨੂੰ ਕਹਿੰਦੇ ਅੱਛਾ ਜੀ ਤੁਸੀਂ ਮੀਟ ਨਹੀਂ ਖਾਂਦੇ ਹੋਣੇ। ਮਾਈ ਗੁੱਡਨੈਸ, ਇਹ ਕੁਐਸਚਨ ਕਰਨ ਦੀ ਲੋੜ ਕਿੱਥੇ ਸੀ। ਫਿਰ ਮੈਨੂੰ ਕਹਿੰਦੇ ਮੈਂ ਤੁਹਾਨੂੰ ਨਾਮ ਦੇਣਾ, ਮੇਰੇ ਕੰਨ ਵਿੱਚ ਬੋਲੇ ਵਾਹਿਗੁਰੂ। ਲੈ ਹੈ, ਮੈਂ ਤੁਹਾਡੇ ਘਰ ਨਾਮ ਤਾਂ ਲੈਣ ਆਈ ਕੋਈ ਨਹੀਂ ਸੀ। ਉਹ ਨਰਸ ਬੈਠੀ ਕੀ ਸੋਚਦੀ ਹੋਣੀ। ਉਹਨਾਂ ਦੀ ਵਾਈਫ ਟੋਟਲੀ ਅਲਜ਼ਾਈਮਰ ਸੀ, ਉਹਨੂੰ ਤਾਂ ਕੱਖ ਸਮਝ ਨਹੀਂ ਆਈ। ਤੇ ਬਸ ਮੁੜ ਕੇ ਉਹ ਕਹਿੰਦੇ ਅੱਛਾ ਫੇਰ ਵੀ ਆਏ ਹੋ, ਇੱਥੇ ਖਾਣਾ ਬਣਾਵਾਂਗੇ। ਮੈਂ ਕਿਹਾ ਠੀਕ ਹੈ। ਮੁੜ ਕੇ ਮੈਂ ਨਹੀਂ ਉਹਨਾਂ ਦੇ ਘਰ ਗਈ, ਮੈਨੂੰ ਤਾਂ ਪਰਮਾਤਮਾ ਨੇ ਨਾਮ ਦਿੱਤਾ ਹੋਇਆ ਆਲਰੇਡੀ। ਸੋ ਏਦਾਂ ਦੀਆਂ ਗੱਲਾਂ ਬਹੁਤ ਨੇ ਸਾਡੇ ਵਿੱਚ। ਇਹ ਕਰਮ ਕਾਂਡ ਹੋਏ ਨਾ, ਕਰਮ ਕਾਂਡ ਹੋ ਗਏ, ਕਰਮ ਕਾਂਡ ਹੋਏ ਨਾ ਇਹ ਸਭ। ਕਰਮ ਕਾਂਡ, ਹਰ ਇੱਕ ਚੀਜ਼ ਤੁਸੀਂ ਸੋਚੋ। ਹੁਣ ਭਾਈ ਸਾਹਿਬ ਹਰ ਇੱਕ ਪੌੜੀ ਚ ਤੁਹਾਨੂੰ ਦੱਸ ਰਹੇ ਤੁਸੀਂ ਕੀ ਕਰਨਾ, ਤੇ ਤੁਸੀਂ ਗੁਰੂ ਨਾਲ ਜੋੜੋ, ਗੱਲ ਖਤਮ। ਬਾਬਾ A ਬਾਬਾ B, ਉਹਨਾਂ ਨੇ ਇਹੀ ਕਹਿਣਾ, ਉਹ ਬਾਬਾ ਠੀਕ ਨਹੀਂ ਆ, ਅਸੀਂ ਠੀਕ ਆ। ਠੀਕ ਹੈ ਭੈਣ ਜੀ, ਸਾਡੇ ਨਾਲ ਹੋਰ ਵੀ ਕਈ ਜਣੇ ਗੱਲ ਕਰਨਾ ਚਾਹੁੰਦੇ ਆ ਜੀ, ਤੇ ਉਹਦੇ ਨਾਲ ਗੱਲ ਕਰ ਲਈਏ। ਜਗਜੀਤ ਕੌਰ ਜੀ, ਤੁਸੀਂ ਕਈ ਜਿਹੇ ਅਨਮਿਊਟ ਹੈ, ਤੁਸੀਂ ਵੀ ਗੱਲ ਕਰੋ। ਹਾਂਜੀ, ਬਸ ਮੈਂ ਤਾਂ ਇਹੀ ਕਹਿਣਾ ਸੀਗਾ ਕਿ ਅਰਦਾਸ ਆਪ ਕਰਨੀ ਚਾਹੀਦੀ। ਲੱਕੀਲੀ ਮੇਰੇ ਬੱਚੀਆਂ ਹੈਗੀਆਂ, ਉਹ ਵੀ ਕਦੀ ਕੁਝ ਕਰਨ ਜਾਣ, ਇਮਤਿਹਾਨ ਹੈ ਕੁਛ, ਉਹ ਮੈਨੂੰ ਇਹ ਕਹਿਣਗੀਆਂ ਮੰਮੀ ਮੈਂ ਅਰਦਾਸ ਕੀਤੀ, ਤੁਸੀਂ ਵੀ ਅਰਦਾਸ ਕਰਨਾ। ਸੋ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਤੁਸੀਂ ਅਰਦਾਸ ਆਪ ਕਰੋ। ਸੋ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਜੋ ਵੀ ਕਰਨਾ ਹੈ ਅਸੀਂ ਆਪ ਅਰਦਾਸ ਕਰਨੀ। ਕਿਉਂਕਿ ਜੇ ਤੁਹਾਨੂੰ ਭੁੱਖ ਲੱਗੇ, ਤੁਸੀਂ ਇਹ ਥੋੜੀ ਕਹੋਗੇ ਕਿਸੇ ਨੂੰ ਕਿ ਵੀ ਤੂੰ ਰੋਟੀ ਖਾ ਲੈ ਤੇ ਮੇਰੀ ਭੁੱਖ ਮਿਟ ਜਾਏ, ਉਹ ਤੇ ਹੋਣਾ ਨਹੀਂ ਹੈ। ਖਾਣਾ ਤੇ ਆਪੇ ਹੀ ਹੈ, ਆਪਣੀ ਭੁੱਖ ਮਿਟਾਣੀ ਹੈ। ਸੋ ਇਹ ਹੀ ਹੈ ਕਿ ਅਰਦਾਸ ਆਪ ਜ਼ਰੂਰ ਕਰੋ। ਠੀਕ ਹੈ, ਹਾਂਜੀ, ਯਾ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਨਾ। ਸੁਰਿੰਦਰ ਕੌਰ ਤੁਸੀਂ ਗੱਲ ਕਰੋ ਜੀ। ਹਾਂਜੀ, ਮੈਂ ਥੋੜਾ ਜਿਹਾ ਇਹ ਕਹਿਣਾ ਸੀ ਕਿ ਠੀਕ ਆ, ਆਪਾਂ ਸਾਰੇ ਆਪਣੇ ਬੱਚਿਆਂ ਲਈ ਬਹੁਤ ਕੁਝ ਚਾਹੁੰਦੇ ਆ ਵੀ ਉਹ ਬਹੁਤ ਵੱਡੇ ਬਣਨ, ਡਾਕਟਰ ਬਣਨ, ਇੰਜੀਨੀਅਰ ਬਣਨ, ਪਰ ਆਪਾਂ ਨੂੰ ਮੇਰਾ ਖਿਆਲ ਆਪਣੀ ਕਮਿਊਨਿਟੀ ਦੇ ਵਿੱਚ ਇਹ ਹੈ ਕਿ ਆਪਾਂ ਪ੍ਰੈਸ਼ਰ ਬਹੁਤ ਜ਼ਿਆਦਾ ਦਿੰਦੇ ਆ ਉਹਨਾਂ ਦੇ ਉੱਤੇ। ਇਹਦੇ ਨਾਲੋਂ ਠੀਕ ਆ ਆਪਾਂ ਅਰਦਾਸ ਕਰੋ। ਹਰ ਕੋਈ ਚਾਹੁੰਦਾ ਮੇਰਾ ਬੱਚਾ ਬਹੁਤ ਪੜ੍ਹਿਆ ਲਿਖਿਆ ਹੋਵੇ ਤੇ ਬਹੁਤ ਉੱਨਤੀਆਂ ਕਰੇ, ਤਰੱਕੀਆਂ ਕਰੇ, ਪਰ ਸਾਰੇ ਤਾਂ ਨਹੀਂ, 100% ਤਾਂ ਨਹੀਂ A ਗ੍ਰੇਡ ਲੈ ਸਕਣਗੇ। ਜੇ ਤੁਹਾਡੇ ਬੱਚਾ ਅੱਛਾ ਇਨਸਾਨ ਬਣ ਰਿਹਾ ਨਾ, ਮੈਂ ਕਹਿੰਦੀ ਉਹਨੂੰ ਉਸ ਲਈ ਪ੍ਰੇਰੋ। ਜਿੰਨੇ ਬੱਚੇ ਗਲਤ ਸਟੈਪ ਲੈ ਰਹੇ ਆ, ਉਹਨਾਂ ਦੇ ਤੇ ਇੰਨਾ ਪ੍ਰੈਸ਼ਰ ਹੈ ਨਾ, ਤੇ ਉਹ ਮਤਲਬ ਗਲਤ ਸਟੈਪ ਲੈ ਕੇ ਕਿੰਨੇ ਸੁਸਾਈਡ ਵੱਲ ਜਾ ਰਹੇ ਆ। ਤੇ ਹੋਰ ਮੈਂ ਕਿਹਾ ਆਪਾਂ ਨੂੰ ਵੀ ਥੋੜਾ ਜਿਹਾ ਨੀਵਾਂ ਹੋ ਕੇ ਕਹਿਣਾ ਚਾਹੀਦਾ ਵੀ ਤੁਸੀਂ ਜੋ ਵੀ ਬਣੋਗੇ, ਅੱਛੇ ਬਣੋਗੇ, ਸੱਚ ਨਾਲ ਜੁੜੋਗੇ, ਜੋ ਵੀ ਤੁਸੀਂ ਅਚੀਵ ਕਰੋਗੇ ਉਹ ਬਹੁਤ ਵਧੀਆ ਹੀ ਹੋਏਗਾ। ਕੋਈ ਜ਼ਰੂਰੀ ਨਹੀਂ ਹੈ A ਗ੍ਰੇਡ ਹੀ ਲੈਣੇ। ਸਹੀ ਗੱਲ ਹੈ ਜੀ, ਸਹੀ ਗੱਲ ਆ। ਦੇਖੋ, ਅਰਦਾਸ ਦਾ ਕਨਸੈਪਟ ਆਪਣੀ ਜਗ੍ਹਾ ਠੀਕ ਹੈ ਜੀ, ਪਰ ਇੱਕ ਵਾਰੀ ਮੈਨੂੰ ਚੇਤਾ ਆ ਗਿਆਨੀ ਜੀ ਨੇ ਅਰਦਾਸ ਦਾ ਇੱਕ ਦੱਸਿਆ ਸੀਗਾ ਵੀ ਦੋ ਭਰਾ ਇੱਕ ਜ਼ਮੀਨ, ਘਰ ਦੀ ਜ਼ਮੀਨ ਵਾਸਤੇ ਲੜ ਪਏ ਸੀਗੇ, ਤੇ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਚੱਲਦਾ ਸੀਗਾ, ਤੇ ਉਹਨਾਂ ਨੇ ਅਖੰਡ ਪਾਠ ਰਖਾਇਆ, ਗਿਆਨੀ ਕੋਲੋਂ ਅਰਦਾਸ ਕਰਾਉਣੀ ਹੈ। ਜਿਹੜਾ ਕੇਸ ਜਿੱਤੇ, ਜੇ ਅਖੰਡ ਪਾਠ ਕਰਾਉਣ ਦੇ ਨਾਲ ਅਰਦਾਸ ਕਰਾਉਣ ਦੇ ਨਾਲ ਬਾਬਾ ਰੀਝਦਾ ਹੋਵੇ, ਫਿਰ ਹੁਣ ਤੁਸੀਂ ਦੱਸੋ ਜਿਹੜਾ ਕੋਰਟ ਦਾ ਫੈਸਲਾ ਹੋਣਾ ਉਹ ਦੋਹਾਂ ਦੇ ਹੱਕ 'ਚ ਹੋਊਗਾ ਕਿ ਇੱਕ ਦੇ ਹੱਕ 'ਚ ਹੋਊਗਾ? ਇੱਕ ਦੇ ਹੱਕ 'ਚ ਹੋਊ ਨਾ, ਫਿਰ ਦੂਏ ਦੀ ਅਰਦਾਸ ਤਾਂ ਖਰਾਬ ਹੋ ਗਈ ਨਾ। ਉਹਦਾ ਮਤਲਬ ਹਾਂਜੀ, ਤੁਸੀਂ ਇਹਦੇ ਵਿੱਚੋਂ ਆਪ ਹੀ ਸਮਝ ਲਓ। ਗਿਆਨੀ ਜੀ, ਜੇ ਤੁਸੀਂ ਕੁਝ ਐਡ ਕਰਨਾ ਤੁਸੀਂ ਕਰ ਦਿਓ ਜੀ। ਅਰਦਾਸ ਦੇਖੋ, ਸਾਡਾ ਨਾ ਆਪਾਂ ਪਹਿਲਾਂ ਇੱਕ ਦਿਨ ਬੇਨਤੀ ਕੀਤੀ ਸੀ ਵੀ ਅਰਦਾਸ ਸਾਡਾ ਇੱਕ ਕਮਿਟਮੈਂਟ ਹੈਗਾ,
ਅਰਦਾਸ ਸਾਡੀ ਇੱਕ ਪ੍ਰੋਮਿਸ ਹੈਗੀ ਹੈ, ਜਿਵੇਂ ਆਪਾਂ ਵਿਸਥਾਰ ਕੀਤਾ ਸੀ ਨਾ ਕਿ ਕੋਈ ਐਮਐਲਏ ਐਮਪੀ ਜਿੱਤਦਾ ਹੈ ਤੇ ਉਹਨੂੰ ਅੱਗੇ ਇੱਕ ਬੰਦਾ ਮਤਲਬ ਕਸਮ ਚੁਕਾਉਂਦਾ ਹੈ, ਜਿਵੇਂ ਅਸੀਂ ਇੱਥੇ ਸਿਟੀਜ਼ਨਸ਼ਿਪ ਲਈ ਤੇ ਸਾਨੂੰ ਕਸਮ ਚੁਕਾਈ ਗਈ, ਤਾਂ ਅਰਦਾਸ ਸਾਡੀ ਕਮਿਟਮੈਂਟ ਹੈਗੀ ਏ। ਜਿਵੇਂ ਅਸੀਂ ਕਹਿੰਦੇ ਹਾਂ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ, ਤਾਂ ਇਹਦਾ ਮਤਲਬ ਇਹ ਹੈਗਾ ਕਿ ਮੈਂ ਵਾਹਿਗੁਰੂ ਦੀ ਕਸਮ ਚੁੱਕ ਕੇ ਪ੍ਰੋਮਿਸ ਕਰਦਾ ਕਿ ਮੈਂ 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦੀਦਾਰ ਕਰਕੇ ਇਹਦੇ ਮੁਤਾਬਕ ਜ਼ਿੰਦਗੀ ਜੀਵਾਂਗਾ। ਹੁਣ ਇਹ ਅਸੀਂ ਕਸਮ ਕਿੰਨੇ ਕੁ ਵੀਰਾਂ ਭੈਣਾਂ ਨੇ ਪੂਰੀ ਕੀਤੀ ਤਾਂ ਅਸੀਂ ਆਪ ਜਾਣਦੇ ਹਾਂ। ਜਿਵੇਂ 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਦਾ ਭਾਵ ਇਹ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਕਿ ਮੇਰਾ ਧਿਆਨ ਜਿਹੜਾ ਗੁਰਦੁਆਰੇ ਸਾਹਿਬਾਨ ਔਰ ਤਖਤਾਂ ਵਿੱਚ ਰਹੇਗਾ। ਪਰ ਅਸੀਂ ਡੇਰਿਆਂ ਵੱਲ ਚਲੇ ਗਏ, 5 ਪਿਆਰਿਆਂ 4 ਸਾਹਿਬਜ਼ਾਦਿਆਂ ਦੀ ਕਮਾਈ ਦਾ ਧਿਆਨ ਤਰ ਕੇ ਵਾਹਿਗੁਰੂ ਬੋਲਣ ਦਾ ਭਾਵ ਇਹ ਹੈਗਾ ਕਿ ਮੈਂ ਵਾਹਿਗੁਰੂ ਦੀ ਕਸਮ ਖਾ ਕੇ ਪ੍ਰੋਮਿਸ ਕਰਦਾ ਕਿ ਮੈਂ 5 ਪਿਆਰਿਆਂ 4 ਸਾਹਿਬਜ਼ਾਦਿਆਂ ਵਰਗੀ ਜ਼ਿੰਦਗੀ ਜੀਵਾਂਗਾ। ਸਾਡੀ ਪ੍ਰੋਮਿਸ ਸੀ, ਠੀਕ ਹੈ ਨਾ। ਫਿਰ ਇਥੋਂ ਅੱਗੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਾਨੂੰ ਮਤਲਬ ਇਥੋਂ ਵਿਲ ਪਾਵਰ ਮਿਲਦੀ ਸੀ, ਜਿਵੇਂ ਤੁਸੀਂ ਸਾਰਿਆਂ ਨੇ ਕਿਹਾ ਇਹ ਕਿ ਸਾਡੇ ਅੰਦਰ ਫਿਰ ਵਿਲ ਪਾਵਰ ਮਿਲਦੀ ਹੈ। ਜੇ ਅਸੀਂ ਇਸ ਪ੍ਰੋਮਿਸ ਨੂੰ ਪੂਰਾ ਕਰੀਏ ਤੇ ਮੰਗਣ ਦੀ ਕੋਈ ਜ਼ਰੂਰਤ ਨਹੀਂ ਪੈਣੀ, ਲੋੜ ਹੀ ਨਹੀਂ, ਬਿਲਕੁਲ। ਅਸੀਂ ਮੰਗਾਂ ਤੱਕ ਰਹਿ ਗਏ। ਜਿਹੜੀ ਪਹਿਲੀ ਜਿਹੜਾ ਸਾਡੀ ਪ੍ਰੋਮਿਸ ਹੈ ਨਾ, ਕਮਿਟਮੈਂਟ ਸੀ ਸਾਡਾ। ਹੁਣ ਜਿਵੇਂ ਅਸੀਂ ਅਰਦਾਸ ਕਰਦੇ ਹਾਂ ਵੀ ਸਾਡਾ ਇਹ ਕਾਰਜ ਰਾਸ ਹੋਵੇ, ਤਾਂ ਜਿਵੇਂ ਜਸਵੀਰ ਕੌਰ ਭੈਣ ਨੇ ਮੇਰੇ ਖਿਆਲ ਚ ਕਿਹਾ ਸੀ, ਜਾਂ ਜਗਜੀਤ ਭੈਣ ਨੇ, ਕਿਸੇ ਭੈਣ ਨੇ, ਕਿ ਸਾਡੇ ਅੰਦਰ ਵਿਲ ਪਾਵਰ ਪੈਦਾ ਹੁੰਦੀ ਹੈ ਕਿ ਅਸੀਂ ਉਹ ਕਾਰਜ ਕਰਦੇ ਹਾਂ। ਤਾਂ ਅਰਦਾਸ ਜੇ ਕਰਨੀ ਹੈ ਤੇ ਆਪ ਕਰੋ, ਉਹਦੇ ਤੇ ਵਿਸ਼ਵਾਸ ਕਰੋ, ਔਰ ਜੋ ਅਰਦਾਸ ਵਿੱਚ ਕਮਿਟਮੈਂਟ ਕੀਤੀ ਹੈ ਉਹਨੂੰ ਅਸੀਂ ਜ਼ਰੂਰ ਪੂਰਾ ਕਰੀਏ। ਬਾਕੀ ਕਾਰਜ ਤਾਂ ਫਿਰ ਆਟੋਮੈਟਿਕਲੀ ਹੋ ਜਾਣਗੇ। ਠੀਕ ਹੈ ਜੀ। ਸਾਡੇ ਨਾਲ ਫਾਈਨਲੀ ਅਵਤਾਰ ਸਿੰਘ ਭਾਜੀ ਹੈਗੇ ਜੀ, ਤੁਸੀਂ ਕੁਝ ਕਹਿਣਾ? ਤੁਸੀਂ ਅਨਮਿਊਟ ਹੋਏ ਆ। ਹਾਂਜੀ ਅਰਦਾਸ ਕਰਦੇ ਆ, ਕੋਈ ਮਿਲੇ ਜੀ ਪਹਿਲੀ ਆਪਣੀ ਡਿਮਾਂਡ ਪਹਿਲਾਂ ਰੱਖ ਦਿੰਦੇ ਆ, ਜੇ ਤਾਂ ਪੂਰੀ ਹੋ ਗਈ ਤਾਂ ਠੀਕ ਆ, ਜੇ ਨਹੀਂ ਪੂਰੀ ਹੋ ਜਾਂਦਾ ਫੇਰ ਵੀ ਖੰਡ ਪਾਠ ਕਰਾਉਣ ਆ ਗਏ ਬਾਬਾ ਜੀ ਨਾਲ ਸੌਦਾ। ਜੇ ਤਾਂ ਪਾਸ ਹੋ ਗਿਆ ਫਿਰ ਤਾਂ ਨਵੀਂ ਕਰ ਲਈ ਆ, ਚਾਹੇ ਆ ਹੋਇਆ ਇਹ ਹੋਇਆ ਉਹ ਹੋਇਆ, ਫਿਰ ਤਾਂ ਠੀਕ ਆ। ਜਿਸਲੇ ਨਹੀਂ ਹੋਇਆ ਫਿਰ ਗੁਰਦੁਆਰੇ ਕਹਿੰਦੇ ਰਹਿਣ ਦਿਓ, ਇਹ ਕੁਛ ਨਹੀਂ ਹਨਾ। ਇਹ ਹੈਗੀ ਗੱਲ ਜਿਹੜੀ ਸਾਡੀ ਅਰਦਾਸ ਦੀ ਆ, ਉਹ ਹੈਗੀ ਆ। ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ, ਬੁਰਾ ਨਾ ਮਨਾਏ ਕੋਈ ਵੀ ਆਦਮੀ। ਜਾਨੀ ਨਾ ਉਹ ਜਦੋਂ ਬਰਸਾਤ ਨੂੰ ਕਹਿੰਦਾ ਕੱਟਾ ਗੁਆਚ ਗਿਆ ਸੀ, ਹੁਣ ਉੱਥੇ ਵੀ ਸੁੱਖ ਉੱਥੇ ਵੀ ਸੁੱਖ। ਉਹ ਕੋ ਪੁੱਛਣ ਲੱਗਾ ਤਰੁਦੇਵਾ, ਕਹਿੰਦਾ ਉਹ ਕਿੰਨੇ ਦਾ ਕੱਟਾ? ਆਖੇ 40 ਦਾ। ਉਹ ਕਹਿੰਦਾ 100 ਦਾ ਪ੍ਰਸ਼ਾਦ ਸੁੱਕਦਾ, ਕਹਿੰਦਾ ਮਿਲਿਆ ਚਾਹੀਦਾ ਕਿੱਧਰ ਹੋਣਾ। ਸਾਡੇ ਬੰਦਿਆਂ ਦੀ ਉਹ ਗੱਲ ਆ, ਅਰਦਾਸ ਸਾਡੀ ਉਹ ਆ। ਅਰਦਾਸ ਕਰਾਉਣ ਦੀ ਲੋੜ ਨਹੀਂ, ਉਦਾਂ ਨੀਅਤ ਸਾਫ਼ ਦੇ ਨਾਲੇ ਕਰੋ। ਜਿੱਦਾਂ ਗਿਆਨੀ ਉਹਨੇ ਕਹਿੰਦੇ ਮਿਹਨਤ ਕਰੋ ਤਾਂ ਸਭ ਕੁਝ ਆ। ਠੀਕ ਹੈ ਜੀ। ਕਹਿਣਾ ਚਾਹੁੰਦੀ ਆ ਕਿ ਮੇਰਾ ਕਿਸੇ ਨੂੰ ਕੋਈ ਅਫੈਂਡ ਕਰਨ ਦਾ ਮਤਲਬ ਨਹੀਂ ਹੈਗਾ। ਮੇਰੇ ਨਾਲ ਜੋ ਰੀਅਲ ਮੈਂ ਤੁਹਾਡੇ ਅੱਗੇ ਤਾਂ ਰੱਖਦੀ ਕਿ ਸਾਡੇ ਸਾਰਿਆਂ ਦੇ ਮਤਲਬ ਏਦਾਂ ਦੀ ਕੋਈ ਨਾ ਕੋਈ ਚੀਜ਼ ਆਉਂਦੀ ਸਾਨੂੰ ਰੱਖਣੀ ਚਾਹੀਦੀ ਆ, ਕਿ ਸਾਡੇ ਚਾਹ ਰੱਖਣੇ ਚਾਹੀਦੇ ਨੇ। ਸੋਚ ਆ। ਏਦਾਂ ਵੀ ਨਾ ਸੋਚੋ ਕਿ ਜਿਹੜੇ ਜਿੱਦਾਂ ਸਾਡੇ ਬੱਚੇ ਉਹਨਾਂ ਨੂੰ ਕੁਝ ਪਤਾ ਨਹੀਂ ਹੈਗਾ, ਉਹ ਕੀਰਤਨ ਵੀ ਕਰਦੇ ਆ, ਤਬਲਾ ਵੀ ਵਜਾਉਂਦੇ, ਹਾਰਮੋਨੀਆ ਵੀ ਵਜਾਉਂਦੇ ਆ, ਸਭ ਕੁਝ ਕਰਦੇ ਆ, ਪਰ ਫੇਰ ਵੀ ਉਹਨਾਂ ਦੇ ਜਿਹੜੀ ਮਤਲਬ ਸੋਚਣੀ ਉਹ ਸਾਡੇ ਨਾਲੋਂ ਡਿਫਰੈਂਟ ਆ। ਤੁਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕਿ ਤੁਸੀਂ ਏਦਾਂ ਜ਼ਰੂਰ ਕਰੋ, ਏਦਾਂ ਜ਼ਰੂਰ ਕਰੋ। ਮੇਰੀ ਡਾਟਰ ਟੀਚਰ ਆ, ਉਹਨੇ ਕੁੜੀ ਨੂੰ ਇਹ ਕਿਹਾ ਆ ਕਿ ਤੈਂ ਐਗਜ਼ਾਮ ਕਰਨੇ ਆ, ਤੈਂ ਪੂਰੀ ਆਪਣੀ ਮਿਹਨਤ ਕੀਤੀ ਆ, ਤੂੰ ਪਾਸ ਹੋ ਗਈ ਤਾਂ ਵੀ ਮੈਨੂੰ ਬਹੁਤ ਖੁਸ਼ੀ ਆ, ਜੇ ਤੂੰ ਨਹੀਂ ਵੀ ਪਾਸ ਹੋਈ ਤਾਂ ਵੀ ਮੈਂ ਠੀਕ ਆ, ਕਿਉਂਕਿ ਮੈਨੂੰ ਇਹ ਪਤਾ ਕਿ ਤੂੰ ਮਿਹਨਤ ਕੀਤੀ ਆ। ਇਹ ਬੱਚਿਆਂ ਨੂੰ ਕਲੀਅਰ ਸਮਝਾਉਣਾ ਚਾਹੀਦਾ ਨਾ, ਸਮਝ ਕਿਸ ਤਰ੍ਹਾਂ ਆਏਗੀ ਜੇ ਅਸੀਂ ਕਲੀਅਰ ਨਹੀਂ ਕਰਾਂਗੇ ਤੇ। ਉਹਨੂੰ ਕਹੇ ਕਿ ਨਹੀਂ ਤੂੰ ਤਾਂ A ਗ੍ਰੇਡ ਲੈ ਕੇ ਆਉਣਾ, ਤੂੰ ਤਾਂ B ਗ੍ਰੇਡ ਲੈ ਕੇ ਆਉਣਾ, ਇਹ ਤੋਂ ਥੱਲੇ ਮੈਂ ਐਕਸੈਪਟ ਨਹੀਂ ਕਰਦੇ ਹੈਗੇ, ਹਨਾ। ਤੇ ਫਿਰ ਬੱਚੇ ਦੇ ਤਾਪੇ ਪ੍ਰੈਸ਼ਰ ਹੋ ਗਿਆ। ਇਸ ਕਰਕੇ ਮਤਲਬ ਮੈਂ ਕਿਸੇ ਨੂੰ ਅਫੈਂਡ ਕਰਨ ਵਾਸਤੇ, ਇਹ ਮੇਰੇ ਨਾਲ ਕੱਲ ਦੁਪਹਿਰੇ ਉਸ ਵੇਲੇ 2 ਵਜੇ ਹੋਇਆ ਕਰਕੇ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ I was so shocked, ਕਿਉਂਕਿ ਉਹਨੇ ਮੈਨੂੰ ਇਹ ਕੁਐਸਚਨ ਪੁੱਛਿਆ। ਹਾਂਜੀ, ਤੇ ਫਿਰ ਮੈਨੂੰ ਬੜੀ ਹੈਰਾਨੀ ਜਿਹੀ ਹੋਈ। ਮੈਂ ਕਿਹਾ ਦੇਖੋ ਇਹ ਸੁਣ ਕੇ ਇਹਨੇ ਕੋਈ ਨਾ ਕੋਈ ਚੀਜ਼ ਪਿਕ ਅਪ ਕੀਤੀ, ਤਾਂ ਉਹਨੇ ਮੈਨੂੰ ਕੁਐਸਚਨ ਕੀਤਾ ਆ, ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਸੋ ਜੇ ਮੈਂ ਕਿਸੇ ਨੂੰ ਕੋਈ ਗਲਤ ਗੱਲ ਕਹੀ ਤਾਂ ਮੈਂ ਰੀਲੀ ਸੌਰੀ। ਤੇ ਪਰ ਮੈਂ ਨਹੀਂ ਮੈਂ ਕੋਈ offended ਨਹੀਂ ਫੀਲ ਕਰ ਰਹੀ। ਤੁਸੀਂ ਆਪਣੇ ਬੱਚਿਆਂ ਨੂੰ ਕਿਹਾ ਕਿ ਜਾਓ ਤੁਸੀਂ ਇਮਤਿਹਾਨ ਦਿਓ, ਭਾਵੇਂ ਤੁਸੀਂ A ਗ੍ਰੇਡ ਲਾਓ, ਭਾਵੇਂ ਤੁਸੀਂ C ਗ੍ਰੇਡ ਲਿਆਓ। ਮੈਂ ਆਪਣੇ ਬੱਚਿਆਂ ਨੂੰ ਜਦੋਂ ਭੇਜਿਆ ਮੈਂ ਉਹਨਾਂ ਨੂੰ ਕਿਹਾ ਤੁਸੀਂ ਬੜੀ ਮਿਹਨਤ ਕੀਤੀ ਹੈ, ਤੁਸੀਂ A ਗ੍ਰੇਡ ਲੈ ਕੇ ਆਉਣਾ ਹੈ। I never gave them the choice to get a B grade and they all got A grade and both my children are doctors
they're doing very well. This is the way I brought them. You bring up your children, that's your Not mine, responsibility. they are my grandchildren, so it's not my responsibility, it's responsibility of my kids now, है ना? मैं उन्हें नहीं कुछ भी कर ठीक है जी। नहीं, each one has their own responsibility. कोई माँ बाप नहीं हैगा ਜਿਹੜਾ ਚਾਹੁੰਦਾ ਹੋਏਗਾ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਟੌਪ ਨਾ ਕਰਨ। ਹਾਂਜੀ, ਅਗਰ ਉਹਨਾਂ ਦੇ ਕੋਲ ability ਹੈਗੀ ਹੈ, if they are dim-witted, then you can tell them, you can't force them to do anything. But if they are mentally at the top, then you encourage them and you force them, and they ਅੱਛਾ achieve. ਠੀਕ ਹੈ ਜੀ। ਇੱਕ ਮੈਂ ਹੁਣ ਸਾਰੇ ਬਾਬਿਆਂ ਦੀ ਤੇ ਨਾਨਿਆਂ ਦੀ, ਦਾਦੀਆਂ ਦੀ ਤੇ ਦਾਦਿਆਂ ਦੀ ਹਾਂਜੀ, ਤੇ ਦਾਦੀਆਂ ਦੀ ਵੀ ਵਿੱਚੇ ਤੇ ਨਾਨੀਆਂ ਦੀ ਵੀ ਵਿੱਚੇ। ਮੈਂ ਡਿਊਟੀ ਲਾਉਣ ਲੱਗਾ ਇੱਕ, ਉਹ ਹੈਗੀ ਇਹ ਕਿ ਕੱਲ ਜਿੱਦਾਂ ਸਾਡੀ ਦੋਤੀ ਨੇ ਕਿਹਾ ਸੀਗਾ ਨਾ ਵੀ ਇਸ ਵੇਲੇ ਸਾਡੇ ਐਗਜ਼ਾਮ ਹੋ ਰਹੇ ਆ ਤੇ ਅਸੀਂ ਹੈਗੇ ਬਹੁਤ ਸਟ੍ਰੈਸ, ਠੀਕ ਆ। ਤੇ ਜਦੋਂ ਉਹ ਨਿਆਣੇ ਜਾਂਦੇ ਆ ਨਾ, ਤੁਸੀਂ ਘਰ ਦੇ ਵਿੱਚ ਜਾ ਕੇ ਤਾਂ 2-2 ਘੰਟੇ ਘੱਟੋ ਘੱਟ ਨਾ ਉਹਨਾਂ ਵਾਸਤੇ ਪਾਠ ਜ਼ਰੂਰ ਕਰੋ ਤਾਂ ਕਿ ਉਹ ਰਿਲੈਕਸ ਹੋ ਜਾਣ। ਦੱਸ ਦਿਓ ਵੀ ਅਸੀਂ ਜਦੋਂ ਤੁਸੀਂ ਐਗਜ਼ਾਮ 'ਚ ਬੈਠੇ ਹੋ ਨਾ ਤਾਂ ਅਸੀਂ 2-2 ਘੰਟੇ ਪਾਠ ਕਰਨਾ, ਠੀਕ ਹੈ ਨਾ। ਕੋਈ ਜਿੰਨੀ ਪਨਿਸ਼ਮੈਂਟ ਤੁਹਾਨੂੰ ਮਿਲ ਰਹੀ ਆ, ਅਸੀਂ ਉਹਦੇ ਨਾਲ ਰਿਲੈਕਸ ਹੋ ਕੇ ਤੁਹਾਡੇ ਵਾਸਤੇ ਅਰਦਾਸਾਂ ਕਰਾਂਗੇ। ਉਹਦੇ ਵਾਸਤੇ ਤੁਹਾਨੂੰ ਵੀ ਫਾਇਦਾ ਹੋਊ, ਸਾਨੂੰ ਵੀ ਫਾਇਦਾ ਹੋਊ ਤੇ ਨਿਆਣਿਆਂ ਨੂੰ ਵੀ ਫਾਇਦਾ ਹੋਊ। ਠੀਕ ਹੈ ਜੀ, ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਹੋਰ ਤਾਂ ਮੇਰੇ ਖਿਆਲ ਸਾਰੇ ਆਪਣੀ ਗੱਲ ਕਰ ਲਈ ਆ। ਧੰਨਵਾਦ ਜੀ। ਤੇ ਕਿਸੇ ਨੂੰ ਕੋਈ ਬੁਰਾ ਨਾ ਲੱਗੇ ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ। ਕਿਸੇ ਨੇ ਵੀ ਕੋਈ ਗੱਲ ਕਹੀ ਆ, ਸਾਡਾ ਪਲੇਟਫਾਰਮ ਸਿਰਫ ਇਸੇ ਕਰਕੇ ਹੀ ਹੈ ਕਿ ਇਹਦੇ ਵਿੱਚ ਕੋਈ ਵੀ ਗੱਲ ਅੰਦਰ ਹੋਵੇ ਉਹ ਤੁਸੀਂ ਕਰਕੇ ਆਪਣੀ ਇੱਕ ਦੂਜੇ ਨਾਲ ਸ਼ੇਅਰ ਕਰੋ, ਤੇ ਕੀਤੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਆਪਾਂ ਕੱਲ ਨੂੰ ਮੁੜ ਕੇ ਫਿਰ ਇੱਥੇ ਆਵਾਂਗੇ ਜੀ, ਤੇ ਨਵਾਂ ਟੌਪਿਕ ਲੈ ਕੇ, ਤੇ ਕਥਾ ਆਪਣੀ ਕੰਟੀਨਿਊ ਰਹੂਗੀ। ਉਦਾਂ ਹੀ ਛੁੱਟੀਆਂ ਲਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।